ਆਪਾਂ ਦੇਖਾਂਗੇ 100 ਅਧਿਆਏ, ਜਿੱਥੋਂ ਮਰਜ਼ੀ ਖੋਲ ਲਓ, ਕੋਈ ਬਾਤ ਨਹੀਂ। ਬਾਈਬਲ ਦੇ ਵਿੱਚੋਂ ਜ਼ਬੂਰ ਉਹਦਾ 100 ਅਧਿਆਏ ਆਪਾਂ ਪੜਾਂਗੇ 1 ਤੋਂ ਲੈ ਕੇ 5 ਤੱਕ। ਸਾਰਿਆਂ ਨੂੰ ਪੜ੍ਹ ਲੈਣ ਤੋਂ। ਹਰ ਇੱਕ ਗੱਲ ਸਾਰੇ ਉੱਚੀ ਆਵਾਜ਼ ਵਿੱਚ ਪੜੋ ਤਾਂ ਕਿ ਸਾਰੇ ਸੁਣ ਸਕਣ। हे सारी धरती देओ, यहोवा ਲਈ ਲਲਕਾਰੋ, ਆਨੰਦ ਹੋ ਕੇ ਯਹੋਵਾ ਦੀ ਉਪਾਸਨਾ ਕਰੋ, ਜੈ ਜੈਕਾਰ ਕਰਦੇ ਹੋਏ ਉਹਦੀ ਹਜ਼ੂਰੀ ਵਿੱਚ ਆਓ। ਜਾਣ ਰੱਖੋ ਬਈ ਯਹੋਵਾ ਹੀ ਪਰਮੇਸ਼ਵਰ ਹੈ, ਉਹਨੇ ਸਾਨੂੰ ਸਾਜਿਆ ਅਤੇ ਅਸੀਂ ਉਹਦੇ ਹਾਂ, ਅਸੀਂ ਉਹਦੀ ਪਰਜਾ ਅਤੇ ਉਹਦੀ ਜੂਹ ਦੀਆਂ ਭੇਡਾਂ ਹਾਂ। ਧੰਨਵਾਦ ਕਰਦੇ ਹੋਏ ਉਹਦੇ ਫਾਟਕਾਂ ਦੇ ਅੰਦਰ ਅਤੇ ਉਸਤਤ ਕਰਦੇ ਹੋਏ ਉਹਦੇ ਦਰਬਾਰ ਵਿੱਚ ਆਓ। ਉਹਦਾ ਧੰਨਵਾਦ ਕਰੋ ਅਤੇ ਉਹਦੇ ਨਾਮ ਨੂੰ ਮੁਬਾਰਕ ਆਖੋ। ਯਹੋਵਾ ਦਾ ਭਲਾ ਹੈ, ਉਹਦੀ ਦਇਆ ਸਦੀਕ ਕਦੀ ਹੈ ਅਤੇ ਉਹਦੀ ਵਫਾਦਾਰੀ ਪੀੜ੍ਹੀਓਂ ਪੀੜ੍ਹੀ ਤੱਕ ਹੈ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਇਹ ਪਰਮੇਸ਼ਰ ਦਾ ਵਚਨ ਹੈ ਜੋ ਪਰਮੇਸ਼ਰ ਦੇ ਆਤਮਾ ਦੇ ਦੁਆਰਾ ਲਿਖਾਇਆ ਗਿਆ ਹੈ। ਔਰ ਬਾਈਬਲ ਦੇ ਵਿੱਚ ਲਿਖਿਆ ਗਾ ਕਿ ਆਕਾਸ਼ ਧਰਤੀ ਟਲ ਜਾਏਗਾ ਪਰ ਮੇਰਾ ਵਚਨ ਕਦੇ ਨਹੀਂ ਟਲੇਗਾ। ਇਸ ਕਰਕੇ ਪਰਮੇਸ਼ਰ ਦੇ ਵਚਨ ਨੂੰ ਬਹੁਤ ਧਿਆਨ ਨਾਲ ਸੁਣਨਾ ਗਾ, ਕਿਉਂਕਿ ਅੱਜ ਸਾਡੇ ਪਰਮੇਸ਼ਰ ਇੱਕ ਵਾਰ ਫਿਰ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜਾ ਰਹੇ ਨੇ। ਦੇਖਿਆ ਜਾਵੇ ਤਾਂ ਮਸੀਹ ਦੇ ਵਿੱਚ ਲੋਕ ਵਿਸ਼ਵਾਸ ਕਰਦੇ ਨੇ, ਔਰ ਵਿਸ਼ਵਾਸ ਕਰਨਾ ਵੀ ਚਾਹੀਦਾ ਗਾ, ਕਿਉਂਕਿ ਸਾਡੇ ਪਰਮੇਸ਼ਰ ਕਹਿੰਦੇ ਨੇ, ਇਹ ਪਰਮੇਸ਼ਰ ਦੀ ਸਾਡੇ ਪ੍ਰਤੀ ਕੀ ਹੈ, ਇੱਕ ਆਗਿਆ ਗਈ ਕਿ ਤੁਸੀਂ ਕੀ ਕਰੋ, ਵਿਸ਼ਵਾਸ ਕਰੋ। ਔਰ ਜੋ ਵਿਸ਼ਵਾਸ ਨਹੀਂ ਕਰਦਾ ਉਹ ਕੀ ਕਰਦਾ ਗਾ, ਉਹ ਪਰਮੇਸ਼ਰ ਦੇ ਵਚਨ ਦੀ ਅਨਾਗਿਆਕਾਰੀ ਕਰਦਾ ਗਾ। ਅਗਰ ਮੈਂ ਪੁੱਛਾਂ ਇੱਥੇ ਸਾਰਿਆਂ ਨੂੰ ਕਿ ਕਿੰਨੇ ਲੋਕ ਨੇ ਜੋ ਪਰਮੇਸ਼ਰ ਦੇ ਉੱਪਰ ਵਿਸ਼ਵਾਸ ਕਰਦੇ ਨੇ, ਤਾਂ ਤਕਰੀਬਨ ਸਾਰੇ ਲੋਕ ਆਪਣਾ ਹੱਥ ਚੱਕਣਗੇ। ਐਸਾ ਕੋਈ ਵੀ ਨਹੀਂ ਕਿ ਜੋ ਕਹੇ ਕਿ ਮੈਂ ਵਿਸ਼ਵਾਸ ਨਹੀਂ ਕਰਦਾ। ਅਗਰ ਅੱਜ ਕੋਈ ਇਨਸਾਨ ਮਸੀਹ ਦੇ ਵਿੱਚ ਹੈ, ਉਹ ਬੰਦਗੀ ਜਾਂਦਾ ਹੈ, ਉਹ ਪ੍ਰਾਰਥਨਾ ਕਰਦਾ ਹੈ, ਉਹ ਬਾਈਬਲ ਪੜ੍ਹਦਾ ਗਾ, ਤਾਂ ਉਹ ਬੋਲਦਾ ਗਾ ਮੈਂ ਵਿਸ਼ਵਾਸ ਕਰਦਾ ਗਾ। ਅਗਰ ਪਰਿਵਾਰ ਦੇ ਲੋਕ, ਪਰਿਵਾਰ ਦੇ ਵਿੱਚ ਇੱਕ ਐਸਾ ਇਨਸਾਨ ਹੈ ਜੋ ਪ੍ਰਾਰਥਨਾ ਨਹੀਂ ਕਰਦਾ, ਜੋ ਬੰਦਗੀ ਨਹੀਂ ਜਾਂਦਾ, ਜੋ ਬਾਈਬਲ ਨਹੀਂ ਪੜ੍ਹਦਾ, ਪਰ ਹੋ ਸਕਦਾ ਉਹ ਇਨਸਾਨ ਨਸ਼ਾ ਵੀ ਕਰਦਾ ਹੋਵੇ, ਲੇਕਿਨ ਉਹ ਵੀ ਕੀ ਕਹਿੰਦਾ ਗਾ ਕਿ ਮੈਨੂੰ ਵਿਸ਼ਵਾਸ ਹੈ ਪ੍ਰਭੂ ਯਿਸੂ ਮਸੀਹ ਦੇ ਉੱਪਰ। ਤਕਰੀਬਨ ਸਾਰੇ ਹੀ ਲੋਕ ਇਹ ਗੱਲ ਜ਼ਰੂਰ ਬੋਲਦੇ ਨੇ ਕਿ ਅਸੀਂ ਯਿਸੂ ਮਸੀਹ ਦੇ ਉੱਪਰ ਵਿਸ਼ਵਾਸ ਕਰਦੇ ਹਾਂ। ਸਾਰੇ ਲੋਕ ਵਿਸ਼ਵਾਸ ਯਿਸੂ ਮਸੀਹ ਦੇ ਉੱਪਰ ਕਰਦੇ ਨੇ, ਲੇਕਿਨ ਅੱਜ ਤੱਕ ਮੈਂ ਕਿਸੇ ਨੂੰ ਇਹ ਨਹੀਂ ਦੇਖਿਆ ਕਹਿੰਦੇ ਨੂੰ ਕਿ ਮੈਂ ਯਿਸੂ ਮਸੀਹ ਦੇ ਉੱਪਰ ਵਿਸ਼ਵਾਸ ਨਹੀਂ ਕਰਦਾ। ਤਕਰੀਬਨ ਸਾਰੇ ਲੋਕ ਇਹ ਬੋਲਦੇ ਨੇ ਕਿ ਅਸੀਂ ਯਿਸੂ ਮਸੀਹ ਦੇ ਉੱਪਰ ਵਿਸ਼ਵਾਸ ਕਰਦੇ ਹਾਂ। ਔਰ ਸਹੀ ਦੇ ਵਿੱਚ ਵਿਸ਼ਵਾਸ ਸਾਨੂੰ ਕਰਨਾ ਵੀ ਚਾਹੀਦਾ ਗਾ, ਸਾਨੂੰ ਵਿਸ਼ਵਾਸ ਕਰਨਾ ਚਾਹੀਦਾ ਗਾ। ਲੇਕਿਨ ਵਿਸ਼ਵਾਸ ਕਰਨ ਦੇ ਵਿੱਚ ਦੇਖਿਆ ਜਾਵੇ ਤੇ ਉਹਦੇ ਵਿੱਚ ਫਾਇਦਾ ਕਿਹਦਾ ਗਾ? ਉਹਦੇ ਵਿੱਚ ਫਾਇਦਾ ਤਾਂ ਸਿਰਫ ਔਰ ਸਿਰਫ ਇਨਸਾਨ ਦਾ ਗਾ, ਲੇਕਿਨ ਪ੍ਰਭੂ ਯਿਸੂ ਮਸੀਹ ਦਾ ਉਹਦੇ ਵਿੱਚ ਕੋਈ ਵੀ ਫਾਇਦਾ ਨਹੀਂ, ਕੋਈ ਵੀ ਉਹਦੇ ਵਿੱਚ ਫਾਇਦਾ ਨਹੀਂ। ਲੇਕਿਨ ਦੇਖਿਆ ਜਾਵੇ ਪਰਮੇਸ਼ਰ ਦੀ ਨਜ਼ਰ ਵਿੱਚ ਦੋ ਤਰ੍ਹਾਂ ਦੇ ਲੋਕ ਨੇ। ਇੱਕ ਤਾਂ ਜੋ ਯਿਸੂ ਮਸੀਹ ਉੱਪਰ ਵਿਸ਼ਵਾਸ ਕਰਦੇ ਨੇ, ਇੱਕ ਜੋ ਯਿਸੂ ਮਸੀਹ ਉੱਪਰ ਵਿਸ਼ਵਾਸ ਨਹੀਂ ਕਰਦੇ। ਇੱਕ ਜੋ ਵਿਸ਼ਵਾਸ ਕਰਦੇ ਨੇ, ਇੱਕ ਜੋ ਵਿਸ਼ਵਾਸ ਨਹੀਂ ਕਰਦੇ। ਹੁਣ ਜੋ ਬੰਦਗੀ ਵਿੱਚ ਨਹੀਂ ਜਾਂਦਾ, ਜੋ ਯਿਸੂ ਮਸੀਹ ਦੀ ਬਾਈਬਲ ਨਹੀਂ ਪੜ੍ਹਦਾ, ਪ੍ਰਾਰਥਨਾ ਨਹੀਂ ਕਰਦਾ, ਆਪਾਂ ਨੂੰ ਕੀ ਕਹਿੰਦੇ ਆ ਕਿ ਵਿਸ਼ਵਾਸ ਨਹੀਂ ਕਰਦੇ। ਤੇ ਜੋ ਬੰਦਗੀ ਵਿੱਚ ਜਾਂਦਾ ਗਾ, ਜੋ ਬਾਈਬਲ ਪੜ੍ਹਦਾ ਗਾ, ਜੋ ਪ੍ਰਾਰਥਨਾ ਕਰਦਾ ਗਾ, ਜੋ ਵਰਤ ਰੱਖਦਾ ਗਾ, ਆਪਾਂ ਕੀ ਕਹਿੰਦੇ ਆ ਇਹ ਲੋਕ ਕੀ ਨੇ? ਇਹ ਵਿਸ਼ਵਾਸੀ ਲੋਕ ਨੇ। ਆਪਣਾ ਧਿਆਨ ਆਪਣੇ ਪਰਮੇਸ਼ਵਰ ਦੇ ਵਚਨ ਦੀ ਬਣਾਈ ਰੱਖੋ। ਪਰਮੇਸ਼ਵਰ ਅੱਜ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ। ਆਪਾਂ ਗੱਲ ਕਰੀਏ ਅਬਰਾਹਮ ਦੀ। ਅਬਰਾਹਮ ਨੂੰ ਜਦ ਪਰਮੇਸ਼ਵਰ ਨੇ ਬੁਲਾਇਆ ਕਿ ਅਬਰਾਹਮ ਆਪਣਾ ਦੇਸ਼ ਛੱਡ ਦੇ, ਆਪਣਾ ਘਰ ਛੱਡ ਦੇ, ਆਪਣੇ ਸਾਕ ਸੰਬੰਧੀ ਛੱਡ ਦੇ, ਔਰ ਜਿੱਥੇ ਮੈਂ ਤੈਨੂੰ ਕਹਿੰਦਾ ਉੱਥੇ ਚੱਲ, ਤਾਂ ਅਬਰਾਹਮ ਕੀ ਸੀਗਾ? ਆਪਣਾ ਸਭ ਕੁਝ ਛੱਡ ਕੇ ਉਸ ਪਰਮੇਸ਼ਵਰ ਦੇ ਪਿੱਛੇ ਚੱਲਣਾ ਸ਼ੁਰੂ ਕੀਤਾ। ਹੁਣ ਜੋ ਲੋਕ ਬਾਈਬਲ ਪੜ੍ਹਦੇ ਨੇ ਜਾਂ ਜਿਨ੍ਹਾਂ ਨੇ ਅਬਰਾਹਮ ਬਾਰੇ ਸੁਣਿਆ ਗਾ, ਉਹ ਸਾਰੇ ਜਾਣਦੇ ਨੇ ਕਿ ਅਬਰਾਹਮ 75 ਸਾਲ ਦਾ ਸੀ ਜਦ ਉਸਨੇ ਆਪਣਾ ਘਰ-ਬਾਰ ਛੱਡਿਆ, ਜਦ ਉਸਨੇ ਆਪਣਾ ਦੇਸ਼ ਛੱਡਿਆ, ਆਪਣੇ ਰਿਸ਼ਤੇਦਾਰ ਛੱਡੇ। ਹੁਣ 75 ਸਾਲ ਦੀ ਉਮਰ ਦੇ ਵਿੱਚ ਇੱਕ ਬਜ਼ੁਰਗ ਜਿਹਨੂੰ ਸਹਾਰੇ ਦੀ ਜ਼ਰੂਰਤ ਹੈ, ਜੋ ਕੋਈ ਕੰਮਕਾਰ ਨਹੀਂ ਕਰ ਸਕਦਾ, ਲੇਕਿਨ ਉਸ ਉਮਰ ਦੇ ਵਿੱਚ ਆ ਕੇ ਪਰਮੇਸ਼ਵਰ ਨੇ ਅਬਰਾਹਮ ਤੋਂ ਉਸਦਾ ਸਭ ਕੁਝ ਛੁਡਵਾ ਦਿੱਤਾ ਔਰ ਉਸਨੂੰ ਕਿਸੇ ਦੂਜੀ ਜਗ੍ਹਾ ਲੈ ਕੇ ਚਲਾ ਗਿਆ। ਹੁਣ ਉਸ ਤੋਂ ਬਾਅਦ ਦੇਖੋ
ਅਬਰਾਹਮ ਚੱਲਦਾ ਗਿਆ ਪਰਮੇਸ਼ਵਰ ਦੇ ਨਾਲ। ਲੇਕਿਨ ਅਬਰਾਹਮ ਨੂੰ ਪਰਮੇਸ਼ਵਰ ਨੇ ਗੱਲ ਕਹੀ ਸੀ ਕਿ ਅਬਰਾਹਮ ਤੈਨੂੰ ਮੈਂ ਇੱਕ ਵੱਡੀ ਕੌਮ ਬਣਾਵਾਂਗਾ, ਤੇਰੇ ਤੋਂ ਇੱਕ ਵੱਡੀ ਕੌਮ ਪੈਦਾ ਕਰਾਂਗਾ। ਜਦ ਕਿ ਅਬਰਾਹਮ ਦੇ ਕੋਲ ਕੋਈ ਵੀ ਅੰਸ਼ ਨਹੀਂ ਸੀ, ਕੋਈ ਵੀ ਬੱਚਾ ਨਹੀਂ ਸੀ। ਚਲੋ ਅਬਰਾਹਮ ਉਹਦੇ ਪਿੱਛੇ ਪਰਮੇਸ਼ਵਰ ਪਿੱਛੇ ਚੱਲਦਾ ਗਿਆ। ਲੇਕਿਨ ਜਦ ਉਹਦਾ 11 ਸਾਲ ਦਾ ਸਫ਼ਰ ਪੂਰਾ ਹੋ ਚੁੱਕਿਆ ਤਾਂ 10 ਸਾਲ ਦਾ ਸਫ਼ਰ ਪੂਰਾ ਹੋਣ ਦੇ ਵਿੱਚ ਫਿਰ ਉਸਨੇ ਦੇਖਿਆ ਮੇਰੇ ਲਈ ਕੋਈ ਬੱਚਾ ਨਹੀਂ ਹੈ। ਫਿਰ ਉਸਨੇ ਪਰਮੇਸ਼ਵਰ ਦੇ ਵਚਨ ਦੇ ਖਿਲਾਫ ਕੰਮ ਕੀਤਾ ਔਰ ਉਹ ਜੋ ਪਰਮੇਸ਼ਵਰ ਨੇ ਉਸਨੂੰ ਕਿਹਾ ਸੀਗਾ ਉਸ ਦੇ ਉੱਪਰ ਉਹਨੇ ਵਿਸ਼ਵਾਸ ਨਹੀਂ ਕੀਤਾ। ਲੇਕਿਨ ਫਿਰ ਆਪਣੀ ਸਮਝ ਦਾ ਸਹਾਰਾ ਲਿਆ, ਆਪਣੀ ਸੋਚ ਦੇ ਅਨੁਸਾਰ ਉਸਨੇ ਕੰਮ ਕੀਤਾ, ਉਸਨੂੰ ਬੱਚਾ ਮਿਲਿਆ। ਲੇਕਿਨ ਪਰਮੇਸ਼ਵਰ ਨੇ ਅਬਰਾਹਮ ਨੂੰ ਕਿਹਾ ਸੀਗਾ ਕਿ ਬੱਚਾ ਤੈਨੂੰ ਮੈਂ ਦੇਵਾਂਗਾ। ਲੇਕਿਨ ਉਸ ਤੋਂ ਬਾਅਦ ਕੀ ਹੋਇਆ ਕਿ ਅਬਰਾਹਮ 99 ਸਾਲ ਦਾ ਹੋ ਚੁੱਕਿਆ ਸੀਗਾ। ਪਰਮੇਸ਼ਵਰ ਨੇ ਇੱਕ ਵਾਰ ਫਿਰ ਗੱਲਬਾਤ ਕੀਤੀ, ਅਬਰਾਹਮ ਮੈਂ ਸਰਵ ਸ਼ਕਤੀਮਾਨ ਪਰਮੇਸ਼ਵਰ ਹਾਂ। ਸਰਵ ਸ਼ਕਤੀਮਾਨ ਮਤਲਬ ਕਿ ਮੈਂ ਸਭ ਕੁਝ ਕਰ ਸਕਦਾਗਾ, ਅਜਿਹਾ ਕੋਈ ਕੰਮ ਨਹੀਂ ਜੋ ਮੈਂ ਨਹੀਂ ਕਰ ਸਕਦਾ। ਪਰਮੇਸ਼ਵਰ ਨੇ ਅਬਰਾਹਮ ਨੂੰ ਕਿਹਾ ਕਿ ਸੰਪੂਰਨ ਹੋ ਤੇ ਮੇਰੇ ਸਨਮੁਖ ਚੱਲ। ਇਸ ਦਾ ਮਤਲਬ ਸੰਪੂਰਨ ਹੋਣ ਦੇ ਲਈ ਪਰਮੇਸ਼ਵਰ ਨੇ ਕਿਹਾ, ਕਿਉਂਕਿ ਅਬਰਾਹਮ ਚਾਹੇ ਪਰਮੇਸ਼ਵਰ ਦੇ ਉੱਪਰ ਵਿਸ਼ਵਾਸ ਕਰਦਾ ਸੀ, ਚਾਹੇ ਅਬਰਾਹਮ ਪਰਮੇਸ਼ਵਰ ਦੇ ਪਿੱਛੇ ਚੱਲਦਾ ਸੀਗਾ, ਲੇਕਿਨ ਉਹ ਕਿਤੇ ਨਾ ਕਿਤੇ ਅਧੂਰਾ ਸੀ। ਇਸ ਲਈ ਪਰਮੇਸ਼ਵਰ ਨੇ ਕੀ ਕਿਹਾ ਕਿ ਤੂੰ ਸੰਪੂਰਨ ਹੋ। ਔਰ ਦੇਖੋ ਜਦ ਅਬਰਾਹਮ ਨੇ ਆਪਣੇ ਆਪ ਨੂੰ ਸੰਪੂਰਨ ਕੀਤਾ ਤਾਂ ਅਗਲੇ ਹੀ ਸਾਲ ਪਰਮੇਸ਼ਵਰ ਨੇ ਉਸਨੂੰ ਇੱਕ ਬੱਚਾ ਦਿੱਤਾ। ਜਦ ਕਿ ਅਬਰਾਹਮ ਦੀ ਉਮਰ ਕਿੰਨੀ ਹੋ ਚੁੱਕੀ ਸੀ? 100 ਸਾਲ ਦੀ। 100 ਸਾਲ ਦੀ ਉਮਰ ਦੇ ਵਿੱਚ ਪਰਮੇਸ਼ਵਰ ਨੇ ਉਸਨੂੰ ਬੱਚਾ ਦਿੱਤਾ। ਹੁਣ ਦੇਖੋ ਪਰਮੇਸ਼ਵਰ ਨੇ ਉਸਨੂੰ ਇਹ ਨਹੀਂ ਕਿਹਾ ਬੱਚਾ ਦੇਣ ਤੋਂ ਬਾਅਦ ਕਿ ਇਹ ਕੀ ਹੈ, ਵਿਸ਼ਵਾਸੀਆਂ ਦਾ ਬਾਪ ਹੈ। ਸਾਰੇ ਬੋਲੋ ਹਾਲੇਲੂਇਆ। ਪਰਮੇਸ਼ਵਰ ਨੇ ਅਬਰਾਹਮ ਨੂੰ ਉਹਨੂੰ ਵਿਸ਼ਵਾਸੀਆਂ ਦਾ ਬਾਪ ਨਹੀਂ ਕਿਹਾ। ਇਸਹਾਕ ਸੀ ਜੋ ਉਸਦਾ ਬੇਟਾ, ਜੋ ਪਰਮੇਸ਼ਵਰ ਨੇ ਉਸਨੂੰ ਦਿੱਤਾ ਸੀਗਾ। ਥੋੜਾ ਜਵਾਨ ਹੋਇਆ, ਪਰਮੇਸ਼ਵਰ ਨੇ ਉਦੋਂ ਨਹੀਂ ਕਿਹਾ ਉਸਨੂੰ ਕਿ ਇਹ ਕੀ ਹੈ, ਵਿਸ਼ਵਾਸੀਆਂ ਦਾ ਬਾਪ ਹੈ। ਲੇਕਿਨ ਅੱਜ ਕੀ ਹੈ ਕਿ ਅੱਜ ਇਨਸਾਨ ਕੀ ਕਰਦਾਗਾ, ਇਸ ਮਸੀਹ ਦੇ ਉੱਪਰ ਵਿਸ਼ਵਾਸ ਕਰਦਾਗਾ ਔਰ ਉਸਨੂੰ ਲੱਗਦਾ ਕਿ ਮੈਂ ਕੀ ਹਾਂ, ਮੈਂ ਤਾਂ ਪਰਮੇਸ਼ਵਰ ਦਾ ਪੁੱਤਰ ਹਾਂ, ਮੈਂ ਤਾਂ ਪਰਮੇਸ਼ਵਰ ਦਾ ਬੇਟਾ ਗਾ। ਲੇਕਿਨ ਦੇਖਿਆ ਜਾਵੇ ਅਬਰਾਹਮ ਦਾ ਜੀਵਨ ਸੀਗਾ, ਉਸਨੂੰ ਪਰਮੇਸ਼ਵਰ ਨੇ ਨਹੀਂ ਕਿਹਾ ਕਿ ਤੂੰ ਵਿਸ਼ਵਾਸੀਆਂ ਦਾ ਬਾਪ ਹੈ। ਉਸਦਾ ਬੇਟਾ ਕਾਫੀ ਜਵਾਨ ਹੋ ਗਿਆ ਔਰ ਪਰਮੇਸ਼ਵਰ ਨੇ ਅਬਰਾਹਮ ਨਾਲ ਇੱਕ ਵਾਰ ਗੱਲਬਾਤ ਕੀਤੀ ਕਿ ਅਬਰਾਹਮ ਜਿਹੜੀ ਤੈਨੂੰ ਸਭ ਤੋਂ ਪਿਆਰੀ ਚੀਜ਼ ਹੈ ਉਹ ਕੀ ਕਰ, ਮੇਰੇ ਲਈ ਬਲੀ ਕਰ ਦੇ। ਹੁਣ ਦੇਖਿਆ ਜਾਵੇ ਅਬਰਾਹਮ ਨੂੰ 100 ਸਾਲ ਦੀ ਉਮਰ ਦੇ ਵਿੱਚ ਇੱਕ ਬੇਟਾ ਮਿਲਿਆਗਾ। ਅਬਰਾਹਮ ਕੋਈ ਇਦਾਂ ਦਾ ਇਨਸਾਨ ਨਹੀਂ ਸੀਗਾ ਕਿ ਉਹਦੇ ਲਈ ਕੋਈ ਸੋਨਾ ਚਾਂਦੀ ਨਹੀਂ ਹੈ, ਉਸ ਦੇ ਲਈ ਘਰ ਬਾਰ ਨਹੀਂ ਹੈ, ਉਸ ਦੇ ਲਈ ਐਸਾ ਕੁਝ ਨਹੀਂ ਹੈ। ਉਹ ਚਾਹੁੰਦਾ ਤਾਂ ਆਪਣੇ ਸਭ ਕੁਝ ਕਰ ਸਕਦਾ ਸੀਗਾ, ਕਿਉਂਕਿ ਉਸਦੇ ਘਰ ਦੇ ਵਿੱਚ ਕਾਫੀ ਨੌਕਰ ਚਾਕਰ ਸੀਗੇ। ਅਬਰਾਹਮ ਦੇ ਕੋਲ ਕਾਫੀ ਰੁਪਇਆ ਪੈਸਾ ਸੀਗਾ। ਆਪਾਂ ਬਾਈਬਲ ਦੇ ਵਿੱਚ ਦੇਖਦੇ ਹਾਂ, ਉਤਪਤ ਉਹਦਾ 13 ਅਧਿਆਏ ਉਹਦਾ 2 ਵਚਨ ਪੜੋ। ਅਬਰਾਹਮ ਡੰਗਰਾਂ ਔਰ ਸੋਨੇ ਚਾਂਦੀ ਵਿੱਚ ਵੱਡਾ ਧੰਨਵਾਨ ਵਾਲਾ ਸੀ। ਅਬਰਾਹਮ ਦੇਖੋ ਡੰਗਰਾਂ ਦੇ ਵਿੱਚ ਔਰ ਸੋਨੇ ਚਾਂਦੀ ਵਿੱਚ ਵੱਡਾ ਕੀ ਸੀਗਾ, ਧਨ ਮਾਲ ਵਾਲਾ ਸੀਗਾ। ਲੇਕਿਨ ਫਿਰ ਵੀ ਦੇਖੋ ਉਹ ਕਿੰਨਾ ਬਿਜ਼ੀ ਹੋਊਗਾ, ਲੇਕਿਨ ਫਿਰ ਵੀ ਉਹਦਾ ਰਿਸ਼ਤਾ ਦੇਖੋ ਪਰਮੇਸ਼ਵਰ ਦੇ ਨਾਲ ਕਿੰਨਾ ਸੋਹਣਾ ਬਣ ਚੁੱਕਿਆ ਸੀਗਾ। ਮਤਲਬ ਅਬਰਾਹਮ ਦੇ ਕੋਲ ਰੁਪਇਆ ਪੈਸਾ ਵੀ ਸੀ, ਅਬਰਾਹਮ ਦੇ ਕੋਲ ਨੌਕਰ ਚਾਕਰ ਵੀ ਸੀਗੇ, ਅਬਰਾਹਮ ਦੇ ਕੋਲ ਕੀ ਸੀਗਾ, ਕਾਰੋਬਾਰ ਵੀ ਸੀਗਾ, ਮਾਲ ਪਸ਼ੂ ਵੀ ਸੀਗੇ। ਲੇਕਿਨ ਕਿੰਨਾ ਬਿਜ਼ੀ ਹੋਊਗਾ ਉਹ। ਲੇਕਿਨ ਕਦੇ ਉਸਨੇ ਕਿਹਾ ਕਿ ਪਰਮੇਸ਼ਵਰ ਅੱਜ ਮਤਲਬ ਸਮਾਂ ਨਹੀਂ ਹੈ, ਅੱਜ ਮੈਂ ਤੁਹਾਡੇ ਨਾਲ ਸੰਗਤੀ ਨਹੀਂ ਕਰ ਸਕਦਾ। ਲੇਕਿਨ ਦੇਖਿਆ ਜਾਵੇ ਤਾਂ ਅਬਰਾਹਮ ਪਰਮੇਸ਼ਵਰ ਦੇ ਨਾਲ ਵਫਾਦਾਰੀ ਨਾਲ ਚੱਲਦਾ ਰਿਹਾ। ਅੱਜ ਲੋਕਾਂ ਦਾ ਬਹਾਨਾ ਗਾ ਕਿ ਮੇਰਾ ਕਾਰੋਬਾਰ ਫੈਲ ਚੁੱਕਿਆ ਗਾ। ਪਹਿਲਾਂ ਮੈਂ ਜਦ ਮਸੀਹ ਦੇ ਵਿੱਚ ਨਹੀਂ ਸੀਗਾ ਤਾਂ ਮੇਰਾ ਕੰਮਕਾਰ ਨਹੀਂ ਸਹੀ ਚੱਲਦਾ ਸੀਗਾ, ਲੇਕਿਨ ਜਦ ਤੱਕ ਮੈਂ ਮਸੀਹ ਦੇ ਵਿੱਚ ਆ ਗਿਆ ਪਰਮੇਸ਼ਵਰ ਨੇ ਮੇਰਾ ਕਾਰੋਬਾਰ ਸਹੀ ਕੀਤਾ ਗਾ। ਹੁਣ ਮੈਂ ਇੰਨਾ ਬਿਜ਼ੀ ਹੋ ਚੁੱਕਿਆ ਗਾ ਕਿ ਹੁਣ ਤਾਂ ਮੈਨੂੰ ਟਾਈਮ ਨਹੀਂ ਮਿਲਦਾ, ਪ੍ਰਾਰਥਨਾ ਕਰਨ ਦਾ ਟਾਈਮ ਨਹੀਂ ਮਿਲਦਾ, ਬਾਈਬਲ ਪੜ੍ਹਨ ਦਾ ਟਾਈਮ ਨਹੀਂ ਮਿਲਦਾ ਮੈਨੂੰ, ਤੇ ਮੈਨੂੰ ਸੰਗਤੀ ਵਿੱਚ ਜਾਣ ਦਾ ਟਾਈਮ ਨਹੀਂ ਮਿਲਦਾ। ਕੀ ਪਰਮੇਸ਼ਵਰ ਅਸੀਂ ਆਸ਼ੀਸ਼ ਦਿੰਦਾ ਕਿਸੇ ਨੂੰ ਕਿ ਉਹ ਪਰਮੇਸ਼ਵਰ ਤੋਂ ਦੂਰ ਹੋ ਜਾਏ? ਲੇਕਿਨ ਅਬਰਾਹਮ ਦੇ ਜੀਵਨ ਦੇ ਵਿੱਚ ਸਭ ਕੁਝ ਸੀਗਾ। ਉਸਦੇ ਕੋਲ ਰੁਪਇਆ ਪੈਸਾ ਸੀਗਾ, ਸੋਨਾ ਚਾਂਦੀ ਸੀਗਾ, ਮਾਲ ਪਸ਼ੂ ਸੀਗਾ, ਲੇਕਿਨ ਫਿਰ ਵੀ ਅਬਰਾਹਮ ਦੇਖੋ ਪਰਮੇਸ਼ਵਰ ਦੇ ਪਿੱਛੇ ਚੱਲ ਰਿਹਾ ਗਾ।
ਕਿਉਂ? ਕਿਉਂਕਿ ਪਰਮੇਸ਼ਵਰ ਨੂੰ ਜਾਣ ਚੁੱਕਿਆ ਸੀਗਾ ਕਿ ਪਰਮੇਸ਼ਵਰ ਕੀ ਹੈ? ਸਰਵ ਸ਼ਕਤੀਮਾਨ ਪਰਮੇਸ਼ਵਰ ਹੈ। ਪਰ ਜਦ ਪਰਮੇਸ਼ਵਰ ਨੇ ਅਬਰਾਹਮ ਨੂੰ ਕਿਹਾ ਸੀਗਾ, ਅਬਰਾਹਮ ਜਿਹੜੀ ਤੈਨੂੰ ਸਭ ਤੋਂ ਪਿਆਰੀ ਚੀਜ਼ ਹੈ ਉਸ ਨੂੰ ਕੀ ਕਰਦੇ? ਮੇਰੇ ਲਈ ਬਲੀ ਕਰਦੇ। ਤੇ ਅਬਰਾਹਮ ਦੇ ਲਈ ਕਿਹੜੀ ਚੀਜ਼ ਸਭ ਤੋਂ ਪਿਆਰੀ ਹੋ ਸਕਦੀ ਹੈ? ਉਸ ਦਾ ਬੇਟਾ ਹੀ ਸੀਗਾ। ਔਰ ਪਰਮੇਸ਼ਵਰ ਨੇ ਕੀ ਕਿਹਾ? ਪਰਮੇਸ਼ਵਰ ਤਾਂ ਜਾਣਦਾ ਸੀ ਚੰਗੀ ਤਰ੍ਹਾਂ ਕਿ ਅਬਰਾਹਮ ਦੇ ਲਈ ਸਭ ਤੋਂ ਪਿਆਰੀ ਚੀਜ਼ ਕਿਹੜੀ ਹੈ। ਤੇ ਪਰਮੇਸ਼ਵਰ ਨੇ ਅਬਰਾਹਮ ਨੂੰ ਕਿਹਾ, ਅਬਰਾਹਮ ਤੇਰਾ ਜੋ ਬੇਟਾ ਗਾ ਉਸ ਨੂੰ ਕੀ ਕਰ? ਉਸ ਨੂੰ ਬਲੀ ਕਰ ਦੇ। ਤੇ ਅਬਰਾਹਮ ਨੇ ਪਰਮੇਸ਼ਵਰ ਨੂੰ ਕੋਈ ਵੀ ਸਵਾਲ ਨਹੀਂ ਕੀਤਾ। ਬਹੁਤ ਧਿਆਨ ਨਾਲ ਬਚਨ ਨੂੰ ਸੁਣਿਓ। ਅੱਜ ਪਰਮੇਸ਼ਵਰ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ। ਅਗਰ ਤੁਸੀਂ ਆਪਣਾ ਸਮਾਂ ਛੱਡ ਕੇ ਆਏ ਹੋ, ਘਰ ਬਾਹਰ ਛੱਡ ਕੇ ਆਏ ਹੋ, ਤਾਂ ਅੱਜ ਆਪਾਂ ਇਸ ਤਰ੍ਹਾਂ ਨਹੀਂ ਜਾਣਾ। ਅੱਜ ਪਰਮੇਸ਼ਵਰ ਸਾਡੇ ਨਾਲ ਕੀ ਗੱਲਬਾਤ ਕਰਨਾ ਚਾਹੁੰਦੇ ਨੇ ਉਸ ਨੂੰ ਸੁਣੋ। ਉਸ ਨੂੰ ਸੁਣੋ ਕਿ ਪਰਮੇਸ਼ਵਰ ਸਾਨੂੰ ਕੀ ਦੱਸਣਾ ਚਾਹੁੰਦੇ ਨੇ। ਜਦ ਪਰਮੇਸ਼ਵਰ ਨੇ ਅਬਰਾਹਮ ਨੂੰ ਕਿਹਾ ਕਿ ਆਪਣੇ ਬੇਟੇ ਨੂੰ ਮੇਰੇ ਲਈ ਬਲੀ ਕਰ ਦੇ, ਆਪਣੇ ਬੇਟੇ ਨੂੰ ਮੇਰੇ ਲਈ ਕੀ ਕਰਦੇ? ਬਲੀ ਕਰ ਦੇ। ਤਾਂ ਅਬਰਾਹਮ ਡਰਿਆ ਨਹੀਂ, ਅਬਰਾਹਮ ਘਬਰਾਇਆ ਨਹੀਂ। ਅੱਜ ਦੇਖੋ, ਅੱਜ ਅਗਰ ਪਰਮੇਸ਼ਵਰ ਕਿਸ ਨੂੰ ਕਹਿ ਦੇਵੇ, ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਅੱਜ ਅਗਰ ਕਿਸੇ ਇਨਸਾਨ ਨੂੰ ਪਰਮੇਸ਼ਵਰ ਕਹਿ ਦੇਵੇ ਕਿ ਜਿਹੜੀ ਤੈਨੂੰ ਸਭ ਤੋਂ ਪਿਆਰੀ ਚੀਜ਼ ਹੈ ਉਹ ਤੂੰ ਬਲੀ ਕਰ ਦੇ, ਤਾਂ ਅੱਜ ਸਾਨੂੰ ਸਭ ਤੋਂ ਪਿਆਰਾ ਕੀ ਹੈ? ਅੱਜ ਇਨਸਾਨ ਨੂੰ ਮੋਬਾਈਲ ਸਭ ਤੋਂ ਪਿਆਰਾ ਹੈ ਜਾਂ ਨਹੀਂ ਹੈ? ਅੱਜ ਲੋਕਾਂ ਨੂੰ ਇੰਨੀ ਪਤਨੀ ਪਿਆਰੀ ਨਹੀਂ ਹੈ, ਇੰਨੇ ਬੱਚੇ ਪਿਆਰੇ ਨਹੀਂ। ਅੱਜ ਕੀ ਪਿਆਰਾ ਹੈਗਾ? ਮੋਬਾਈਲ। ਹੁਣ ਦੇਖਿਓ, ਕਿਸੇ ਨੂੰ ਫੋਨ ਆ ਜੇ ਤੇ ਭੱਜ ਕੇ ਬਾਹਰ ਚਲਾ ਜਾਊਗਾ। ਚਲੋ ਇੱਥੇ ਆਪਣਾ ਠੀਕ ਹੈ, ਇੱਥੇ ਬੰਦ ਕੀਤਾ ਹੋਇਆ ਆਪਾਂ ਨੇ, ਲੇਕਿਨ ਵੱਡੀ ਵੱਡੀ ਬੰਦਗੀਆਂ ਵਿੱਚ ਏਦਾਂ ਹੁੰਦਾ ਹੈਗਾ। ਪਾਸਟਰ ਲੋਕਾਂ ਨੂੰ ਏਦਾਂ ਹੀ ਹੈ। ਪਾਸਟਰ ਨੂੰ ਸੰਗਤ ਦੇ ਲੋਕ ਪਿਆਰੇ ਨਹੀਂ, ਉਹਨੂੰ ਵੀ ਕੀ ਨੇ? ਮੋਬਾਈਲ ਪਿਆਰੇ ਨੇ। ਉਹ ਵੀ ਬੈਠਾ ਫਿਰ ਸੁਣ ਲੈਂਦਾ ਹੈਗਾ, ਬਾਅਦ ਚ ਕਰੀ ਗੱਲ ਮੇਰੇ ਨਾਲ। ਅਗਰ ਅੱਜ ਪਰਮੇਸ਼ਵਰ ਕਿਸ ਨੂੰ ਕਹੇ ਵੀ ਜਿਹੜੀ ਤੈਨੂੰ ਸਭ ਤੋਂ ਪਿਆਰੀ ਚੀਜ਼ ਹੈ ਉਹਨੂੰ ਕੀ ਕਰਦੇ? ਉਹਨੂੰ ਬੰਦ ਕਰਦੇ, ਉਹਨੂੰ ਬੰਦ ਕਰਦੇ। ਤੇ ਉਹਦੇ ਕੋਲ ਬੰਦ ਹੁੰਦਾ ਹੀ ਨਹੀਂ। ਕਿਉਂ? ਕਿਉਂਕਿ ਮੋਬਾਈਲ ਕੀ ਅੱਜ ਇਨਸਾਨ ਦੇ ਜੀਵਨ ਦੇ ਵਿੱਚ ਸਭ ਤੋਂ ਜ਼ਿਆਦਾ ਅਹਿਮੀਅਤ ਰੱਖਦਾ ਹੈਗਾ। ਇਨਸਾਨ ਚਾਹੇ ਘਰੋਂ 10 ਕਿਲੋਮੀਟਰ ਚਲਾ ਜਾਏ ਬਾਹਰ, ਇਨਸਾਨ 10 ਕਿਲੋਮੀਟਰ ਘਰੋਂ ਬਾਹਰ ਚਲਾ ਜਾਏ, ਉਹਨੂੰ ਪਤਾ ਲੱਗ ਜਾਏ ਮੇਰਾ ਮੋਬਾਈਲ ਤਾਂ ਘਰੇ ਹੈ, ਉਹ ਭੱਜ ਕੇ ਪਿੱਛੇ ਆਊ ਮੋਬਾਈਲ ਚੱਕਣ ਦੇ ਲਈ। ਬਾਕੀ ਜੋ ਮਰਜ਼ੀ ਚੀਜ਼ ਪੈ ਜੇ ਕਰੇ, ਪਰ ਬਾਅਦ 'ਚ ਕਰ ਲਾਂਗੇ ਗੱਲ, ਕੋਈ ਬਾਤ ਨਹੀਂ। ਲੇਕਿਨ ਸਹੀ ਦੇ ਵਿੱਚ ਅੱਜ ਕੀ ਹੈ? ਇਨਸਾਨ ਨੂੰ ਇੱਕ ਮੋਬਾਈਲ ਪਿਆਰਾ ਹੈਗਾ। ਕਈ ਵਾਰ ਇਨਸਾਨ ਬੰਦਗੀ ਵਿੱਚ ਆਉਂਦਾ ਹੋਵੇ ਤੇ ਪਤਾ ਲੱਗ ਜਾਏ ਕਿ ਮੋਬਾਈਲ ਭੁੱਲ ਗਿਆ ਮੱਥੇ ਘਰੇ, ਫਿਰ ਉਹ ਪਿੱਛੇ ਮੁੜ ਜੂ, ਪਹਿਲਾਂ ਮੋਬਾਈਲ ਚੱਕ ਕੇ ਲੈ ਕੇ ਆਓ। ਜਦ ਕਿ ਉਹਨੂੰ ਪਤਾ ਬੰਦਗੀ ਵਿੱਚ ਜਗ ਮੇਂ ਇਸਤੇਮਾਲ ਨਹੀਂ ਕਰਨਾ। ਚਲੋ, ਅਬਰਾਹਮ ਨੂੰ ਪਰਮੇਸ਼ਵਰ ਨੇ ਕਿਹਾ ਆਪਣੇ ਬੇਟੇ ਦਾ ਕੀ ਕਰਦੇ? ਬਲੀ ਕਰਦੇ। ਤੇ ਅਬਰਾਹਮ ਡਰਿਆ ਨਹੀਂ, ਘਬਰਾਇਆ ਨਹੀਂ। ਤਾਂ ਉਸਨੇ ਕੀ ਕੀਤਾ? ਆਪਣੇ ਬੇਟੇ ਨੂੰ ਦੇਖਿਆ ਤਾਂ ਉਸਦਾ ਬੇਟਾ ਕੋਈ ਛੋਟਾ ਨਹੀਂ ਸੀਗਾ, ਉਸਦਾ ਬੇਟਾ ਕਾਫੀ ਜਵਾਨ ਸੀਗਾ। ਔਰ ਅਬਰਾਹਮ ਨੇ ਆਪਣੀ ਪਤਨੀ ਨਾਲ ਗੱਲ ਨਹੀਂ ਕੀਤੀ, ਆਪਣੀ ਪਤਨੀ ਨਾਲ ਗੱਲ ਨਹੀਂ ਕੀਤੀ। ਕਿਉਂ ਨਹੀਂ ਗੱਲ ਕੀਤੀ? ਕਿਉਂਕਿ ਹੋ ਸਕਦਾ ਉਸਦੀ ਪਤਨੀ ਉਸਨੂੰ ਕਹਿ ਦੇਵੇ, ਇਹ ਤੂੰ ਕੀ ਕਰਨ ਵਾਲਾ ਗਾ? ਇੱਕੋ ਇੱਕ ਤਾਂ ਬੇਟਾ ਗਾ, ਔਰ ਜਿਹੜਾ ਮੈਨੂੰ 90 ਸਾਲ ਦੀ ਉਮਰ ਦੇ ਵਿੱਚ ਮਿਲਿਆਗਾ। ਆਪਣੇ ਰੱਬ ਨੂੰ ਕੋਈ ਹੋਰ ਚੀਜ਼ ਦੇ ਦੇ, ਉਸਨੂੰ ਰੁਪਇਆ ਪੈਸਾ ਦੇ ਦੇ, ਉਸਨੂੰ ਸੋਨਾ ਚਾਂਦੀ ਦੇ ਦੇ, ਹੋਰ ਭੇਡ ਬੱਕਰੀ ਦੇ ਦੇ। ਉਸਨੇ ਆਪਣੀ ਪਤਨੀ ਨਾਲ ਗੱਲ ਨਹੀਂ ਕੀਤੀ। ਅਬਰਾਹਮ ਨੇ ਕਿਸੇ ਨਾਲ ਵੀ ਗੱਲ ਨਹੀਂ ਕੀਤੀ, ਇੱਥੋਂ ਤੱਕ ਆਪਣੇ ਬੇਟੇ ਨਾਲ ਗੱਲ ਵੀ ਨਹੀਂ ਕੀਤੀ। ਲੇਕਿਨ ਅਬਰਾਹਮ ਕੀ ਸੀਗਾ? ਇੱਕ ਆਨੰਦ ਨਾਲ ਭਰਿਆ ਹੋਇਆ ਸੀਗਾ, ਇੱਕ ਖੁਸ਼ੀ ਨਾਲ ਭਰਿਆ ਹੋਇਆ ਸੀਗਾ। ਅਬਰਾਹਮ ਚਾਹੁੰਦਾ ਤਾਂ ਉਸੇ ਘੜੀ ਗੋਡਿਆਂ ਦੇ ਭਾਰ ਬੈਠ ਜਾਂਦਾ ਔਰ ਰੋ ਰੋ ਕੇ ਪ੍ਰਾਰਥਨਾ ਕਰਦਾ, ਹੇ ਪਰਮੇਸ਼ਵਰ, ਮੇਰੇ ਤੋਂ ਕੀ ਮੰਗ ਲਿਆ ਤੈਂ? ਪਰਮੇਸ਼ਵਰ, ਅਗਰ ਮੈਨੂੰ ਬੇਟਾ ਦੇਣਾ ਹੀ ਸੀਗਾ, ਉਸ ਤੋਂ ਬਾਅਦ ਇਸਦੀ ਬਲੀ ਲੈਣੀ ਸੀ, ਫਿਰ ਮੈਨੂੰ ਨਾ ਹੀ ਦਿੰਦਾ। ਮਤਲਬ ਕੋਈ ਵੀ ਉਸਨੇ ਪਰਮੇਸ਼ਵਰ ਦੇ ਉੱਪਰ ਐਸੀ ਗੱਲ ਨਹੀਂ ਕੀਤੀ। ਕਿਉਂਕਿ ਅਬਰਾਹਮ ਜੋ ਵਿਸ਼ਵਾਸੀਆਂ ਦਾ ਬਾਪ ਬਣਿਆਗਾ, ਉਹ ਇਸੇ ਤਰ੍ਹਾਂ ਵਿਸ਼ਵਾਸੀਆਂ ਦਾ ਬਾਪ ਨਹੀਂ ਬਣਿਆ। ਅੱਜ ਅਬਰਾਹਮ ਦਾ ਨਾਮ ਬਾਈਬਲ ਦੇ ਵਿੱਚ ਦਰਜ ਹੈ, ਔਰ ਜਦ ਵੀ ਅਬਰਾਹਮ ਦਾ ਜ਼ਿਕਰ ਕੀਤਾ ਜਾਂਦਾਗਾ ਤਾਂ ਉਸਨੂੰ ਕੀ ਕਿਹਾ ਜਾਂਦਾਗਾ ਕਿ ਅਬਰਾਹਮ ਕੀ ਹੈ? ਵਿਸ਼ਵਾਸੀਆਂ ਦਾ ਬਾਪ ਹੈ। ਔਰ ਵਿਸ਼ਵਾਸੀਆਂ ਦਾ ਬਾਪ ਬਣਨਾ ਕੋਈ ਆਮ ਜਿਹੀ ਗੱਲ ਨਹੀਂ ਹੈ। ਅੱਜ ਪੂਰੇ ਵਰਲਡ ਦੇ ਵਿੱਚ ਜਿੰਨੇ ਵੀ ਲੋਕ ਪ੍ਰਭੂ ਯਿਸੂ ਮਸੀਹ ਉੱਪਰ ਵਿਸ਼ਵਾਸ ਕਰਦੇ ਨੇ, ਜਿੰਨੇ ਵੀ ਲੋਕ ਪ੍ਰਭੂ ਯਿਸੂ ਮਸੀਹ ਉੱਪਰ ਵਿਸ਼ਵਾਸ ਕਰਦੇ ਨੇ, ਸਾਰਿਆਂ ਦਾ ਵਿਸ਼ਵਾਸ ਦੇ ਵਿੱਚ ਬਾਪ ਕੌਣ ਹੈ? ਉਹ ਤਾਂ ਅਬਰਾਹਮ ਹੈ। ਏਲੀਆ ਦੇਖੋ, ਉਹ ਜਿਉਂਦਾ ਚਲਾ ਗਿਆ, ਜਿਉਂਦਾ ਉਠਾ ਲਿਆ ਗਿਆ, ਉਹ ਵੀ ਬਾਪ ਨਹੀਂ ਹੈ। ਮੂਸਾ ਦੇਖੋ, ਜਿਸਨੇ ਲਾਲ ਸਮੁੰਦਰ ਦੇ 2 ਹਿੱਸੇ ਕੀਤੇ। ਯਹੋਸ਼ੂਆ ਦੇਖੋ, ਜਿਸਨੇ ਪਾਣੀ ਦਾ ਢੇਰ ਲਗਾ ਦਿੱਤਾ। ਲੇਕਿਨ ਇਹਨਾਂ ਦੇ ਵਿੱਚੋਂ ਕੋਈ ਵੀ
ਉਹ ਵਿਸ਼ਵਾਸੀਆਂ ਦਾ ਬਾਪ ਨਹੀਂ ਕਹਿਲਾਇਆ। ਸੰਤ ਪੌਲਸ ਦੇਖੋ ਕਿੰਨਾ ਦੁੱਖ ਸਹਿਨ ਕੀਤਾ। ਪਤਰਸ ਦੇਖੋ ਜਿਸ ਦੇ ਉੱਪਰ ਪ੍ਰਭੂ ਯਿਸੂ ਮਸੀਹ ਖੁਦ ਕਹਿੰਦੇ ਨੇ ਕਿ ਮੈਂ ਪਤਰਸ ਉੱਪਰ ਮੇਰੀ ਕਲੀਸਿਆ ਬਣਾਵਾਂਗਾ। ਲੇਕਿਨ ਸਭ ਤੋਂ ਵੱਡੀ ਗੱਲ ਅਬਰਾਹਮ ਦੀ ਹੋਈ, ਅਬਰਾਹਮ ਦੇ ਵਿਸ਼ਵਾਸ ਦੀ ਗੱਲ ਹੋਈ ਕਿ ਅਬਰਾਹਮ ਕੀ ਹੈ? ਉਹ ਤਾਂ ਵਿਸ਼ਵਾਸੀਆਂ ਦਾ ਬਾਪ ਹੈ। ਵਿਸ਼ਵਾਸੀਆਂ ਦਾ ਬਾਪ ਉਹ ਇਸੇ ਤਰ੍ਹਾਂ ਨਹੀਂ ਕਹਿਲਾਇਆ। ਜਦ ਪਰਮੇਸ਼ਵਰ ਨੇ ਅਬਰਾਹਮ ਨੂੰ ਕਿਹਾ ਕਿ ਆਪਣੇ ਬੇਟੇ ਨੂੰ ਕੀ ਕਰ, ਮੇਰੇ ਲਈ ਬਲੀ ਕਰ ਦੇ। ਔਰ ਪੜਾਂਗੇ ਆਪਾਂ ਬਾਈਬਲ ਦੇ ਵਿੱਚ ਉਤਪਤ ਉਹਦਾ 22 ਅਧਿਆਇ ਉਹਦਾ 3 ਵਚਨ ਪੜੋ। ਤਦ ਅਬਰਾਹਮ ਨੇ ਤੜਕੇ ਉੱਠ ਕੇ ਆਪਣੇ ਗਧੇ ਉੱਤੇ ਪਲਾਣਾ ਕੱਸਿਆ ਔਰ ਆਪਣੇ 2 ਜਵਾਨ ਔਰ ਆਪਣੇ ਪੁੱਤਰ ਇਸਹਾਕ ਨੂੰ ਨਾਲ ਲਿਆ ਔਰ ਹੋਮ ਦੀ ਬਲੀ ਲਈ ਲੱਕੜੀਆਂ ਚੀਰੀਆਂ ਔਰ ਉੱਠ ਕੇ ਉਸ ਥਾਂ ਨੂੰ ਤੁਰ ਪਿਆ ਜਿਹੜੀ ਪਰਮੇਸ਼ਰ ਨੇ ਉਸ ਨੂੰ ਦੱਸੀ ਸੀ। ਸਾਰੇ ਬੋਲੋ ਹਾਲੇਲੂਇਆ। ਬਾਈਬਲ ਦੇ ਵਿੱਚ ਲਿਖਿਆ ਕਿ ਅਬਰਾਹਮ ਕਦੋਂ ਉੱਠਿਆ? ਅਬਰਾਹਮ ਕਦੋਂ ਉੱਠਿਆ? ਤੜਕੇ ਉੱਠਿਆ। ਔਰ ਉੱਠਿਆ ਤੜਕੇ, ਇਹਦਾ ਮਤਲਬ ਕਿ ਰਾਤ ਨੂੰ ਚੰਗੀ ਤਰ੍ਹਾਂ ਸੁੱਤਾ ਹੋਊਗਾ, ਤਾਂ ਹੀ ਤਾਂ ਉਹ ਸਵੇਰੇ ਉੱਠਿਆਗਾ। ਇਹਦਾ ਮਤਲਬ ਕਿ ਅਬਰਾਹਮ ਨੂੰ ਕੋਈ ਵੀ ਫਿਕਰ ਨਹੀਂ, ਅਬਰਾਹਮ ਨੂੰ ਕੋਈ ਵੀ ਚਿੰਤਾ ਨਹੀਂ। ਅਬਰਾਹਮ ਆਪਣੀ ਨੀਂਦ ਸੁੱਤਾ ਰਿਹਾ। ਔਰ ਸਵੇਰੇ ਕੀ ਕੀਤਾ? ਉਹ ਸਾਜਰੇ ਉੱਠਿਆ, ਜਲਦੀ ਉੱਠਿਆ। ਅਬਰਾਹਮ ਨੇ ਇਹ ਨਹੀਂ ਕਿਹਾ ਆਪਣੇ ਨੌਕਰਾਂ ਨੂੰ ਕਿ ਜਾਓ ਜਾ ਕੇ ਲੱਕੜੀਆਂ ਕੱਟ ਕੇ ਲਿਆਓ, ਮੈਂ ਬਲੀ ਲਈ ਜਾਣਾਗਾ। ਅਬਰਾਹਮ ਨੇ ਨਹੀਂ ਕਿਹਾ। ਲੱਕੜੀਆਂ ਚੀਰਨ ਦੇ ਲਈ ਕੌਣ ਗਿਆ? ਖੁਦ ਅਬਰਾਹਮ। ਹੁਣ ਦੇਖੋ ਅਬਰਾਹਮ ਦੇ ਘਰ ਦੇ ਵਿੱਚ ਕਿੰਨੇ ਨੌਕਰ ਚਾਕਰ ਸੀਗੇ, ਉਹ ਤਾਂ ਕਿਸੇ ਨੂੰ ਵੀ ਕਹਿ ਦਿੰਦਾ। ਲੇਕਿਨ ਅਬਰਾਹਮ ਨੇ ਕੀ ਕੀਤਾ? ਖੁਦ ਕੰਮ ਕੀਤਾ। ਕਿਉਂ ਕੀਤਾ? ਕਿਉਂਕਿ ਅਬਰਾਹਮ ਨੂੰ ਇਦਾਂ ਸੀਗਾ, ਅਗਰ ਮੈਂ ਕਿਸੇ ਨੌਕਰ ਨੂੰ ਕਹਿਤਾ, ਹੋ ਸਕਦਾ ਵੀ ਮੇਰਾ ਨੌਕਰ ਲੇਟ ਕਰ ਦੇਵੇ ਕੰਮ ਨੂੰ, ਹੋ ਸਕਦਾ ਮੇਰਾ ਨੌਕਰ ਆਪਸਪਨਾ ਵਰਤਣ ਲੱਗ ਜਾਏ, ਹੋ ਸਕਦਾ ਮੇਰਾ ਜੋ ਨੌਕਰ ਹੈ ਜਿਸ ਨੂੰ ਮੈਂ ਭੇਜਾਂ ਉਹ ਸੁਸਤੀ ਵਰਤੇ, ਲਾਪਰਵਾਹੀ ਕਰੇ। ਲੇਕਿਨ ਅਬਰਾਹਮ ਸਵੇਰੇ ਸਾਜਰੇ ਉੱਠਿਆ। ਔਰ ਜਦੋਂ ਉੱਠਿਆ, ਕਦ ਨਾਲ ਉੱਠਿਆ? ਪੂਰੇ ਆਨੰਦ ਨਾਲ ਉੱਠਿਆ। ਹਾਂ, ਪੂਰੇ ਆਨੰਦ ਨਾਲ ਉੱਠਿਆ। ਕਾਹਦੇ ਲਈ? ਕਿਉਂਕਿ ਮੈਂ ਕੀ ਕਰਨਾ ਅੱਜ? ਆਪਣੇ ਬੇਟੇ ਨੂੰ ਬਲੀਦਾਨ ਕਰਨ ਦੇ ਲਈ ਜਾਣਾਗਾ। ਇਸ ਲਈ ਉਸਨੇ ਕੀ ਕੀਤਾ? ਲੱਕੜੀਆਂ ਨੂੰ ਕੱਟਿਆ, ਆਪਣੇ ਨਾਲ ਨੌਕਰਾਂ ਨੂੰ ਲਿਆ ਔਰ ਲੱਕੜੀਆਂ ਕੱਟ ਕੇ ਉਹ ਚਲਾ ਗਿਆ। ਹੁਣ ਦੇਖੋ ਜੋ ਸਫ਼ਰ ਸੀਗਾ ਉਹ 3 ਦਿਨ ਦਾ ਸਫ਼ਰ ਸੀਗਾ। ਹੁਣ 3 ਦਿਨਾਂ ਦੇ ਵਿੱਚ ਵੀ ਦੇਖੋ, ਇੱਕ ਦਿਨ ਨਿਕਲ ਗਿਆ, 2 ਦਿਨ ਨਿਕਲ ਗਏ, ਤੀਜੇ ਦਿਨ ਵੀ ਚਲਾ ਗਿਆ। ਪਰਮੇਸ਼ਵਰ ਨੇ ਨਹੀਂ ਕਿਹਾ ਕਿ ਅਬਰਾਹਮ ਚਲਾ ਜਾ ਪਿੱਛੇ, ਮੈਂ ਦੇਖ ਲਿਆ ਤੈਨੂੰ, ਤੂੰ ਆਪਣੇ ਬੇਟੇ ਤੋਂ ਵੱਧ ਕੇ ਮੈਨੂੰ ਪਿਆਰ ਕਰਦਾਗਾ। ਨਹੀਂ, ਪਰਮੇਸ਼ਵਰ ਨੇ ਕਿਹਾ। ਜਦ ਅਬਰਾਹਮ ਨੇ ਲੱਕੜੀਆਂ ਕੱਟੀਆਂ, ਰਸਤੇ ਵਿੱਚ ਜਾਣਾ ਸ਼ੁਰੂ ਕੀਤਾ, ਉਸ ਮੰਜ਼ਿਲ ਤੱਕ ਪਹੁੰਚਿਆ, ਪਰਮੇਸ਼ਵਰ ਨੇ ਨਹੀਂ ਕਿਹਾ ਕਿ ਅਬਰਾਹਮ ਤੂੰ ਵਿਸ਼ਵਾਸੀਆਂ ਦਾ ਬਾਪ ਹੈ, ਨਹੀਂ ਕਿਹਾ। ਉਸ ਤੋਂ ਬਾਅਦ ਕੀ ਹੋਇਆ ਕਿ ਉਹ ਚਲਦੇ ਗਏ। ਜਦ ਉਸ ਜਗ੍ਹਾ ਤੇ ਪਹੁੰਚੇ ਤਾਂ ਰਸਤੇ ਵਿੱਚ ਉਸਦੇ ਬੇਟੇ ਨੇ ਪੁੱਛਿਆ ਕਿ ਅੱਬਾ, ਪਿਤਾ, ਪਾਪਾ, ਆਪਣੇ ਕੋਲ ਲੱਕੜੀਆਂ ਵੀ ਹਨ, ਅੱਗ ਵੀ ਹੈ, ਛੁਰੀ ਵੀ ਹੈ, ਲੇਕਿਨ ਆਪਣੇ ਕੋਲ ਬਲੀ ਲਈ ਕੋਈ ਐਸਾ ਲੇਲਾ ਨਹੀਂ ਹੈ ਜਿਸ ਦੀ ਆਪਾਂ ਬਲੀ ਦੇਣੀ ਹੈ। ਲੇਕਿਨ ਅਬਰਾਹਮ ਨੇ ਕੀ ਕਿਹਾ? ਕੋਈ ਬਾਤ ਨਹੀਂ, ਉਹ ਪਰਮੇਸ਼ਵਰ ਖੁਦ ਇੰਤਜ਼ਾਮ ਕਰੇਗਾ। ਲੇਕਿਨ ਇੱਕ ਆਨੰਦ ਸੀ ਕਿਹਦੇ ਅੰਦਰ? ਅਬਰਾਹਮ ਦੇ ਅੰਦਰ। ਇੱਕ ਉਹ ਖੁਸ਼ੀ ਸੀ ਪਰਮੇਸ਼ਵਰ ਦੇ ਵੱਲੋਂ ਅਬਰਾਹਮ ਦੇ ਅੰਦਰ। ਕਿਉਂ? ਕਿਉਂਕਿ ਪਰਮੇਸ਼ਵਰ ਨੇ ਜੋ ਕਿਹਾ ਸੀ ਅਬਰਾਹਮ ਨੂੰ ਕਿ ਅਬਰਾਹਮ, ਜਿਹੜੀ ਤੇਰੀ ਅੰਸ਼ ਹੈ ਉਹ ਕਿੱਥੋਂ ਗਿਣੀ ਜਾਏਗੀ? ਇਸਹਾਕ ਤੋਂ ਗਿਣੀ ਜਾਏਗੀ। ਔਰ ਅਬਰਾਹਮ ਇਹ ਗੱਲ ਨੂੰ ਚੰਗੀ ਤਰ੍ਹਾਂ ਜਾਣ ਚੁੱਕਿਆ ਸੀਗਾ ਕਿ ਮੇਰਾ ਪਰਮੇਸ਼ਵਰ ਕੀ ਹੈ? ਉਹ ਤਾਂ ਸਰਵ ਸ਼ਕਤੀਮਾਨ ਪਰਮੇਸ਼ਵਰ ਹੈ। ਔਰ ਮੇਰਾ ਪਰਮੇਸ਼ਵਰ ਜਿਸ ਨੇ ਮੈਨੂੰ ਕਿਹਾਗਾ ਵੀ ਤੇਰੀ ਅੰਸ਼ ਕਿੱਥੋਂ ਗਿਣੀ ਜਾਏਗੀ? ਇਸਹਾਕ ਤੋਂ ਗਿਣੀ ਜਾਏਗੀ। ਹੁਣ ਇਹ ਗੱਲ ਤਾਂ ਅਬਰਾਹਮ ਵੀ ਜਾਣਦਾ ਸੀਗਾ ਕਿ ਮੇਰੇ ਬੇਟੇ ਦਾ ਵਿਆਹ ਨਹੀਂ ਹੋਇਆ, ਉਸਦੇ ਕੋਲ ਕੋਈ ਬੱਚਾ ਨਹੀਂ ਹੈ, ਇਹਦਾ ਮਤਲਬ ਕਿ ਮੇਰਾ ਬੇਟਾ ਮਰਨ ਵਾਲਾ ਨਹੀਂ ਹੈ। ਬਸ ਇੱਕ ਵਿਸ਼ਵਾਸ, ਔਰ ਉਹ ਵਿਸ਼ਵਾਸ ਦੇ ਨਾਲ ਉਹ ਪੂਰੇ ਆਨੰਦ ਨਾਲ ਪਰਮੇਸ਼ਵਰ ਦੀ ਮਹਿਮਾ ਕਰਨ ਦੇ ਲਈ ਖੁਸ਼ੀ ਜਾ ਰਿਹਾਗਾ। ਆਪਣੇ ਬੇਟੇ ਨੂੰ ਬਲੀ ਕਰਨ ਦੇ ਲਈ ਪੂਰੇ ਆਨੰਦ ਨਾਲ ਜਾ ਰਿਹਾਗਾ, ਪੂਰੇ ਆਨੰਦ ਨਾਲ। ਔਰ ਉੱਥੇ ਕੀ ਹੋਇਆ ਕਿ ਉੱਥੇ ਜਾ ਕੇ ਉਸਨੇ ਇੱਕ ਵੇਦੀ ਬਣਾਈ, ਵੇਦੀ ਦੇ ਉੱਪਰ ਆਪਣੇ ਬੇਟੇ ਨੂੰ ਰੱਖ ਦਿੱਤਾ, ਉਸ ਨੂੰ ਬੰਨ੍ਹ ਦਿੱਤਾ। ਉੱਥੇ ਜਦ ਬੰਨਿਆ ਤਾਂ ਛੁਰੀ ਲੈ ਕੇ ਜਦ ਉਸ ਦੀ ਬਲੀ ਕਰਨ ਲੱਗਾਗਾ ਤਾਂ ਪਰਮੇਸ਼ਵਰ ਨੇ ਕਿਹਾ ਅਬਰਾਹਮ ਰੁਕ ਜਾ, ਅਬਰਾਹਮ ਰੁਕ ਜਾ,
मैं जान गया कि तू की है, तू मैनू प्यार कर दांगा, तू की है, तू मेरा भय रख दांगा। और पढ़ो वचन 22 ਉਹਦਾ 11 और 12 पढ़ो। ਤਾਂ ਯਹੋਵਾ ਦੇ ਦੂਤ ਨੇ ਉਹਨੂੰ ਆਕਾਸ਼ ਤੋਂ ਪੁਕਾਰਿਆ, ਅਬਰਾਹਮ ਅਬਰਾਹਮ। ਉਸ ਉੱਤਰ ਦਿੱਤਾ, ਮੈਂ ਹਾਜ਼ਰ ਹਾਂ। ਉਸ ਆਖਿਆ, ਤੂੰ ਇਸ ਮੁੰਡੇ ਨੂੰ ਹੱਥ ਨਾ ਲਾ ਅਤੇ ਨਾ ਹੀ ਉਸ ਨਾਲ ਕੁਝ ਕਰ। ਹੁਣ ਮੈਂ ਜਾਣ ਗਿਆ ਹਾਂ ਕਿ ਤੂੰ ਪਰਮੇਸ਼ਰ ਤੋਂ ਡਰ ਖਾਦਾ ਹੈ, ਕਿਉਂ ਜੋ ਤੈਂ ਆਪਣੇ ਪੁੱਤਰ ਆਪਣੇ ਇਕਲੌਤੇ ਪੁੱਤਰ ਦਾ ਵੀ ਮੇਥੋਂ ਸਰਫਾ ਨਹੀਂ ਕੀਤਾ। ਹੁਣ ਦੇਖੋ, परमेश्वर ने जब इसहाक ਨੂੰ ਬੰਨ ਕੇ वेदी ਉੱਪਰ ਰੱਖਿਆ ਉਦੋਂ ਰੁਕਿਆ ਨਹੀਂ, ਲੇਕਿन ਜਦ ਉਸਦੀ ਉਹ ਬਲੀ ਕਰਨ ਲੱਗਾਗਾ ਤਾਂ ਪਰਮੇਸ਼ਵਰ ਨੇ ਠੀਕ ਸਮੇਂ ਤੇ ਕੰਮ ਕੀਤਾ। ਨਾ ਪਹਿਲਾਂ ਕੰਮ ਕੀਤਾ ਨਾ ਬਾਅਦ ਦੇ ਵਿੱਚ ਕੰਮ ਕੀਤਾ, ਲੇਕਿਨ ਪਰਮੇਸ਼ਵਰ ਨੇ ਜਦ ਵੀ ਕੰਮ ਕੀਤਾ ਤਾਂ ਕਦੋਂ ਕੀਤਾ? ਠੀਕ ਸਮੇਂ ਤੇ। ਔਰ ਉਸ ਤੋਂ ਬਾਅਦ ਕੀ ਕਿਹਾ ਕਿ ਅਬਰਾਹਮ ਮੈਂ ਜਾਣ ਚੁੱਕਿਆਗਾ ਕਿ ਤੂੰ ਮੇਰਾ ਭੈ ਰੱਖ ਦਾਂਗਾ, ਤੂੰ ਮੇਰਾ ਡਰ ਰੱਖ ਦਾਂਗਾ, ਲੇਕਿਨ ਹੁਣ ਇਸ ਆਪਣੇ ਬੇਟੇ ਦਾ ਕੋਈ ਨੁਕਸਾਨ ਨਾ ਕਰ, ਆਪਣੇ ਬੇਟੇ ਦਾ ਕੋਈ ਵੀ ਨੁਕਸਾਨ ਨਾ ਕਰ। ਕਹਿਣ ਦਾ ਮਤਲਬ ਕਿ ਅਬਰਾਹਮ ਸੀ ਜੋ ਉਹ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਗਿਆ। ਕਿਵੇਂ ਗਿਆ? ਖੁਸ਼ੀ ਨਾਲ ਗਿਆ, ਰੋਂਦਾ ਰੋਂਦਾ ਨਹੀਂ ਗਿਆ, ਦੁੱਖ ਨਾਲ ਨਹੀਂ ਗਿਆ। ਕਿਹਦੇ ਨਾਲ ਗਿਆ? ਪੂਰੇ ਆਨੰਦ ਨਾਲ ਗਿਆ। ਕਿਉਂ ਗਿਆ? ਕਿਉਂਕਿ ਉਹ ਜਾਣਦਾ ਸੀ ਆਪਣੇ ਪਰਮੇਸ਼ਵਰ ਨੂੰ ਕਿ ਮੇਰਾ ਪਰਮੇਸ਼ਵਰ ਮੇਰੇ ਬੇਟੇ ਨੂੰ ਮਰਨ ਨਹੀਂ ਦੇਵੇਗਾ। ਅਗਰ ਮੇਰਾ ਬੇਟਾ ਮਰ ਵੀ ਗਿਆ, ਅਗਰ ਮੇਰੇ ਬੇਟੇ ਦੀ ਬਲੀ ਵੀ ਹੋ ਗਈ, ਤਾਂ ਮੇਰਾ ਪਰਮੇਸ਼ਵਰ ਉਹ ਪਰਮੇਸ਼ਵਰ ਹੈ ਜੋ ਸਰਵ ਸ਼ਕਤੀਮਾਨ ਹੈ, ਜੋ ਇਸ ਨੂੰ ਜਿੰਦਾ ਵੀ ਕਰ ਸਕਦਾਗਾ। ਮਤਲਬ ਪੂਰੇ ਆਨੰਦ ਨਾਲ, ਪੂਰੀ ਖੁਸ਼ੀ ਦੇ ਨਾਲ ਕਿਹਦੇ ਕੋਲ ਗਿਆ? ਆਪਣੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ। ਲੇਕਿਨ ਅੱਜ ਲੋਕ ਵੀ ਪਰਮੇਸ਼ਵਰ ਕੋਲ ਆਉਂਦੇ ਨੇ, ਆਪਣੀ ਸਮੱਸਿਆ ਲੈ ਕੇ ਆਉਂਦੇ ਨੇ, ਆਪਣਾ ਦੁੱਖ ਲੈ ਕੇ ਆਉਂਦੇ ਨੇ, ਆਪਣੀ ਪਰੇਸ਼ਾਨੀ ਲੈ ਕੇ ਆਉਂਦੇ ਨੇ। ਔਰ ਕਿਵੇਂ ਆਉਂਦੇ ਨੇ? ਸਾਰੇ ਬੋਲੋ ਹਾਲੇਲੂਇਆ। ਅੱਜ ਜਿਹੜੇ ਲੋਕ ਪਰਮੇਸ਼ਵਰ ਕੋਲ ਆਉਂਦੇ ਨੇ ਕਿਵੇਂ ਆਉਂਦੇ ਨੇ? ਸਾਰੇ ਦੁਖੀ ਆਉਂਦੇ ਨੇ, ਦੁਖੀ ਆਉਂਦੇ ਨੇ, ਰੋਂਦੇ ਹੋਏ ਆਉਂਦੇ ਨੇ। ਚਾਹੇ ਉਹ ਮਸੀਹ ਨੂੰ ਮੰਨਦੇ ਨੇ, ਚਾਹੇ ਮਸੀਹ ਦੇ ਉੱਪਰ ਵਿਸ਼ਵਾਸ ਕਰਦੇ ਨੇ, ਫਿਰ ਵੀ ਕਿਸ ਤਰ੍ਹਾਂ ਆਉਂਦੇ ਨੇ? ਰੋਂਦੇ ਰੋਂਦੇ ਆਉਂਦੇ ਨੇ। हे परमेश्वर मेरी ये समस्या आ गई, हे परमेश्वर मेरी ये समस्या आ गई, परमेश्वर मेरे ऊपर कर्जा आ चुकियागा, परमेश्वर मैनू बीमारी लग चुकी है, परमेश्वर मैनू समस्या पै चुकी है, मेरे हालात सही नहीं। अज इंसान की है परमेश्वर दे कोल वो रोंदा रोंदा आउंदागा। हुण जिस इंसान ने अपना इक्को एक बेटा कुर्बान करनागा, जिस इंसान ने अपना इक्को एक बेटा कुर्बान करनागा, वो किस तरह जा रहा है परमेश्वर दे कोल? वो तो पूरी खुशी नाल जा रहा है, पूरे आनंद नाल जा रहा है। ਆਪਾਂ ਕੀ ਕਰਨੇ? ਅਸੀਂ ਕੀ ਆ? ਅਬਰਾਹਮ ਦੇ ਬੇਟੇ। ਅਗਰ ਅਬਰਾਹਮ ਦੇ ਬੇਟੇ ਬਣਨਾਗਾ ਤਾਂ ਅਬਰਾਹਮ ਜੈਸੇ ਕੰਮ ਵੀ ਕਰੋ। ਜਦ ਉਸ ਨੂੰ ਆਪਣਾ ਇੱਕੋ ਇੱਕ ਬੇਟਾ ਕੁਰਬਾਨ ਕਰਨਾ ਪੈ ਗਿਆ, ਜਿਸ ਨੂੰ ਅਬਰਾਹਮ ਬਹੁਤ ਪਿਆਰ ਕਰਦਾ ਸੀ, ਤਾਂ ਉਹ ਜਦ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਜਾ ਰਿਹਾਗਾ ਤਾਂ ਕਿਸ ਤਰ੍ਹਾਂ ਜਾ ਰਿਹਾਗਾ? ਆਨੰਦ ਨਾਲ ਜਾ ਰਿਹਾਗਾ, ਖੁਸ਼ੀ ਨਾਲ ਜਾ ਰਿਹਾਗਾ। ਔਰ ਸਵੇਰੇ ਸਾਜਰੇ ਉੱਠਿਆਗਾ ਆਪਣੇ ਬੇਟੇ ਨੂੰ ਬਲੀ ਕਰਨ ਦੇ ਲਈ। ਅੱਜ ਇਨਸਾਨ ਬੰਦਗੀ ਵਿੱਚ ਆਉਣਾ ਚਾਹੁੰਦਾ ਹੈਗਾ। ਅੱਜ ਇਨਸਾਨ ਬੰਦਗੀ ਵਿੱਚ ਆਏ ਤਾਂ ਉੱਠਦਾ ਕਿਵੇਂ ਹੈ? ਅੱਜ ਤਾਂ ਐਤਵਾਰ ਹੈ, ਬੱਚੇ ਕਹਿੰਦੇ ਨੇ ਅੱਜ ਕੀ ਹੈ? ਅੱਜ ਐਤਵਾਰ ਹੈ, ਅੱਜ ਅੱਧਾ ਘੰਟਾ ਵੱਧ ਸੌਵਾਂਗੇ। ਤੇ ਪਰਿਵਾਰ ਦੇ ਲੋਕ ਵੀ ਇਹੀ ਕਹਿੰਦੇ ਨੇ ਕੋਈ ਗੱਲ ਨਹੀਂ, ਹੌਲੀ ਹੌਲੀ ਤਿਆਰ ਹੋ ਜਾਵਾਂਗੇ। ਮਤਲਬ ਇੱਕ ਦਿਨ ਮਿਲਦਾ ਇਨਸਾਨ ਨੂੰ ਸੰਗਤੀ ਕਰਨ ਦੇ ਲਈ, ਉਹ ਵੀ ਇਨਸਾਨ ਸਮੇਂ ਸਿਰ ਨਹੀਂ ਪਹੁੰਚਦਾ। ਤੇ ਕਹਿੰਦੇ ਕਿ ਅਸੀਂ ਕੀ ਆ? ਵਿਸ਼ਵਾਸੀ ਹਾਂ। ਅਸੀਂ ਕੀ ਆ? ਵਿਸ਼ਵਾਸੀ ਹਾਂ। ਇੱਕ ਦਿਨ ਹੈ ਇਨਸਾਨ ਦੇ ਕੋਲ ਕਿ ਕੁਝ ਸਮਾਂ ਬੈਠ ਕੇ ਪਰਮੇਸ਼ਵਰ ਨਾਲ ਸੰਗਤੀ ਕਰ ਸਕੇ, ਲੇਕਿਨ ਇਨਸਾਨ ਦੁਖੀ ਹੋ ਕੇ ਆਉਂਦਾਗਾ। ਅੱਜ ਮੈਨੂੰ ਇਹ ਕੰਮ ਛੱਡਣਾ ਪਊਗਾ, ਅੱਜ ਮੈਨੂੰ ਵਿਆਹ ਛੱਡਣਾ ਪਊਗਾ, ਅੱਜ ਮੈਨੂੰ ਫਲਾਣੇ ਰਿਸ਼ਤੇਦਾਰ ਨੂੰ ਛੱਡਣਾ ਪਊਗਾ, ਅੱਜ ਮੈਨੂੰ ਉਹ ਛੱਡਣਾ ਪਏਗਾ। ਇਨਸਾਨ ਜਦ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਉਂਦਾਗਾ ਕਿਵੇਂ ਆਉਂਦਾਗਾ? ਦੁਖੀ ਆਉਂਦਾਗਾ, ਪਰੇਸ਼ਾਨੀ ਨਾਲ ਆਉਂਦਾਗਾ। ਲੇਕਿਨ ਪਰਮੇਸ਼ਵਰ ਸਾਨੂੰ ਕੀ ਕਹਿੰਦੇ ਨੇ? ਵੀ ਜਦ ਵੀ ਆਓ ਤੁਸੀਂ ਕਿਵੇਂ ਆਓ? ਆਨੰਦ ਨਾਲ ਆਓ। ਅਬਰਾਹਮ ਆਪਣੇ ਬੇਟੇ ਨੂੰ ਬਲੀ ਕਰਨ ਦੇ ਲਈ ਆ ਰਿਹਾਗਾ, ਲੇਕਿਨ ਸਵੇਰੇ ਸਾਜਰੇ ਉੱਠਿਆਗਾ, ਖੁਦ ਲੱਕੜੀਆਂ ਕੱਟਣ ਚਲਾ ਗਿਆਗਾ। ਚਾਹੁੰਦਾ ਤਾਂ ਕਿਸੇ ਨੌਕਰ ਨੂੰ ਕਹਿ ਦਿੰਦਾ, ਚਾਹੁੰਦਾ ਤਾਂ ਕਿਸੇ ਐਸੇ ਸਿਪਾਹੀ ਨੂੰ ਕਹਿ ਦਿੰਦਾ ਜਾ ਵੀ ਮੇਰੀ ਲੱਕੜੀਆਂ ਕੱਟ ਕੇ ਲੈ ਕੇ ਆਇਆ। ਉਸਨੇ ਨਹੀਂ ਕਿਹਾ। ਅਬਰਾਹਮ ਇਹ ਸੋਚ ਰਿਹਾ ਸੀਗਾ ਅਗਰ ਮੈਂ ਕਿਸੇ ਨੂੰ ਭੇਜਦਾ, ਨੌਕਰ ਨੇ ਤਾਂ ਕੰਮ ਕਿਵੇਂ ਕਰਨਾਗਾ? ਹੋ ਸਕੇ ਮੈਂ ਸਵੇਰ ਨੂੰ ਭੇਜਾਂ ਤਾਂ ਦੁਪਹਿਰ ਨੂੰ 2 ਵਜੇ ਆਵੇ ਮੇਰੇ ਲਵੇ। ਲੇਕਿਨ ਅਬਰਾਹਮ ਸਵੇਰੇ ਜਲਦੀ ਉੱਠਿਆ ਆਪਣੇ ਪਰਮੇਸ਼ਵਰ ਦੀ ਮਹਿਮਾ ਕਰਨ ਦੇ ਲਈ, ਆਪਣੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਉਣ ਦੇ ਲਈ, ਆਪਣੇ ਪਰਮੇਸ਼ਵਰ ਦੀ ਆਰਾਧਨਾ ਕਰਨ ਦੇ ਲਈ। ਕੀ ਕਰਨ ਦੇ ਲਈ? ਆਰਾਧਨਾ ਕਰਨ ਦੇ ਲਈ। ਅਬਰਾਹਮ ਕੀ ਕਰ ਰਿਹਾਗਾ?
ਆਨੰਦ ਕਰ ਰਿਹਾ ਗਾ। ਲੇਕਿਨ ਅੱਜ ਲੋਕ, ਕੋਈ ਵੀ ਇਨਸਾਨ ਅਗਰ ਪਰਮੇਸ਼ਵਰ ਦੇ ਕੋਲ ਆਉਂਦਾ ਗਾ ਤਾਂ ਦੁਖੀ ਹੋ ਕੇ ਆਉਂਦਾ ਗਾ, ਜਦ ਕਿ ਹਰ ਇੱਕ ਇਨਸਾਨ ਦੇ ਜੀਵਨ ਦੇ ਵਿੱਚ ਪਰਮੇਸ਼ਵਰ ਨੇ ਕੋਈ ਨਾ ਕੋਈ ਕੰਮ ਕੀਤਾ ਹੋਇਆ ਗਾ। ਐਸੀ ਸਮੱਸਿਆ ਦੇ ਵਿੱਚੋਂ, ਐਸੀ ਬਿਮਾਰੀ ਦੇ ਵਿੱਚੋਂ, ਐਸੇ ਹਾਲਾਤਾਂ ਵਿੱਚੋਂ, ਐਸੇ ਕਰਜ਼ੇ ਵਿੱਚੋਂ ਪਰਮੇਸ਼ਵਰ ਨੇ ਉਸਨੂੰ ਬਾਹਰ ਕੱਢਿਆ ਗਾ। ਲੇਕਿਨ ਅਗਰ ਕੋਈ ਸਮੱਸਿਆ ਉਸਦੇ ਜੀਵਨ ਦੇ ਵਿੱਚ ਆਉਂਦੀ ਹੈ ਤਾਂ ਉਹ ਇਨਸਾਨ ਡਰ ਜਾਂਦਾ ਗਾ, ਘਬਰਾ ਜਾਂਦਾ ਗਾ। ਕਿਹੜੀ ਚੀਜ਼ ਦੇ ਕੇ? ਇਹ ਸਮੱਸਿਆ, ਇਹ ਪਰੇਸ਼ਾਨੀ ਹੁਣ ਵੱਡੀ ਹੋ ਗਈ। ਤੇ ਅੱਜ ਉਹ ਇਨਸਾਨ ਨੂੰ ਆਨੰਦ ਕਰਨਾ ਚਾਹੀਦਾ ਗਾ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆ ਕੇ। ਅੱਜ ਉਹ ਇਨਸਾਨ ਆਨੰਦ ਨਹੀਂ ਕਰਦਾ। ਉਹ ਇਨਸਾਨ ਅੱਜ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆ ਕੇ ਆਨੰਦ ਨਹੀਂ ਕਰਦਾ, ਲੇਕਿਨ ਦੇਖਦਾ ਕੀ ਹੈ? ਸਮੱਸਿਆ। ਮਤਲਬ ਜਿਸ ਤਰ੍ਹਾਂ ਮਹਿਮਾ ਕਰਦੇ ਹੋਏ, ਆਰਾਧਨਾ ਕਰਦੇ ਹੋਏ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਉਣਾ ਚਾਹੀਦਾ ਗਾ, ਤਾਂ ਉਸ ਤਰ੍ਹਾਂ ਇਨਸਾਨ ਨਹੀਂ ਆ ਰਿਹਾ। ਔਰ ਇੱਕ ਵਾਰ ਇੱਦਾਂ ਹੋਇਆ ਕਿ ਜੋ ਇਜ਼ਰਾਈਲ ਦੇਸ਼ ਸੀ, ਇਜ਼ਰਾਈਲ ਦੇਸ਼ ਨੂੰ ਜਦ ਪਰਮੇਸ਼ਵਰ ਨੇ ਆਜ਼ਾਦ ਕੀਤਾ, ਔਰ ਆਜ਼ਾਦ ਕਰਨ ਤੋਂ ਬਾਅਦ ਜਦ ਪਰਮੇਸ਼ਵਰ ਉਸ ਨੂੰ ਲੈ ਕੇ ਆ ਰਿਹਾ ਗਾ, ਤਾਂ ਕੀ ਹੋਇਆ ਕਿ ਜੋ ਉਹਨਾਂ ਦਾ ਅਗਵਾ ਸੀ ਉਹ ਹੁਣ ਯਹੋਸ਼ੂਆ ਬਣ ਚੁੱਕਿਆ ਸੀ। ਔਰ ਯਹੋਸ਼ੂਆ ਜਦ ਰਸਤੇ ਵਿੱਚ ਜਾ ਰਿਹਾ ਗਾ ਤਾਂ ਇੱਕ ਜਰੀਹੋ ਦਾ ਕੋਟ ਸੀਗਾ। ਜਰੀਹੋ, ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਜਰੀਹੋ ਦੀ ਦੀਵਾਰ, ਹਾਂ, ਜਰੀਹੋ ਦੀ ਕੰਧ, ਜਰੀਹੋ ਦੀ ਕੰਧ, ਜਰੀਹੋ ਦੀ ਕੰਧ ਜੋ ਮਤਲਬ ਇੰਨੀ ਵੱਡੀ ਸੀ, ਤਕਰੀਬਨ 60-70 ਫੁੱਟ ਚੌੜੀ ਕੰਧ ਸੀ। 60-70 ਫੁੱਟ ਚੌੜੀ ਕੰਧ ਜੋ ਪੂਰੇ ਸ਼ਹਿਰ ਦੇ ਆਲੇ ਦੁਆਲੇ ਇੱਕ ਬਾਉਂਡਰੀ ਕੱਢੀ ਹੋਈ ਸੀ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। 60-70 ਫੁੱਟ ਦੀ ਕੰਧ ਜੋ ਪੂਰੇ ਸ਼ਹਿਰ ਦੇ ਆਲੇ ਦੁਆਲੇ ਇੱਕ ਬਾਉਂਡਰੀ ਕੱਢੀ ਹੋਈ ਸੀ। ਇੰਨੀ ਚੌੜੀ ਕੰਧ, ਇੰਨੀ ਚੌੜੀ ਕੰਧ ਜਿਸ ਨੂੰ ਤੋੜਨਾ ਬਹੁਤ ਹੀ ਮੁਸ਼ਕਲ ਨਹੀਂ, ਅਸੰਭਵ ਸੀ ਗੱਲ ਸੀ। ਮਤਲਬ ਕੋਈ ਵੀ ਇਨਸਾਨ ਉਸ ਨੂੰ ਤੋੜ ਨਹੀਂ ਸਕਦਾ ਸੀਗਾ। ਜਦ ਜਰੀਹੋ ਦੇ ਲੋਕਾਂ ਨੇ ਉਸ ਦੀਵਾਰ ਦੇ ਅੰਦਰ ਆਪਣੇ ਆਪ ਨੂੰ ਲੁਕਾਇਆ ਹੋਇਆ ਸੀਗਾ, ਲੇਕਿਨ ਜੋ ਇਜ਼ਰਾਈਲ ਦੇਸ਼ ਦੇ ਲੋਕ ਸੀਗੇ, ਜੋ ਪਰਮੇਸ਼ਵਰ ਦੇ ਲੋਕ ਸੀ, ਜਦ ਉਹਨਾਂ ਨੇ ਚੀਜ਼ ਦੇਖੀ ਤਾਂ ਉਹ ਲੋਕ ਘਬਰਾ ਗਏ। ਔਰ ਇੱਕ ਵਚਨ ਪੜ੍ਹੋ ਮੇਰੇ ਨਾਲ, ਯਹੋਸ਼ੂਆ ਉਹਦਾ 6 ਅਧਿਆਇ। ਯਹੋਸ਼ੂਆ 6 ਅਧਿਆਇ, ਉਹਦਾ ਪੜ੍ਹੋ ਤੁਸੀਂ, ਉਹਦਾ 3 ਵਚਨ ਪੜ੍ਹੋ। ਸੋ ਤੁਸੀਂ ਸਾਰੇ ਯੋਧੇ ਸ਼ਹਿਰ ਨੂੰ ਘੇਰ ਲਓ ਅਤੇ ਇੱਕ ਵੇਰ ਸ਼ਹਿਰ ਦੇ ਦੁਆਲੇ ਫਿਰੋ ਅਤੇ 6 ਦਿਨਾਂ ਤੱਕ ਤੁਸੀਂ ਐਵੇਂ ਹੀ ਕਰਨਾ। ਹੁਣ ਦੇਖੋ, ਪਰਮੇਸ਼ਵਰ ਨੇ ਆਪਣੇ ਇਨਸਾਨ ਦੇ ਨਾਲ ਗੱਲ ਕੀਤੀ ਕਿ ਕੀ ਕਰਨਾ ਤੁਸੀਂ। ਉਸ ਜੋ ਕੰਧ ਹੈ, ਜੋ ਸ਼ਹਿਰ ਹੈ, ਉਹਦੇ ਵਿੱਚ ਆਲੇ ਦੁਆਲੇ ਤੁਸੀਂ ਕਰਨਾਗਾ 6 ਦਿਨ ਤੱਕ ਇੱਕ ਚੱਕਰ ਕੱਟਣਾਗਾ। ਹੁਣ ਇੱਕ ਚੱਕਰ ਕੱਟਣਾਗਾ ਤਕਰੀਬਨ ਜ਼ਿਆਦਾ ਨਹੀਂ, ਅਗਰ ਆਪਾਂ ਨੂੰ 10 ਕਿਲੋਮੀਟਰ ਮੰਨਦੇ ਹਾਂ ਕਿ ਹਰ ਰੋਜ਼ 10 ਕਿਲੋਮੀਟਰ ਇੱਕ ਚੱਕਰ ਕੱਟਣਾਗਾ। ਔਰ ਕਿਵੇਂ ਕੱਟਣਾਗਾ? ਪੂਰੀ ਸ਼ਾਂਤੀ ਨਾਲ, ਕੋਈ ਸ਼ੋਰ ਸ਼ਰਾਬਾ ਨਹੀਂ ਕਰਨਾ, ਲੇਕਿਨ ਹਰ ਰੋਜ਼ ਇੱਕ ਚੱਕਰ ਕੱਟੋ। ਹੁਣ ਇੱਕ ਦਿਨ ਦੇ ਵਿੱਚ ਕਿੰਨਾ ਕਿਲੋਮੀਟਰ? 10 ਕਿਲੋਮੀਟਰ। ਇਹ ਮਤਲਬ ਮੇਰਾ ਅੰਦਾਜ਼ਾ ਗਾ, ਹੋ ਸਕਦਾ ਕੁਝ ਜ਼ਿਆਦਾ ਹੋਵੇ ਇਸ ਤੋਂ, ਲੇਕਿਨ ਜਿਵੇਂ ਆਪਣਾ ਮੇਰੇ ਕੋਲੇ ਆਪਾਂ ਆਲੇ ਦੁਆਲੇ ਇੱਕ ਕੰਧ ਕੱਢ ਦਈਏ, ਵੱਡੀ ਸਾਰੀ ਕੰਧ ਕੱਢ ਦਈਏ, ਉਹਦੇ ਆਲੇ ਦੁਆਲੇ ਚੱਕਰ ਕੱਢਣਾਗਾ। ਹੁਣ ਕਿੰਨੀ ਬਣਦੀ ਹੈ ਨਹੀਂ ਆਪਾਂ ਕੁਛ ਕਹਿ ਸਕਦੇ, ਲੇਕਿਨ ਉਹ ਦੀਵਾਰ ਬਹੁਤ ਵੱਡੀ ਸੀ, ਬਹੁਤ ਵੱਡੀ ਸੀ। ਤਾਂ ਪਰਮੇਸ਼ਵਰ ਨੇ ਕੀ ਕਿਹਾ ਵੀ ਪਹਿਲੇ ਦਿਨ ਇੱਕ ਚੱਕਰ ਕੱਢੋ, ਦੂਜੇ ਦਿਨ ਇੱਕ ਚੱਕਰ ਕੱਢੋ, ਤੀਜੇ ਦਿਨ ਇੱਕ ਚੱਕਰ ਕੱਢੋ। ਇਸ ਤਰ੍ਹਾਂ ਤੁਸੀਂ 6 ਦਿਨਾਂ ਤੱਕ ਕੀ ਕਰੋ? 6 ਚੱਕਰ ਕੱਢੋ, ਹਰ ਰੋਜ਼ ਇੱਕ ਚੱਕਰ ਕੱਢੋ। ਲੇਕਿਨ 7ਵੇਂ ਦਿਨ ਕੀ ਕਰਨਾ ਤੁਸੀਂ ਨੇ? ਫਿਰ 7ਵੇਂ ਦਿਨ ਪੜ੍ਹੋ ਅੱਗੇ। ਸਭ ਜਾਜਕ ਸੰਦੂਕ ਦੇ ਅੱਗੇ ਮੇਢੇ ਦੀਆਂ ਸਿੰਘਾਂ ਦੀਆਂ 7 ਤੁਰੀਆਂ ਲੈ ਜਾਣ ਅਤੇ ਤੁਸੀਂ 7ਵੇਂ ਦਿਨ 7 ਵਾਰੀ ਸ਼ਹਿਰ ਦੇ ਦੁਆਲੇ ਫਿਰਿਓ ਅਤੇ ਜਾਜਕ ਤੁਰੀਆਂ ਵਜਾਉਣ ਤਾਂ ਇਉਂ ਹੋਵੇਗਾ। 7ਵੇਂ ਦਿਨ ਕੀ ਕਰੋ ਤੁਸੀਂ? 7 ਚੱਕਰ ਕੱਢੋ। ਹੁਣ ਮੰਨ ਲਓ ਅਗਰ ਇੱਕ ਚੱਕਰ ਦੇ ਵਿੱਚ 10 ਕਿਲੋਮੀਟਰ ਕੱਢਣਾ ਪੈਂਦਾਗਾ ਤਾਂ 7ਵੇਂ ਦਿਨ 70 ਕਿਲੋਮੀਟਰ। ਹੁਣ 70 ਕਿਲੋਮੀਟਰ ਕੀ ਕਰਨਾਗਾ? ਹੈ ਤੁਰ ਕੇ ਨਹੀਂ। ਹੁਣ 70 ਕਿਲੋਮੀਟਰ ਕੌਣ ਕੱਢੂ? 7ਵਾਂ ਦਿਨ ਪੂਰਾ ਕਰਨਾ ਪੂਰਾ ਹੀ। ਇਹਦਾ ਮਤਲਬ ਕੀ ਸੀਗਾ? ਉਹਨਾਂ ਨੂੰ ਪੂਰਾ ਜ਼ੋਰ ਲਾ ਕੇ ਭੱਜਣਾ ਸੀਗਾ। ਗੱਲ ਨੂੰ ਬਹੁਤ ਧਿਆਨ ਨਾਲ ਸੁਣੋ, ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਇੱਕ ਦਿਨ ਦੇ ਵਿੱਚ 24 ਘੰਟੇ ਦੇ ਵਿੱਚ, ਚਲੋ 24 ਘੰਟੇ ਦੇ ਵਿੱਚ 10 ਕਿਲੋਮੀਟਰ ਕੱਢ ਲਿਆ ਉਹਨਾਂ ਨੇ, ਲੇਕਿਨ 24 ਘੰਟੇ ਦੇ ਵਿੱਚ 70 ਕਿਲੋਮੀਟਰ ਮੰਨ ਕੇ ਚੱਲ ਰਹੇ ਆਪਾਂ। 70 ਕਿਲੋਮੀਟਰ ਕਿਵੇਂ ਉਹਨਾਂ ਨੇ
ਕੱਢਣਾ ਹੈਗਾ ਭੱਜ ਕੇ। ਹੁਣ ਜਿਹੜਾ ਬੰਦਾ ਭੱਜ ਕੇ ਪੂਰੇ ਜ਼ੋਰ ਨਾਲ ਭੱਜੂਗਾ, ਉਸ ਤੋਂ ਬਾਅਦ ਕੀ ਕਰਨਾ ਉਹਨੇ? ਪੜੋ ਅੱਗੇ 5 ਤੋਂ ਪੜੋ। ਤਾਂ ਇਉਂ ਹੋਵੇਗਾ ਕਿ ਜਦ ਉਹ ਚਿਰ ਤੀਕ ਮੇਢੇ ਦੇ ਸਿੰਘਾਂ ਦੀਆਂ ਤੁਰੀਆਂ ਵਜਾਉਣ ਅਤੇ ਜਦ ਤੁਸੀਂ ਤੁਰੀ ਦੀ ਆਵਾਜ਼ ਸੁਣੋ ਤਾਂ ਸਾਰੇ ਲੋਕ ਵੱਡੇ ਜ਼ੋਰ ਨਾਲ ਜੈਕਾਰਾ ਵਜਾਉਣਾ, ਤਾਂ ਸ਼ਹਿਰ ਦਾ ਧੂੜਕੋਟ ਮੁੱਢ ਤੀਕ ਢਹਿ ਪਵੇਗਾ ਅਤੇ ਪਰਜਾ ਵਿੱਚੋਂ ਹਰ ਮਨੁੱਖ ਆਪਣੇ ਸਾਹਮਣੇ ਸਿੱਧਾ ਉਤਾਰਾ ਜਾਵੇਗਾ। ਸਾਰੇ ਬੋਲੋ ਹਾਲੇਲੂਇਆ। ਪਰਮੇਸ਼ਵਰ ਨੇ ਕੀ ਕਿਹਾ ਕਿ ਕੀ ਕਰਨਾ ਤੁਸੀਂ ਨੇ? 7ਵੇਂ ਦਿਨ 7 ਚੱਕਰ ਲਗਾਉਣੇ ਨੇ। ਉਸ ਤੋਂ ਬਾਅਦ ਕੀ ਕਰਨੀ ਹੈ? ਜਿਹੜੇ ਜਾਜਕ ਲੋਕ ਨੇ ਉਹ ਕੀ ਕਰਨਗੇ? ਤੁਰੀ ਵਜਾਇਓ। ਔਰ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਨੇ? ਜੈਕਾਰਾ ਬੁਲਾਉਣਾਗਾ। ਕਿਵੇਂ? ਹਾਲੇਲੂਇਆ। ਏਦਾਂ ਨਹੀਂ। ਜੈਕਾਰਾ ਕਿੱਦਾਂ ਹੁੰਦਾ? ਤੁਸੀਂ ਬੋਲ ਕੇ ਦਿਖਾਓ। ਇਹ ਤਾਂ ਕੁਝ ਨਹੀਂ। ਹੋਰ ਇਕੱਠੇ ਬੋਲਣਾ, ਇਕੱਠੇ ਬੋਲਣਾ। ਹੁਣ ਦੇਖੋ ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਉਹ ਲੋਕ ਸੀਗਾ 6,03,550 ਲੋਕ, ਤਕਰੀਬਨ 6,03,550 ਲੋਕ। ਹੁਣ ਉਹਨਾਂ ਸਾਰਿਆਂ ਨੇ ਬੋਲਣਾ ਇਕੱਠਿਆਂ ਨੇ। ਕਿੱਦਾਂ ਬੋਲਣਗੇ ਉਹ? ਸਾਰੇ ਮਿਲ ਕੇ ਬੋਲੇ ਹੋਣਗੇ। ਸਭ ਬੋਲੋ। ਹਾਂ, ਆਪਾਂ ਬੋਲੇ ਕੁਛ ਹੋਇਆ? ਹਾਂ, ਕਹਿਣ ਦਾ ਮਤਲਬ ਕਿ ਸਾਰੇ ਧਿਆਨ ਤੋਂ ਕੋਈ ਬਾਤ ਨਹੀਂ। ਉਹਨਾਂ ਨੇ 7ਵੇਂ ਦਿਨ ਕੀ ਕਰਨੇ ਸੀਗੇ? 70 ਕਿਲੋਮੀਟਰ ਭੱਜਣ ਤੋਂ ਬਾਅਦ 70 ਧਿਆਨ ਦਿਓ 70 ਕਿਲੋਮੀਟਰ ਭੱਜਣ ਤੋਂ ਬਾਅਦ ਕੀ ਕਰਨਾ ਸੀਗਾ? ਬਹੁਤ ਜ਼ੋਰ ਦੀ ਬੋਲਣਾ ਸੀਗਾ, ਜੈਕਾਰਾ ਵਜਾਉਣਾ ਸੀਗਾ। ਕਿੱਦਾਂ? ਹੁਣ ਕਿਹੜਾ ਇਨਸਾਨ ਹੈ ਜਿਹੜਾ 70 ਕਿਲੋਮੀਟਰ ਭੱਜਣ ਤੋਂ ਬਾਅਦ ਜ਼ੋਰ ਦੀ ਹਾਲੇਲੂਇਆ ਬੋਲ ਸਕੇ? ਹੁਣ ਇੱਕ ਬੰਦਾ ਮੰਨ ਕੇ ਚੱਲੋ 1 ਕਿਲੋਮੀਟਰ ਭੱਜ ਰਿਹਾ ਹੈਗਾ। ਉਸ ਤੋਂ ਬਾਅਦ 1 ਕਿਲੋਮੀਟਰ ਭੱਜਣ ਤੋਂ ਬਾਅਦ ਇਨਸਾਨ ਕੀ ਕਰੇਗਾ? ਕੀ ਉਹ ਬੋਲ ਸਕਦਾ ਜ਼ੋਰ ਦੀ? ਉਹਨੂੰ ਸਾਹ ਲੈਣ ਦੇ, ਪਹਿਲਾਂ ਮੈਨੂੰ ਪਹਿਲਾਂ ਸਾਹ ਲੈਣ ਦੇ। ਮੈਂ ਅੱਧਾ ਘੰਟਾ ਨਹੀਂ ਬੋਲਣਾ ਹਾਲੇ, ਉਸ ਤੋਂ ਬੋਲੇ ਨਹੀਂ ਜਾਣਾ। ਲੇਕਿਨ ਇਹਨਾਂ ਨੂੰ ਦੇਖੋ, ਜੈਕਾਰਾ ਵਜਾਉਣ ਤੋਂ ਬਾਅਦ ਕੀ ਕਰਨਾ ਸੀਗਾ? ਲੜਨਾ ਸੀਗਾ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। 70 ਕਿਲੋਮੀਟਰ ਭੱਜਣ ਤੋਂ ਬਾਅਦ ਜ਼ੋਰ ਦੇ ਨਾਲ ਲੋਕਾਂ ਨੇ ਬੋਲਣਾ ਸੀਗਾ ਹਾਲੇਲੂਇਆ। ਉਸ ਤੋਂ ਬਾਅਦ ਇਹਨਾਂ ਨੇ ਲੜਾਈ ਵੀ ਕਰਨੀ ਸੀ। ਹੁਣ ਦੇਖੋ ਜਿਹੜਾ ਬੰਦਾ ਇੰਨਾ ਥੱਕ ਚੁੱਕਿਆ ਹੋਊਗਾ, ਕੀ ਉਹ ਲੜ ਸਕਦਾ ਹੈਗਾ? ਲੇਕਿਨ ਪਰਮੇਸ਼ਵਰ ਜਾਣਦੇ ਸੀ ਗੱਲ ਨੂੰ ਕਿ ਇਹ ਲੋਕ ਲੜ ਨਹੀਂ ਸਕਦੇ ਹੁਣ। ਲੇਕਿਨ ਉਹ ਪਰਮੇਸ਼ਵਰ ਨੇ ਕੀ ਕੀਤਾ? ਕੰਧ ਨੂੰ ਧਰਤੀ ਵਿੱਚ ਹੀ ਦਫਨ ਕਰਤਾ। ਉਸ ਤੋਂ ਬਾਅਦ ਉਹ ਲੋਕ ਸਾਰੇ, ਮਤਲਬ ਜਿਹੜੇ ਅੰਦਰ ਸੀਗੇ ਉਹ ਸਾਰੇ ਖਤਮ ਹੋ ਗਏ। ਮਤਲਬ ਕਹਿਣ ਦਾ ਕੀ ਸੀਗਾ ਕਿ ਜਦ ਉਹਨਾਂ ਦੀ ਮੂਹਰੇ ਸਮੱਸਿਆ ਸੀ, ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਪਰਮੇਸ਼ਵਰ ਨੇ ਕੀ ਕਿਹਾ? ਇਹ ਧੂੜਕੋਟ ਨਾ ਦੇਖੋ ਤੁਸੀਂ, ਇਹ ਜੋ ਜਰੀਹੋ ਦੀ ਦੀਵਾਰ ਹੈ ਇਸ ਨੂੰ ਨਾ ਦੇਖੋ ਤੁਸੀਂ, ਲੇਕਿਨ ਕੀ ਕਰੋ ਤੁਸੀਂ? ਆਨੰਦ ਕਰੋ। ਕੀ ਕਰੋ ਤੁਸੀਂ? ਆਨੰਦ ਕਰੋ। ਲੇਕਿਨ ਅੱਜ ਇਨਸਾਨ ਦੇ ਕੋਲੋਂ ਇਹੀ ਨਹੀਂ ਹੋ ਰਿਹਾ। ਅੱਜ ਇਨਸਾਨ ਕੀ ਦੇਖਦਾਗਾ? ਮੇਰੀ ਸਮੱਸਿਆ ਕੀ, ਮੇਰੀ ਪਰੇਸ਼ਾਨੀ ਹੈ, ਮੈਨੂੰ ਬਿਪਤਾ ਕੀ, ਟਾਈਫਾਇਡ ਹੋ ਚੁੱਕਿਆਗਾ, ਸ਼ੂਗਰ ਹੋ ਚੁੱਕਿਆਗਾ, ਪੀਲੀਆ ਹੋ ਚੁੱਕਿਆਗਾ। ਮਤਲਬ ਭਿਆਨਕ ਭਿਆਨਕ ਬਿਮਾਰੀਆਂ ਦੇਖਦਾ ਫਿਰ ਇਨਸਾਨ। ਫਿਰ ਉਹ ਜੋ ਆਨੰਦ ਕਰਨਾ ਚਾਹੀਦਾਗਾ ਉਹ ਆਨੰਦ ਨਹੀਂ ਕਰ ਪਾ ਰਿਹਾ ਇਨਸਾਨ। ਤੇ ਜਦ ਉਹ ਆਨੰਦ ਨਹੀਂ ਕਰਦਾ ਤਾਂ ਫਿਰ ਪਰਮੇਸ਼ਵਰ ਉਹਦੇ ਜੀਵਨ ਦੇ ਵਿੱਚ ਕੰਮ ਨਹੀਂ ਕਰਦੇ। ਅਬਰਾਹਮ ਨੇ ਆਪਣੇ ਬੇਟੇ ਨੂੰ ਬਲੀਦਾਨ ਕਰਨਾ ਸੀਗਾ, ਆਨੰਦ ਕਰ ਰਿਹਾ ਪੂਰੀ ਤਰ੍ਹਾਂ। ਕਿਉਂ ਕਰ ਰਿਹਾ ਸੀਗਾ ਆਨੰਦ? ਕਿਉਂਕਿ ਜਾਣਦਾ ਸੀ ਕਿ ਮੇਰਾ ਪਰਮੇਸ਼ਵਰ ਕੀ ਹੈ? ਉਹ ਸਰਵ ਸ਼ਕਤੀਮਾਨ ਪਰਮੇਸ਼ਵਰ ਹੈ। ਅੱਜ ਜਰੀਹੋ ਦੇ ਜੋ ਯਹੋਸ਼ੂਆ ਸੀਗਾ ਇਹ ਚੰਗੀ ਤਰ੍ਹਾਂ ਜਾਣ ਚੁੱਕਿਆ ਸੀਗਾ ਕਿ ਪਰਮੇਸ਼ਵਰ ਕੌਣ ਹੈ। ਉਹ ਤਾਂ ਸਰਵ ਸ਼ਕਤੀਮਾਨ ਹੈ, ਉਹ ਤਾਂ ਸਭ ਕੁਝ ਕਰ ਸਕਦਾਗਾ। ਇਸ ਲਈ ਤਾਂ ਪ੍ਰਜਾ ਨੂੰ ਕਹਿ ਰਿਹਾਗਾ ਤੁਸੀਂ ਕੁਝ ਨਹੀਂ ਕਰਨਾ, ਲੜਾਈ ਤੁਸੀਂ ਨਹੀਂ ਕਰਨੀ, ਲੇਕਿਨ ਤੁਸੀਂ ਕੀ ਕਰਨਾ? ਬਸ ਚੱਕਰ ਕੱਢ ਕੇ ਬੋਲ ਦਿਓ ਜ਼ੋਰ ਦੀ। ਹੁਣ ਬੋਲਣ ਦੇ ਲਈ ਸਾਮਰਥ ਦੇਣ ਵਾਲਾ ਕੌਣ? ਉਹ ਵੀ ਤਾਂ ਪਰਮੇਸ਼ਵਰ। ਜਦ ਇਹਨਾਂ ਨੇ ਦੇਖਿਆ ਵੀ, ਇਹਨਾਂ ਨੇ ਇਹ ਨਹੀਂ ਦੇਖਿਆ ਕਿ ਮੂਹਰੇ ਵੱਡੀ ਸਾਰੀ ਕੰਧ ਹੈ, ਅਸੀਂ ਕਿਸ ਤਰ੍ਹਾਂ ਲੜ ਸਕਦੇ ਹਾਂ। ਲੇਕਿਨ ਇਹਨਾਂ ਨੇ ਕੀ ਕੀਤਾ? ਜਦੋਂ ਜੈਕਾਰਾ ਬੋਲਿਆ। ਜੈਕਾਰਾ ਕਦੋਂ ਬੋਲਦਾ ਇਨਸਾਨ? ਜਦੋਂ ਖੁਸ਼ ਹੋਵੇ। ਤੇ ਜੇ ਦੁਖੀ ਨਹੀਂ ਕਹੋ ਤੂੰ ਬੋਲੋ ਹਾਲੇਲੂਇਆ। ਹੁਣ ਨਹੀਂ ਬੋਲਦਾ, ਹੁਣ ਨਹੀਂ ਬੋਲਦਾ ਜੀ, ਬਾਅਦ ਚ ਬੋਲੂ ਮੈਂ। ਇਨਸਾਨ ਦੇਖੂਗਾ ਹੁਣ ਨਹੀਂ ਬੋਲਣਾ, ਮੈਂ ਬਾਅਦ ਚ ਬੋਲੂ। ਅਗਰ ਕੋਈ ਬਿਪਤਾ ਆ ਜਾਏ ਫਿਰ ਕਹੋ ਚਲੋ ਪ੍ਰਾਰਥਨਾ ਕਰੋ, ਹੁਣ ਨਹੀਂ ਕਰਨੀ ਜੀ, ਬਾਅਦ ਚ ਕਰਾਂਗੇ, ਅੱਜ ਮੂਡ ਨਹੀਂ ਹੈਗਾ, ਥੋੜਾ ਮੂਡ ਖਰਾਬ ਹੋ ਗਿਆ। ਕੋਈ ਪਰੇਸ਼ਾਨੀ ਆ ਜਾਏ ਅੱਜ ਨਹੀਂ ਕਰਨਾ ਜੀ। ਕਿਉਂ? ਕਿਉਂਕਿ ਆਨੰਦ ਨਹੀਂ ਕਰਦਾ ਇਨਸਾਨ। ਹੁਣ ਇਨਸਾਨ ਵਿਸ਼ਵਾਸ ਤਾਂ ਸਾਰੇ ਕਰਦੇ ਨੇ ਪ੍ਰਭੂ ਯਿਸੂ ਮਸੀਹ ਦੇ ਉੱਪਰ, ਵਿਸ਼ਵਾਸ ਤਾਂ ਸਾਰੇ ਕਰਦੇ ਨੇ, ਲੇਕਿਨ ਵਿਸ਼ਵਾਸ ਜਦੋਂ ਕਰਨਾ ਚਾਹੀਦਾ ਹੈਗਾ ਇਨਸਾਨ ਨੂੰ ਉਦੋਂ ਨਹੀਂ ਕਰਦਾ ਇਨਸਾਨ। ਇੱਕ ਵਾਰ ਕੀ ਹੋਇਆ ਕਿ ਪ੍ਰਭੂ ਯਿਸੂ ਮਸੀਹ ਕਿਸ਼ਤੀ ਵਿੱਚ ਜਾ ਰਹੇ ਸੀਗੇ
ਔਰ ਪ੍ਰਭੂ ਯਿਸੂ ਮਸੀਹ ਦੇ ਚੇਲੇ ਉਹ ਤਾਂ ਪ੍ਰਭੂ ਯਿਸੂ ਮਸੀਹ ਦੇ ਨਾਲ ਸੀਗੇ। ਤਾਂ ਕੀ ਹੋਇਆ ਕਿ ਪ੍ਰਭੂ ਯਿਸੂ ਮਸੀਹ ਜਾ ਕੇ ਇੱਕ ਜਗ੍ਹਾ ਸੌਂ ਗਏ ਔਰ ਚੇਲੇ ਜੋ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲ ਰਹੇ ਸੀਗੇ, ਆਪਣਾ ਸਭ ਕੁਝ ਛੱਡ ਚੁੱਕੇ ਸੀਗੇ, ਆਪਣਾ ਕਾਰੋਬਾਰ ਛੱਡ ਦਿੱਤਾ ਤੇ ਯਿਸੂ ਮਸੀਹ ਦੇ ਪਿੱਛੇ ਪਿੱਛੇ ਚੱਲ ਰਹੇ ਸੀਗੇ। ਤੇ ਹੁਣ ਦੇਖੋ ਵਿਸ਼ਵਾਸੀ ਤਾਂ ਉਹ ਵੀ ਸੀਗੇ, ਪ੍ਰਾਰਥਨਾ ਤਾਂ ਉਹ ਵੀ ਕਰਦੇ ਸੀਗੇ, ਪ੍ਰਭੂ ਯਿਸੂ ਮਸੀਹ ਦੇ ਨਾਲ ਤਾਂ ਉਹ ਵੀ ਘੁੰਮਦੇ ਸੀਗੇ। ਲੇਕਿਨ ਹੋਇਆ ਕੀ ਕਿ ਜਦ ਉਸ ਕਿਸ਼ਤੀ ਦੇ ਵਿੱਚ ਤੂਫਾਨ ਆਇਆ, ਹਨੇਰੀ ਚੱਲੀ, ਤਾਂ ਚੇਲਿਆਂ ਨੇ ਕੀ ਕੀਤਾ? ਰੌਲਾ ਪਾਉਣਾ ਸ਼ੁਰੂ ਕੀਤਾ, ਅਸੀਂ ਮਰ ਗਏ, ਅਸੀਂ ਡੁੱਬ ਗਏ। ਉਹਨਾਂ ਨੇ ਆਪਣੇ ਪ੍ਰਯਤਨ ਸ਼ੁਰੂ ਕੀਤੇ, ਜਦ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਸੀਗਾ? ਉਹਨਾਂ ਨੂੰ ਤਾਂ ਆਨੰਦ ਕਰਨਾ ਚਾਹੀਦਾ ਸੀਗਾ। ਉਹਨਾਂ ਨੂੰ ਕੀ ਕਰਨਾ ਚਾਹੀਦਾ ਸੀਗਾ? ਆਨੰਦ। ਕਿਸ ਗੱਲ ਦੇ ਵਿੱਚ? ਕਿ ਸਾਡਾ ਪ੍ਰਭੂ ਸਾਡੇ ਨਾਲ ਹੈ। ਪ੍ਰਭੂ ਕੀ ਹੈ? ਸਾਡੇ ਨਾਲ ਹੈ। ਕਿਹੜਾ ਪ੍ਰਭੂ? ਜਿਸ ਨੇ ਸਮੁੰਦਰ ਨੂੰ ਬਣਾਇਆ ਗਾ, ਔਰ ਸਮੁੰਦਰ ਵਿੱਚ ਇੰਨੀ ਤਾਕਤ ਨਹੀਂ ਹੈ ਕਿ ਉਹ ਪ੍ਰਭੂ ਯਿਸੂ ਮਸੀਹ ਨੂੰ ਡਬੋ ਸਕੇ, ਕਿਉਂਕਿ ਸਮੁੰਦਰ ਨੂੰ, ਉਸ ਝੀਲ ਨੂੰ ਬਣਾਉਣ ਵਾਲਾ ਕੌਣ ਹੈ? ਉਹ ਤਾਂ ਪ੍ਰਭੂ ਯਿਸੂ ਮਸੀਹ ਹੈ। ਲੇਕਿਨ ਚੇਲਿਆਂ ਦੇ ਉੱਪਰ ਜਦ ਬਿਪਤਾ ਆਈ ਤਾਂ ਚੇਲੇ ਕੀ ਹੋਏ? ਘਬਰਾ ਗਏ, ਅਸੀਂ ਡੁੱਬ ਗਏ, ਅਸੀਂ ਮਰ ਚੱਲੇ, ਔਰ ਦੌੜੇ ਦੌੜੇ ਪ੍ਰਭੂ ਯਿਸੂ ਮਸੀਹ ਦੇ ਕੋਲ ਚਲੇ ਗਏ। ਹੇ ਪ੍ਰਭੂ, ਤੁਹਾਨੂੰ ਨਹੀਂ ਪਤਾ ਕਿ ਕਿਸ਼ਤੀ ਵਿੱਚ ਤਾਂ ਤੂਫਾਨ ਆ ਚੁੱਕਿਆ ਗਾ, ਹਨੇਰੀ ਆ ਚੁੱਕੀ ਹੈ, ਪਾਣੀ ਆ ਰਿਹਾ ਗਾ, ਅਸੀਂ ਤਾਂ ਡੁੱਬ ਰਹੇ ਹਾਂ। ਤਾਂ ਪ੍ਰਭੂ ਨੇ ਉਹਨਾਂ ਦੀ ਕੀ ਦੇਖੀ? ਬੇਪਰਵਾਹੀ ਦੇਖੀ। ਇੱਕ ਵਚਨ ਪੜ੍ਹੋ ਮੇਰੇ ਨਾਲ, ਮਰਕੁਸ ਉਹਦਾ 4 ਅਧਿਆਇ ਪੜ੍ਹੋ, ਉਹਦਾ 39 ਵਚਨ। ਤਦ ਉਹ ਉਹ ਬੇੜੀ ਦੇ ਪਿਛਲੇ ਸਿਰੇ ਵੱਲ ਇੱਕ ਸਿਰਹਾਣਾ ਰੱਖ ਕੇ ਸੁੱਤਾ ਹੋਇਆ ਸੀ। ਤਦ ਉਹਨਾਂ ਉਹਨੂੰ ਜਗਾਇਆ ਅਤੇ ਉਹਨੂੰ ਆਖਿਆ, ਗੁਰੂ ਜੀ, ਤੈਨੂੰ ਕੋਈ ਫਿਕਰ ਨਹੀਂ ਜੋ ਅਸੀਂ ਨਿੱਟ ਹੋ ਚੱਲੇ ਹਾਂ। ਤਦ ਉਹਨੇ ਉੱਠ ਕੇ ਪਾਉਣ ਨੂੰ ਦਬਕਾ ਦਿੱਤਾ ਅਤੇ ਝੀਲ ਨੂੰ ਕਿਹਾ, ਚੁੱਪ ਕਰ, ਥੰਮ ਜਾ। ਤਾਂ ਪਾਉਣ ਥੰਮ ਗਈ ਅਤੇ ਵੱਡਾ ਚੈਨ ਹੋ ਗਿਆ। ਉਸਨੇ ਉਹਨਾਂ ਨੂੰ ਕਿਹਾ, ਤੁਸੀਂ ਕਿਉਂ ਡਰਦੇ ਹੋ? ਅਜੇ ਤੁਹਾਨੂੰ ਨੇਚਾ ਨਹੀਂ ਆਈ? ਹੁਣ ਦੇਖੋ ਪ੍ਰਭੂ ਯਿਸੂ ਮਸੀਹ ਨੇ ਉਹ ਜੋ ਬਿਪਤਾ ਸੀ, ਜੋ ਉਸ ਟਾਈਮ ਐਸਾ ਸਮਾਂ ਆ ਚੁੱਕਿਆ ਸੀਗਾ ਕਿ ਉਹਨਾਂ ਨੂੰ ਲੱਗਿਆ ਕਿ ਅਸੀਂ ਤਾਂ ਨਾਸ ਹੋ ਰਹੇ ਹਾਂ, ਅਸੀਂ ਤਾਂ ਅੱਜ ਖਤਮ ਹੋ ਜਾਵਾਂਗੇ। ਲੇਕਿਨ ਪ੍ਰਭੂ ਯਿਸੂ ਮਸੀਹ ਨੇ ਉਸ ਬਿਪਤਾ ਦੇ ਵਿੱਚ ਉਹਨਾਂ ਨੂੰ ਬਾਹਰ ਕੱਢਿਆ। ਔਰ ਉਸ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਕਿ ਕੀ ਤੁਹਾਨੂੰ ਅਜੇ ਤੱਕ ਵਿਸ਼ਵਾਸ ਨਹੀਂ ਆ ਰਿਹਾ ਮੇਰੇ ਤੇ? ਮੇਰੇ ਨਾਲ ਰਹਿੰਦੇ ਹੋ, ਇੰਨੇ ਵੱਡੇ ਚਮਤਕਾਰ ਦੇਖਦੇ ਹੋ, ਇੰਨਾ ਕੁਛ ਦੇਖ ਰਹੇ ਹੋ, ਬਿਮਾਰ ਚੰਗੇ ਹੁੰਦੇ ਨੇ, ਭੂਤ ਨਿਕਲਦੇ ਨੇ, 5,000 ਲੋਕ ਰੋਟੀ ਖਾਂਦੇ ਨੇ, ਅੰਨੇ ਦੇਖਦੇ ਨੇ, ਇੰਨੇ ਚਮਤਕਾਰ ਦੇਖਣ ਤੋਂ ਬਾਅਦ ਵੀ ਤੁਹਾਨੂੰ ਵਿਸ਼ਵਾਸ ਨਹੀਂ ਆ ਰਿਹਾ। ਤੁਹਾਡੇ ਉੱਪਰ ਵਿਪਤਾ ਆਈ ਤਾਂ ਤੁਹਾਨੂੰ ਆਨੰਦ ਨਹੀਂ ਕਰਨਾ ਚਾਹੀਦਾ? ਤੁਸੀਂ ਅਸੀਂ ਸਮੱਸਿਆ ਵਿੱਚ ਆ ਚੁੱਕੇ ਹੋ ਕਿ ਤੁਹਾਨੂੰ ਆਨੰਦ ਨਹੀਂ ਕਰਨਾ ਚਾਹੀਦਾ? ਲੇਕਿਨ ਕਹਾਉਣ ਨੂੰ ਕੀ ਸੀਗਾ? ਅਸੀਂ ਮਸੀਹ ਦੇ ਉੱਪਰ ਵਿਸ਼ਵਾਸ ਕਰਦੇ ਹਾਂ, ਅਸੀਂ ਇਸ ਮਸੀਹ ਦੇ ਚੇਲੇ ਹਾਂ। ਲੇਕਿਨ ਜਦ ਵਿਪਤਾ ਆਈ, ਜਦ ਪਰੇਸ਼ਾਨੀ ਆਈ, ਅਸੀਂ ਤਾਂ ਮਰ ਗਏ, ਅਸੀਂ ਤਾਂ ਤਬਾਹ ਹੋ ਗਏ, ਅਸੀਂ ਤਾਂ ਨਾਸ ਹੋ ਗਏ। ਤੇ ਕੀ ਐਸਾ ਵਿਸ਼ਵਾਸ ਕਰਦੇ ਹਾਂ ਅਸੀਂ? ਪ੍ਰਭੂ ਯਿਸੂ ਮਸੀਹ ਸਾਫ਼ ਕਹਿੰਦਾ ਗਾ ਵੀ ਤੁਹਾਨੂੰ ਅਜੇ ਤੱਕ ਵਿਸ਼ਵਾਸ ਹੀ ਨਹੀਂ ਹੈ। ਹੁਣ ਦੇਖੋ ਅਸੀਂ ਸਾਰੇ ਚੰਗੇ ਭਲੇ ਹਾਂ, ਸਾਰੇ ਚੰਗੇ ਭਲੇ ਹਾਂ, ਅਸੀਂ ਸਾਰੇ ਕੀ ਕਰਦੇ ਹੁਣ? ਵਿਸ਼ਵਾਸ ਕਰਦੇ ਹਾਂ। ਅਗਰ ਕਿਸੇ ਨੂੰ ਕੋਈ ਪਰੇਸ਼ਾਨੀ ਆ ਜਾਏ, ਵਿਸ਼ਵਾਸ ਤਾਂ ਫੇਰ ਪਤਾ ਲੱਗੂ ਕਿ ਵਿਸ਼ਵਾਸ ਹੈ ਜਾਂ ਨਹੀਂ ਵਿਸ਼ਵਾਸ। ਹੁਣ ਤਾਂ ਚੰਗੇ ਭਲੇ ਸਾਰੇ ਲੋਕਾਂ ਦੇ ਅਸੀਂ ਵਿਸ਼ਵਾਸੀ ਹਾਂ। ਚੇਲੇ ਵੀ ਤਾਂ ਇਹੀ ਕਹਿੰਦੇ ਸੀਗੇ, ਯਿਸੂ ਮਸੀਹ ਦੇ ਨਾਲ ਘੁੰਮਦੇ ਹਾਂ, ਬਿਮਾਰ ਚੰਗੇ ਕਰਦੇ ਹਾਂ, ਪ੍ਰਾਰਥਨਾ ਵੀ ਕਰਦੇ ਹਾਂ, ਲੋਕਾਂ ਵਿੱਚ ਗਵਾਹੀ ਵੀ ਦਿੰਦੇ ਹਾਂ, ਅਸੀਂ ਤਾਂ ਵਿਸ਼ਵਾਸੀ ਹਾਂ। ਅੱਜ ਦੇ ਵਿਸ਼ਵਾਸੀ ਵੀ ਤਾਂ ਇਹੀ ਕੰਮ ਕਰਦੇ ਨੇ ਕਿ ਅਸੀਂ ਵਿਸ਼ਵਾਸੀ ਹਾਂ, ਅਸੀਂ ਪ੍ਰਾਰਥਨਾ ਕਰਦੇ ਹਾਂ, ਅਸੀਂ ਬੰਦਗੀ ਵਿੱਚ ਜਾਂਦੇ ਹਾਂ, ਬੜੀ ਬੰਦਗੀ ਅਸੀਂ ਨਹੀਂ ਛੱਡਦੇ, ਛੋਟੀ ਬੰਦਗੀ ਅਸੀਂ ਨਹੀਂ ਛੱਡਦੇ, ਅਸੀਂ ਵਿਸ਼ਵਾਸੀ ਹਾਂ। ਲੇਕਿਨ ਜਦ ਇਨਸਾਨ ਬਿਪਤਾ ਵਿੱਚ ਆਉਂਦਾ ਗਾ, ਜਦ ਇਨਸਾਨ ਸਮੱਸਿਆ ਵਿੱਚ ਫਸਦਾ ਗਾ, ਤਾਂ ਫਿਰ ਘਬਰਾ ਜਾਂਦਾ ਗਾ, ਫਿਰ ਉਸਨੂੰ ਆਨੰਦ ਨਹੀਂ ਕਰਨਾ ਆਉਂਦਾ, ਫਿਰ ਉਹ ਜੈਕਾਰਾ ਨਹੀਂ ਬੋਲ ਸਕਦਾ ਪਰਮੇਸ਼ਵਰ ਅੱਗੇ। ਕਿਉਂ? ਫਿਰ ਉਹ ਡਰ ਜਾਂਦਾ ਗਾ, ਅਸੀਂ ਤਾਂ ਨਸ਼ਟ ਹੋ ਗਏ, ਅਸੀਂ ਤਾਂ ਤਬਾਹ ਹੋ ਗਏ। ਇੱਕ ਵਾਰ ਪਤਰਸ ਜੇਲ੍ਹ ਦੇ ਵਿੱਚ ਚਲਾ ਗਿਆ, ਔਰ ਜੇਲ੍ਹ ਦੇ ਵਿੱਚ ਚਲਾ ਗਿਆ, ਔਰ ਪੜ੍ਹੋ ਮੈਨੂੰ ਬਾਈਬਲ ਪੜ੍ਹੋ, ਰਸੂਲਾਂ
ਉਹਦਾ 12 ਦੇ ਪੜੋ, ਉਹਦਾ 5 ਵਚਨ ਪੜੋ। ਸੋ ਕੈਦ ਵਿੱਚ ਪਤਰਸ ਦੀ ਰਾਖੀ ਹੁੰਦੀ ਸੀ ਪਰ ਉੱਚੀ ਪੜੋ, ਉੱਚੀ ਆਵਾਜ਼ ਦੇ ਵਿੱਚ। ਸੋ ਕੈਦ ਵਿੱਚ ਪਤਰਸ ਦੀ ਰਾਖੀ ਹੁੰਦੀ ਸੀ ਪਰ ਕਲੀਸਿਆ ਉਹਦੇ ਲਈ ਪਰਮੇਸ਼ਵਰ ਅੱਗੇ ਮਨ ਲਾ ਕੇ ਪ੍ਰਾਰਥਨਾ ਕਰਦੀ ਰਹੀ। ਹੁਣ ਦੇਖੋ ਪਤਰਸ ਕਿੱਥੇ ਹੈ? ਕੈਦ ਦੇ ਵਿੱਚ। ਹੁਣ ਕੈਦ ਦੇ ਵਿੱਚ ਪਤਰਸ ਦੀ ਹਾਲਤ ਕੈਸੀ ਹੈ? ਪੜੋ ਅੱਗੇ। ਜਾਂ ਹੈਰੋਦੇਸ ਉਹਨੂੰ ਬਾਹਰ ਲਿਆਉਣ ਨੂੰ ਤਿਆਰ ਸੀ, ਉਸ ਰਾਤ ਪਤਰਸ ਦੋਹੂ ਸੰਗਲਾਂ ਨਾਲ ਜਕੜਿਆ ਹੋਇਆ 2 ਸਿਪਾਹੀਆਂ ਦੇ ਵਿਚਕਾਰ ਸੁੱਤਾ ਪਿਆ ਸੀ। ਸਾਰੇ ਬੋਲੋ ਹਾਲੇਲੂਇਆ। ਹਾਲੇਲੂਇਆ। ਰਾਤ ਨੂੰ ਕੀ ਹੈ? ਪਤਰਸ ਨੂੰ ਬੰਨਿਆ ਹੋਇਆਗਾ। ਕਿਹਦੇ ਨਾਲ? ਸੰਗਲਾਂ ਨਾਲ। ਸੰਗਲਾਂ ਨਾਲ ਬੰਨਿਆ ਹੋਇਆਗਾ। ਔਰ ਕੋਲ ਕੌਣ ਨੇ ਉਹਦੇ? 2 ਸਿਪਾਹੀ। ਸਿਪਾਹੀ। ਔਰ ਪਤਰਸ ਕੀ ਕਰ ਰਿਹਾ ਉੱਥੇ? ਪਤਰਸ ਕੀ ਕਰ ਰਿਹਾ ਉੱਥੇ? ਪੜੋ ਅੱਗੇ। ਔਰ ਪਹਿਰੇ ਵਾਲੇ ਕੈਦਖਾਨੇ ਦੇ ਫਾਟਕ ਨਹੀਂ ਤੇ ਉੱਥੋਂ ਪੜੋ, ਫਿਰ 6 ਤੋਂ ਪੜੋ। ਜਾਂ ਹੈਰੋਦੇਸ ਉਹਨੂੰ ਬਾਹਰ ਲਿਆਉਣ ਨੂੰ ਤਿਆਰ ਸੀ, ਉਸ ਰਾਤ ਪਤਰਸ 2 ਸੰਗਲਾਂ ਨਾਲ ਜਕੜਿਆ ਹੋਇਆ 2 ਸਿਪਾਹੀਆਂ ਦੇ ਵਿਚਕਾਰ ਸੁੱਤਾ ਪਿਆ ਸੀ। ਸਾਰੇ ਬੋਲੋ ਹਾਲੇਲੂਇਆ। ਹੁਣ ਪਤਰਸ ਦੇ ਹੱਥ ਪੈਰ ਬੰਨੇ ਹੋਏ ਨੇ, ਸੰਗਲ ਲੱਗੇ ਹੋਏ ਨੇ, ਬੇੜੀਆਂ ਲੱਗੀਆਂ ਹੋਈਆਂ ਨੇ। ਹੈ ਕਿੱਥੇ? ਜੇਲ੍ਹ ਦੇ ਵਿੱਚ। ਹੁਣ ਕਿਹੜਾ ਇਨਸਾਨ ਹੈ ਜਿਹੜਾ ਜੇਲ੍ਹ ਦੇ ਵਿੱਚ ਐਸੀ ਹਾਲਤ ਦੇ ਵਿੱਚ, ਐਸੀ ਦਸ਼ਾ ਦੇ ਵਿੱਚ ਇਨਸਾਨ ਸੌਂ ਸਕੇ? ਸੌਗਾ ਕੌਣ? ਨੀਂਦ ਕੌਣ ਲਊਗਾ ਉਸ ਟਾਈਮ? ਜਿਹਨੂੰ ਬੇਫਿਕਰ ਹੋਵੇ ਉਹੀ ਸੌਂਦਾਗਾ, ਜਿਹਨੂੰ ਕੋਈ ਫਿਕਰ ਨਾ ਹੋਵੇ। ਹੁਣ ਪਤਰਸ ਦੀ ਹਾਲਤ ਦੇਖੋ, ਹੈ ਜੇਲ੍ਹ ਦੇ ਵਿੱਚ। ਜੇਲ੍ਹ ਦੇ ਵਿੱਚ ਹੋਣ ਦੇ ਬਾਅਦ ਵੀ ਕੀ ਹੈ? ਉਹਨੂੰ ਬੇੜੀਆਂ ਲੱਗੀਆਂ ਹੋਈਆਂ ਨੇ, ਉਹਨੂੰ ਸੰਗਲਾਂ ਨਾਲ ਬੰਨਿਆ ਹੋਇਆਗਾ, ਔਰ ਨਾਲ ਹੀ ਉਹਦੇ ਸਿਪਾਹੀ ਨੇ, 2 ਰਖਵਾਲੇ ਨੇ। ਲੇਕਿਨ ਉਹਨਾਂ ਦੇ ਵਿਚਕਾਰ ਉਹ ਕੀ ਹੈ? ਬੜੀ ਸ਼ਾਂਤੀ ਨਾਲ ਸੁੱਤਾ ਪਿਆਗਾ, ਉਹਨੂੰ ਕੋਈ ਫਿਕਰ ਹੀ ਨਹੀਂ। ਲੇਕਿਨ ਜੋ ਸੰਗਤ ਹੈ, ਜੋ ਕਲੀਸਿਆ ਗਈ, ਉਹ ਕੀ ਕਰ ਰਹੀ ਹੈ? ਉਹ ਕੀ ਕਰ ਰਹੀ ਹੈ? ਉਹ ਪ੍ਰਾਰਥਨਾ ਕਰ ਰਹੀ ਹੈ। ਹੁਣ ਦੇਖੋ ਕਿੰਨੀ ਸ਼ਾਂਤੀ ਹੈ ਇਹਦੇ ਅੰਦਰ, ਕਿੰਨਾ ਆਨੰਦ ਹੈ ਇਹਦੇ ਅੰਦਰ। ਹਰੇ ਚੰਗੀ ਤਰ੍ਹਾਂ ਜਾਣਦਾਗਾ ਕਿ ਮੇਰਾ ਪਰਮੇਸ਼ਵਰ ਕੀ ਹੈ? ਉਹ ਮੇਰੀ ਸਹਾਇਤਾ ਕਰਨ ਵਾਲਾਗਾ। ਹੁਣ ਇਹ ਪਤਰਸ ਨੇ ਹੋ ਸਕਦਾ ਸੀ ਪਤਰਸ ਕੀ ਕਰਦਾ? ਰੌਲਾ ਪਾਉਂਦਾ, ਹੇ ਪਰਮੇਸ਼ਵਰ ਮੈਂ ਤਾਂ ਤੇਰੀ ਪ੍ਰਾਰਥਨਾ ਕਰਦਾਂਗਾ, ਹੇ ਪਰਮੇਸ਼ਵਰ ਮੈਂ ਤਾਂ ਤੇਰੇ ਤੇ ਵਿਸ਼ਵਾਸ ਕਰਦਾਂਗਾ, ਕਿਉਂ ਮੈਨੂੰ ਜੇਲ੍ਹ ਦੇ ਵਿੱਚ ਆਉਣ ਦਿੱਤਾ? ਕਿਉਂ ਮੇਰੇ ਨਾਲ ਐਸਾ ਹੋਣ ਦਿੱਤਾ? ਹੇ ਪਰਮੇਸ਼ਵਰ ਮੈਨੂੰ ਬਾਹਰ ਕੱਢ। ਪਤਰਸ ਨੇ ਇਦਾਂ ਦਾ ਕੁਝ ਵੀ ਨਹੀਂ ਕੀਤਾ। ਲੇਕਿਨ ਪਤਰਸ ਕੀ ਕਰ ਰਿਹਾਗਾ? ਬੜੀ ਸ਼ਾਂਤੀ ਦੇ ਨਾਲ, ਬੜੇ ਆਨੰਦ ਦੇ ਨਾਲ ਸੌਂ ਰਿਹਾਗਾ, ਬੜੇ ਆਨੰਦ ਨਾਲ ਸੌਂ ਰਿਹਾਗਾ। ਲੇਕਿਨ ਜਿਸ ਇਨਸਾਨ ਨੂੰ ਚਿੰਤਾ ਹੋਵੇ ਉਸ ਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ। ਅਗਰ ਇਨਸਾਨ ਨੇ ਕੱਲ ਨੂੰ ਕੁਝ ਖਰੀਦਣ ਦੇ ਲਈ ਜਾਣਾ ਕਿਤੇ ਵੀ, ਤਾਂ ਰਾਤ ਨੂੰ ਇਹ ਸੋਚਦਾ ਵੀ ਰਾਤ ਕਦ ਖਤਮ ਹੋਊਗੀ, ਮੈਂ ਇਹ ਚੀਜ਼ ਕਦ ਲੈ ਕੇ ਆਵਾਂ, ਮੈਂ ਕਦੋਂ ਚੀਜ਼ ਨੂੰ ਪ੍ਰਾਪਤ ਕਰਾਂ। ਉਸ ਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ, ਬੇਚੈਨੀ ਲੱਗੀ ਰਹਿੰਦੀ ਹੈ। ਲੇਕਿਨ ਪਤਰਸ ਪੂਰੀ ਰਾਤ ਸੁੱਤਾ ਰਿਹਾ। ਅਬਰਾਹਮ ਨੂੰ ਪਤਾ ਲੱਗਿਆ ਕਿ ਤੂੰ ਆਪਣੇ ਬੇਟੇ ਦਾ ਬਲੀਦਾਨ ਕਰ ਦੇ। ਅਬਰਾਹਮ ਵੀ ਬੜੀ ਸ਼ਾਂਤੀ ਨਾਲ ਸੁੱਤਾ ਰਿਹਾ। ਪਤਰਸ ਜੇਲ੍ਹ ਦੇ ਵਿੱਚ ਹੈ, ਸ਼ਾਂਤੀ ਨਾਲ ਸੁੱਤਾ ਰਿਹਾ। ਕਿਉਂ? ਕਿਉਂਕਿ ਜਾਣਦਾ ਸੀ ਕਿ ਮੇਰਾ ਪਰਮੇਸ਼ਵਰ ਕੀ ਕਰਦਾਗਾ? ਮੇਰੇ ਲਈ ਕੰਮ ਕਰਦਾਗਾ। ਮਤਲਬ ਪੂਰਾ ਆਨੰਦ ਕਰ ਰਿਹਾਗਾ। ਜੇਲ੍ਹ ਦੇ ਵਿੱਚ ਕੀ ਕਰ ਰਿਹਾ? ਉਹ ਆਨੰਦ ਕਰ ਰਿਹਾਗਾ। ਇੱਕ ਵਚਨ ਪੜੋ ਮੇਰੇ ਨਾਲ, ਰਸੂਲਾਂ ਉਹਦਾ 16 ਅਧਿਆਇ, ਉਹਦਾ 24 ਵਚਨ ਪੜੋ। ਉਸਨੇ ਅਜਿਹਾ ਹੁਕਮ ਪਾ ਕੇ ਉਹਨਾਂ ਨੂੰ ਅੰਦਰਲੇ ਕੈਦਖਾਨੇ ਵਿੱਚ ਸੁੱਟਿਆ ਅਤੇ ਉਹਨਾਂ ਦੇ ਪੈਰੀ ਕਾਟ ਠੋਕ ਦਿੱਤਾ। ਹਾਂ, ਸਾਰੇ ਬੋਲੋ ਹਾਲੇਲੂਇਆ। ਇਹ ਪਰਮੇਸ਼ਵਰ ਦੇ ਦਾਸ ਨੇ ਸੰਤ ਪੌਲਸ ਤੇ ਸਿਲਾਸ। ਇਹਨਾਂ ਨੂੰ ਵੀ ਜੇਲ੍ਹ ਦੇ ਵਿੱਚ, ਬੰਦੀ ਖਾਨੇ ਦੇ ਵਿੱਚ, ਕੈਦ ਦੇ ਵਿੱਚ ਪਾ ਦਿੱਤਾ। ਔਰ ਕੀ ਹੋਇਆ? ਇਹਨਾਂ ਦੇ ਪੈਰੀ ਕਾਟ ਠੋਕ ਦਿੱਤਾ। ਇਨਸਾਨ ਦੇ ਪੈਰਾਂ ਵਿੱਚ ਆਪਣੇ ਕੁਝ ਐਸਾ ਹੁੰਦਾ ਸੀਗਾ ਕਿ ਉਹ ਇਨਸਾਨ ਸਹੀ ਤਰ੍ਹਾਂ ਚੱਲ ਨਹੀਂ ਸਕਦਾ, ਸਹੀ ਤਰ੍ਹਾਂ ਬੈਠ ਨਹੀਂ ਸਕਦਾ, ਸਹੀ ਤਰ੍ਹਾਂ ਕੁਝ ਨਹੀਂ ਕਰ ਸਕਦਾ। ਲੇਕਿਨ ਇਹ ਲੋਕ ਉਸ ਸਮੱਸਿਆ ਵਿੱਚ ਫਸ ਚੁੱਕੇ ਨੇ, ਉਸ ਪਰੇਸ਼ਾਨੀ ਵਿੱਚ ਫਸ ਚੁੱਕੇ ਨੇ। ਔਰ ਹੋਇਆ ਕੀ? ਪੜੋ ਅੱਗੇ। ਪਰ ਅੱਧੀ ਕੁ ਰਾਤ ਨੂੰ ਪੌਲਸ ਅਤੇ ਸਿਲਾਸ ਪ੍ਰਾਰਥਨਾ ਕਰਦੇ ਅਤੇ ਪਰਮੇਸ਼ਵਰ ਦਾ ਭਜਨ ਗਾਉਂਦੇ ਸਨ ਔਰ ਕੈਦੀ ਉਹਨਾਂ ਦੀ ਸੁਣਦੇ ਸਨ। ਸਾਰੇ ਬੋਲੋ ਹਾਲੇਲੂਇਆ। ਹੁਣ ਐਸੀ ਦੁਰਦਸ਼ਾ ਦੇ ਵਿੱਚ, ਐਸੀ ਹਾਲਾਤਾਂ ਦੇ ਵਿੱਚ ਇਨਸਾਨ ਦੇ ਪੈਰਾਂ ਨੂੰ ਬੇੜੀਆਂ, ਹੱਥਾਂ ਨੂੰ ਬੇੜੀਆਂ, ਗਰਦਨ ਨੂੰ ਪਕੜਿਆ ਹੋਇਆਗਾ। ਪੂਰੀ ਤਰ੍ਹਾਂ ਇਨਸਾਨ ਕੁਝ ਵੀ ਨਹੀਂ ਕਰ ਸਕਦਾ। ਇਨਸਾਨ ਪੂਰੀ ਤਰ੍ਹਾਂ ਕੁਝ ਵੀ ਨਹੀਂ ਕਰ ਸਕਦਾ। ਲੇਕਿਨ ਕੀ ਕਰ ਰਹੇ ਨੇ ਇਹ ਲੋਕ ਰਾਤ ਨੂੰ? ਭਜਨ ਗਾ ਰਹੇ। ਕਦੋਂ? ਅੱਧੀ ਰਾਤ ਨੂੰ ਕੀ ਕਰ ਰਹੇ ਨੇ? ਪਰਮੇਸ਼ਵਰ ਨਾਲ ਆਨੰਦ ਕਰ ਰਹੇ ਨੇ, ਪਰਮੇਸ਼ਵਰ ਦੀ ਸਤੁਤੀ ਕਰ ਰਹੇ ਨੇ, ਪਰਮੇਸ਼ਵਰ ਦੇ ਲਈ ਜੈਕਾਰਾ ਗਜਾ ਰਹੇ ਨੇ।
ਹੁਣ ਦੇਖੋ ਕੈਸੀ ਹਾਲਾਤਾਂ ਦੇ ਵਿੱਚ, ਲੇਕਿਨ ਅੱਜ ਇਨਸਾਨ ਕੀ ਕਰਦਾਗਾ? ਅੱਜ ਇਨਸਾਨ ਉਸ ਵਿਪਤਾ ਦੇ ਵਿੱਚ, ਅੱਜ ਉਸ ਸਮੱਸਿਆ ਦੇ ਵਿੱਚ ਅਗਰ ਪੈ ਜਾਂਦਾਗਾ, ਅੱਜ ਅਗਰ ਕਿਸੇ ਨੂੰ ਬੁਖਾਰ ਹੋ ਜਾਏ ਤਾਂ ਇਨਸਾਨ ਗੜਬੜੀ ਕਰਨੀ ਸ਼ੁਰੂ ਕਰ ਦਿੰਦਾਗਾ। ਇੱਕ ਦਿਨ ਬੁਖਾਰ ਹੋਇਆ, ਪ੍ਰਾਰਥਨਾ ਕਰਾਈ, ਨਹੀਂ ਫਰਕ ਪਿਆ, ਘੰਟਾ ਦੇਖਿਆ ਨਹੀਂ ਫਰਕ ਪਿਆ, ਤਾਂ ਉਸ ਤੋਂ ਬਾਅਦ ਚਲੋ ਡਾਕਟਰ ਦੇ ਕੋਲ, ਚਲੋ ਡਾਕਟਰ ਦੇ ਕੋਲ। ਲੇਕਿਨ ਖੜੋ ਤਾਂ ਸੀ 2-4 ਮਿੰਟ, ਦੇਖੋ ਤਾਂ ਸੀ। ਪਰਮੇਸ਼ਵਰ ਨੂੰ ਸਮਾਂ ਤਾਂ ਦਿਓ ਕੰਮ ਕਰਨ ਦੇ ਲਈ, ਪਰਮੇਸ਼ਵਰ ਨੂੰ ਸਮਾਂ ਤਾਂ ਦਿਓ ਕੰਮ ਕਰਨ ਦੇ ਲਈ। ਲੇਕਿਨ ਇਨਸਾਨ ਕੀ ਹੈ? ਅੱਧਾ ਘੰਟਾ ਦੇਖਦਾਗਾ। ਇਨਸਾਨ ਕੀ ਹੈ? ਘੰਟਾ ਦੇਖਦਾਗਾ। ਪ੍ਰਾਰਥਨਾ ਨਾਲ ਅਸਰ ਪਿਆ ਤਾਂ ਠੀਕ ਹੈ, ਨਹੀਂ ਤਾਂ ਛੱਡੋ ਪ੍ਰਭੂ ਯਿਸੂ ਮਸੀਹ ਨੂੰ, ਚਲੋ ਕਿਸੇ ਡਾਕਟਰ ਦਾ ਸਹਾਰਾ ਲੈ ਲਓ। ਕਿਸੇ ਡਾਕਟਰ ਦਾ ਸਹਾਰਾ ਇਨਸਾਨ ਲੈਂਦਾਗਾ। ਲੇਕਿਨ ਜੋ ਪਰਮੇਸ਼ਵਰ ਦੇ ਵਿੱਚ ਇਨਸਾਨ ਨੂੰ ਆਨੰਦ ਕਰਨਾ ਚਾਹੀਦਾਗਾ, ਜੋ ਜੈਕਾਰਾ ਕਰਨਾ ਚਾਹੀਦਾਗਾ, ਉਹ ਇਨਸਾਨ ਜੈਕਾਰਾ ਨਹੀਂ ਗਜਾ ਪਾ ਰਿਹਾ। ਕਿਉਂ? ਕਿਉਂਕਿ ਇਨਸਾਨ ਬਿਫਤਾ ਵਿੱਚ ਫਸ ਚੁੱਕਿਆਗਾ। ਪਤਰਸ ਦੇਖੋ ਜੇਲ੍ਹ ਦੇ ਵਿੱਚ ਕਿੰਨੀ ਸ਼ਾਂਤੀ ਨਾਲ ਸੌਂ ਰਿਹਾਗਾ। ਪੌਲਸ, ਸਿਲਾਸ, ਜਿਨ੍ਹਾਂ ਦੇ ਹੱਥਾਂ ਪੈਰਾਂ ਵਿੱਚ ਕਾਠ ਠੋਕੇ ਗਏ ਨੇ, ਉਹ ਲੋਕ ਅੱਧੀ ਰਾਤ ਨੂੰ ਉੱਠ ਕੇ ਪਰਮੇਸ਼ਵਰ ਦੀ ਆਰਾਧਨਾ ਕਰ ਰਹੇ ਨੇ, ਪਰਮੇਸ਼ਵਰ ਦੀ ਮਹਿਮਾ ਲਈ ਗਾ ਰਹੇ ਨੇ। ਲੇਕਿਨ ਅੱਜ ਇਨਸਾਨ ਦੇ ਅਗਰ ਜੀਵਨ ਦੇ ਵਿੱਚ ਥੋੜੀ ਜਿਹੀ ਸਮੱਸਿਆ ਆ ਜਾਏ ਤਾਂ ਅੱਜ ਇਨਸਾਨ ਆਪਣਾ ਸਬਰ ਗਵਾ ਬੈਠਦਾਗਾ, ਆਪਣਾ ਧੀਰਜ ਗਵਾ ਬੈਠਦਾਗਾ। ਇੰਨਾ ਟਾਈਮ ਇਦਾਂ ਹੋ ਰਿਹਾਗਾ, ਇੰਨਾ ਸਮਾਂ ਅਸੀਂ ਨਹੀਂ ਬੈਠ ਸਕਦੇ, ਇੰਨਾ ਸਬਰ ਅਸੀਂ ਨਹੀਂ ਕਰ ਸਕਦੇ। ਅੱਜ ਜੋ ਇਨਸਾਨ ਨੂੰ ਪਰਮੇਸ਼ਵਰ ਨਾਲ ਆਨੰਦ ਕਰਨਾ ਚਾਹੀਦਾ, ਜੋ ਇਨਸਾਨ ਆਨੰਦ ਨਹੀਂ ਕਰ ਪਾ ਰਿਹਾ। ਜਿਸ ਤਰ੍ਹਾਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਅੱਜ ਇਨਸਾਨ ਨੂੰ ਆਉਣਾ ਚਾਹੀਦਾਗਾ, ਉਸ ਤਰ੍ਹਾਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਨਹੀਂ ਆ ਰਿਹਾ। ਅਗਰ ਅੱਜ ਇਨਸਾਨ ਆਉਂਦਾਗਾ ਤਾਂ ਆਪਣੀ ਸਮੱਸਿਆ ਲੈ ਕੇ ਆਉਂਦਾਗਾ। ਅੱਜ ਇਨਸਾਨ ਅਗਰ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਉਂਦਾਗਾ ਤਾਂ ਆਪਣੀ ਬਿਫਤਾ ਲੈ ਕੇ ਆਉਂਦਾਗਾ। ਇਸ ਨੂੰ ਘੂਰ ਤੋਂ ਮਾੜਾ ਜਿਹਾ ਬੱਚੇ ਨੂੰ, ਤੁਸੀਂ ਕਿਉਂ? ਅੱਜ ਅਗਰ ਇਨਸਾਨ ਪਰਮੇਸ਼ਵਰ ਦੇ ਕੋਲ ਆਉਂਦਾਗਾ ਤਾਂ ਆਪਣੀ ਬਿਫਤਾ ਲੈ ਕੇ ਆਉਂਦਾਗਾ। ਲੇਕਿਨ ਪਰਮੇਸ਼ਵਰ ਦਾ ਬਚਨ ਕੀ ਕਹਿੰਦਾਗਾ? ਹੁਣ ਆਪਾਂ ਜਿਹੜੇ ਦਾਸਾਂ ਬਾਰੇ ਦੇਖਿਆ, ਜਿਹਨਾਂ ਸੇਵਕਾਂ ਬਾਰੇ ਦੇਖਿਆ, ਉਹ ਕਿਸ ਤਰ੍ਹਾਂ ਆ ਰਹੇ ਨੇ? ਉਹ ਤਾਂ ਆਨੰਦ ਨਾਲ ਆ ਰਹੇ ਨੇ, ਉਹ ਤਾਂ ਜੈਕਾਰਾ ਗਜਾਉਂਦੇ ਹੋਏ ਆ ਰਹੇ ਨੇ, ਉਹ ਤਾਂ ਪਰਮੇਸ਼ਵਰ ਦੀ ਮਹਿਮਾ ਕਰਦੇ ਹੋਏ ਆ ਰਹੇ ਨੇ। ਲੇਕਿਨ ਹੁੰਦਾ ਕੀ ਹੈ ਕਿ ਅਸੀਂ ਇਸ ਮਸੀਹ ਦੇ ਉੱਪਰ ਵਿਸ਼ਵਾਸ ਕਰਦੇ ਹਾਂ, ਅਸੀਂ ਵਿਸ਼ਵਾਸੀ ਹਾਂ। ਲੇਕਿਨ ਜਦ ਇਨਸਾਨ ਵਿਸ਼ਵਾਸ ਦਿਖਾਉਣ ਦਾ ਸਮਾਂ ਆਉਂਦਾਗਾ ਤਾਂ ਉਦੋਂ ਇਨਸਾਨ ਵਿਸ਼ਵਾਸ ਨੂੰ ਛੱਡ ਬੈਠਦਾਗਾ। ਲੇਕਿਨ ਜਦ ਵਿਸ਼ਵਾਸ ਇਨਸਾਨ ਪੂਰੀ ਤਰ੍ਹਾਂ ਨਹੀਂ ਕਰਦਾ ਤਾਂ ਉਸਦੇ ਜੀਵਨ ਦੇ ਵਿੱਚ ਉਹ ਬਿਪਤਾ ਵੱਧਦੀ ਚਲੀ ਜਾਂਦੀ ਹੈ। ਉਹ ਇਨਸਾਨ ਬਿਪਤਾ ਵਿੱਚੋਂ ਬਾਹਰ ਨਿਕਲ ਨਹੀਂ ਸਕਦਾ। ਕਿਉਂਕਿ ਪ੍ਰਭੂ ਯਿਸੂ ਮਸੀਹ ਦੇ ਚੇਲੇ ਬੇੜੀ ਦੇ ਵਿੱਚ ਦੇਖੋ, ਉਹਨਾਂ ਨੇ ਜਿੰਨਾ ਪ੍ਰਯਤਨ ਕੀਤਾ, ਜਿੰਨੀ ਕੋਸ਼ਿਸ਼ ਕੀਤੀ, ਉਹ ਤੂਫਾਨ ਦੇ ਵਿੱਚ ਫਸਦੇ ਚਲੇ ਗਏ। ਆਪਣੀ ਬਿਪਤਾ ਦੇ ਵਿੱਚ, ਆਪਣੀ ਸਮੱਸਿਆਵਾਂ ਦੇ ਵਿੱਚ ਉਹ ਘਿਰਦੇ ਚਲੇ ਗਏ। ਹੁਣ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਡੇ ਵਿੱਚ ਭਾਈ ਸਿੰਦਰ ਜੀ ਨੇ ਪਿਛਲੇ ਸਮੇਂ ਦੇ ਵਿੱਚ ਇਹਨਾਂ ਦੇ ਘਰ ਦੇ ਵਿੱਚ ਇੱਕ ਬਿਪਤਾ ਆਈ ਸੀ। ਇਹਨਾਂ ਦੀ ਪਤਨੀ ਨੂੰ ਕਿੰਨੀ ਸਮੱਸਿਆ ਆਈ ਸੀਗੇ, ਉੱਠਣ ਬੈਠਣ ਦੇ ਵਿੱਚ, ਤੁਰਨ ਫਿਰਨ ਦੇ ਵਿੱਚ, ਇੱਥੋਂ ਤੱਕ ਉੱਠ ਕੇ ਬਾਥਰੂਮ ਤੱਕ ਜਾਣ ਦੇ ਵਿੱਚ ਵੀ ਇਹਨਾਂ ਨੂੰ ਸਮੱਸਿਆ ਬਹੁਤ ਸੀ। ਕਹਿਣ ਦੇ ਵਿੱਚ ਹਰ ਗੱਲ ਦੇ ਵਿੱਚ ਪਰੇਸ਼ਾਨੀ, ਹਰ ਗੱਲ ਦੇ ਵਿੱਚ ਸਮੱਸਿਆ। ਲੇਕਿਨ ਉਸ ਦੇ ਵਿੱਚ ਕੀ ਸੀਗਾ? ਇਹ ਵਿਸ਼ਵਾਸ ਵਿੱਚ ਬਣੇ ਰਹੇ, ਉਹ ਵਿਸ਼ਵਾਸ ਦੇ ਵਿੱਚ ਬਣੇ ਰਹੇ। ਲੇਕਿਨ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਛੱਡਿਆ ਨਹੀਂ। ਪਰਮੇਸ਼ਵਰ ਨੇ ਦੇਖਿਆ ਔਰ ਪਰਮੇਸ਼ਵਰ ਨੇ ਠੀਕ ਸਮੇਂ ਤੇ ਕੰਮ ਕੀਤਾ। ਪਰਮੇਸ਼ਵਰ ਨੇ ਠੀਕ ਸਮੇਂ ਤੇ ਕੰਮ ਕੀਤਾ। ਅਗਰ ਉਸ ਟਾਈਮ ਪਰਮੇਸ਼ਵਰ ਨੂੰ ਛੱਡ ਕੇ ਚਲੇ ਜਾਂਦੇ ਤਾਂ ਕੀ ਹੁੰਦਾ? ਹੋ ਸਕਦਾ ਵੀ ਅੱਜ ਤੱਕ ਉਹ ਸਮੱਸਿਆ ਵਿੱਚ ਫਸੇ ਰਹਿੰਦੇ। ਲੇਕਿਨ ਜਦੋਂ ਵਿਸ਼ਵਾਸ ਵਿੱਚ ਬਣੇ ਰਹੇ, ਐਸੇ ਬਹੁਤ ਸਾਰੇ ਲੋਕ ਨੇ ਸਾਡੀ ਸੰਗਤ ਦੇ ਵਿੱਚ ਜੋ ਆਪਣੇ ਆਪਣੇ ਵਿਸ਼ਵਾਸ ਵਿੱਚ ਬਣੇ ਰਹਿੰਦੇ ਨੇ। ਲੇਕਿਨ ਕਈ ਵਾਰ ਐਸਾ ਹੁੰਦਾ, ਅਗਰ ਬੁਖਾਰ, ਖੰਘ ਜਾਂ ਕੁਛ ਐਸੀ ਸਮੱਸਿਆ ਇਨਸਾਨ ਦੇ ਜੀਵਨ ਦੇ ਵਿੱਚ ਆ ਜਾਏ, ਉਹ ਕੁਛ ਲੰਬੀ ਚਲੀ ਜਾਏ, ਤਾਂ ਇਨਸਾਨ ਕੀ ਹੈ? ਫਿਰ ਆਨੰਦ ਨਹੀਂ ਕਰ ਸਕਦਾ, ਫਿਰ ਇਨਸਾਨ ਜੈਕਾਰਾ ਨਹੀਂ ਬੋਲ ਸਕਦਾ। ਲੇਕਿਨ ਜਦ ਵੀ ਪਰਮੇਸ਼ਵਰ ਦੇ ਕੋਲ ਆਉਣਾ ਤਾਂ ਕਿਸ ਤਰ੍ਹਾਂ ਪੂਰੇ ਆਨੰਦ ਨਾਲ ਆਓ। ਮੇਰਾ ਪਰਮੇਸ਼ਵਰ ਇਹ ਕੰਮ ਕਰੇਗਾ, ਮੇਰਾ ਪਰਮੇਸ਼ਵਰ ਇਹ ਕੰਮ ਕਰ ਸਕਦਾਗਾ, ਤਾਂ ਫਿਰ ਆਪਣੀ ਬਿਪਤਾ ਨੂੰ ਭੁੱਲ ਜਾਓ। ਜਦੋਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਓ ਤਾਂ ਕਿਸ ਤਰ੍ਹਾਂ ਆਓ? ਪੂਰੇ ਆਨੰਦ ਨਾਲ ਆਓ। ਇੱਕ ਵਾਰ ਸ਼ਦਰਕ, ਮੇਸ਼ਕ, ਅਬਦਨਗੋ ਦੇ ਬਾਰੇ ਆਪਾਂ ਨੇ ਸਾਰਿਆਂ ਨੂੰ ਪੜ੍ਹਿਆਗਾ। ਤਾਂ ਉਹਨਾਂ ਬਾਰੇ ਦੇਖੋ, ਜਦ ਉਹਨਾਂ ਦੇ ਲਈ ਮਤਲਬ ਪੂਰੇ ਉਸ ਦੇਸ਼ ਦੇ ਵਿੱਚ ਇੱਕ ਆਗਿਆ ਕੱਢੀ ਗਈ ਉਹਨਾਂ ਲੋਕਾਂ ਦੇ ਲਈ ਕਿ ਜੋ ਇਸ ਮੂਰਤੀ ਨੂੰ ਮੱਥਾ ਨਹੀਂ ਟੇਕੇਗਾ ਉਸ ਨੂੰ ਕੀ ਕੀਤਾ ਜਾਏਗਾ? ਬਲਦੀ ਹੋਈ ਅੱਗ ਦੇ ਵਿੱਚ ਸੁੱਟਿਆ ਜਾਏਗਾ, ਭੱਠੀ ਵਿੱਚ ਸੁੱਟਿਆ ਜਾਏਗਾ। ਤਾਂ ਉੱਥੇ 3 ਲੋਕ ਸੀਗੇ ਜੋ ਉਸ ਰਾਜਾ ਦੀ ਆਗਿਆ ਨੂੰ ਨਹੀਂ ਮੰਨਿਆ। ਤਾਂ ਉਹਨਾਂ ਲੋਕਾਂ ਦੇ ਲਈ ਰਾਜਾ ਨੇ ਕਾਨੂੰਨ ਕੀ ਕੱਢਿਆ ਕਿ ਅੱਗ ਨੂੰ, ਇਸ ਭੱਠੀ ਨੂੰ 7 ਗੁਣਾ ਹੋਰ ਜ਼ਿਆਦਾ ਤੇਜ਼ ਕਰ ਦਿਓ। ਤਾਂ ਕੀ ਵੇਖਿਆ ਉੱਥੇ ਬਾਈਬਲ ਦੇ ਵਿੱਚ ਕਿ ਜੋ ਉਹਨਾਂ ਨੂੰ ਸਿੱਟਣ ਵਾਸਤੇ ਚਲੇ ਗਏ ਉੱਥੇ, ਉਹ ਲੋਕ ਉਹ ਅੱਗ ਦੀ ਸੇਕ ਨਾਲ ਹੀ ਬਾਹਰ ਮਰ ਗਏ। ਲੇਕਿਨ ਇਹ 3 ਲੋਕ ਉੱਥੇ ਚਲੇ ਗਏ। ਲੇਕਿਨ ਕਿੰਨਾ ਆਨੰਦ ਕਰ ਰਹੇ ਨੇ ਉੱਥੇ, ਅੱਗ ਦੇ ਵਿੱਚ ਵੀ ਆਨੰਦ ਕਰ ਰਹੇ ਨੇ, ਉਸ ਬਿਪਤਾ ਦੇ ਵਿੱਚ ਵੀ ਕੀ ਕਰ ਰਹੇ ਨੇ? ਆਨੰਦ ਕਰ ਰਹੇ ਨੇ। ਕਿਉਂ? ਕਿਉਂਕਿ ਸਾਡਾ ਪਰਮੇਸ਼ਵਰ ਸਾਨੂੰ ਬਚਾ ਸਕਦਾ ਹੈਗਾ।
ਉਹਨਾਂ ਨੇ ਸਪਸ਼ਟ ਕਿਹਾ ਸੀਗਾ ਕਿ ਹੇ ਰਾਜਾ, ਸਾਡਾ ਪਰਮੇਸ਼ਵਰ ਸਾਨੂੰ ਬਚਾ ਸਕਦਾਗਾ, ਅਗਰ ਨਹੀਂ ਬਚਾਏਗਾ ਫਿਰ ਵੀ ਸਾਡਾ ਪਰਮੇਸ਼ਵਰ ਹੈ ਉਹ। ਲੇਕਿਨ ਅੱਜ ਇਨਸਾਨ ਅਗਰ ਵਿਫਤਾ ਵਿੱਚ ਪੈ ਜਾਂਦਾਗਾ, ਸਮੱਸਿਆ ਵਿੱਚ ਪੈ ਜਾਂਦਾਗਾ, ਤਾਂ ਇਨਸਾਨ ਅੱਜ ਕੀ ਕਹਿੰਦਾਗਾ, ਅਗਰ ਪਰਮੇਸ਼ਵਰ ਨੇ ਬਚਾਇਆ ਤਾਂ ਠੀਕ, ਨਹੀਂ ਤਾਂ ਕਿਸੇ ਹੋਰ ਦੀ ਸਹਾਇਤਾ ਲਵਾਂਗੇ, ਨਹੀਂ ਤਾਂ ਕਿਸੇ ਹੋਰ ਦਾ ਸਹਾਰਾ ਲਵਾਂਗੇ। ਲੇਕਿਨ ਪਰਮੇਸ਼ਵਰ ਕੀ ਕਹਿੰਦਾਗਾ ਕਿ ਜਦ ਤੁਸੀਂ ਪਰਮੇਸ਼ਵਰ ਦੇ ਕੋਲ ਆਓ ਤਾਂ ਕੈਸੇ ਆਓ? ਆਨੰਦ ਨਾਲ ਆਓ, ਜੈਕਾਰਾ ਗਜਾਉਂਦੇ ਆਓ। ਫਿਰ ਦਾਨੀਏਲ ਦੇ ਬਾਰੇ ਦੇਖੋ, ਦਾਨੀਏਲ ਕਿੱਥੇ ਸੁੱਟਿਆ ਗਿਆ? ਸ਼ੇਰਾਂ ਦੇ ਘੁਰੇ ਦੇ ਵਿੱਚ। ਤੇ ਫਿਰ ਸਾਰੀ ਰਾਤ ਕੀ ਰਿਹਾ ਦਾਨੀਏਲ? ਉੱਥੇ ਸੁੱਤਾ ਰਿਹਾ। ਅੱਜ ਕਿਸੇ ਦੇ ਘਰ ਦੇ ਵਿੱਚ ਚੂਹਾ ਆ ਜਾਏ ਰਾਤ ਨੂੰ, ਤੇ ਉਹ ਆਪਣੇ ਕਮਰੇ ਵਿੱਚ ਨਹੀਂ ਸੌਂਦਾ, ਉਹ ਬਾਹਰ ਜਾ ਕੇ ਸੌਂ ਜਾਂਦਾ। ਮੈਂ ਨਹੀਂ ਸੌਂਦਾ ਅੰਦਰ, ਕਿਤੇ ਦੰਦੀ ਨਾ ਵੱਢ ਦੇਵੇ, ਕਿਤੇ ਕੋਈ ਨੁਕਸਾਨ ਨਾ ਕਰ ਦੇਵੇ। ਇਨਸਾਨ ਕਿੱਥੋਂ ਡਰਦਾਗਾ? ਚੂਹੇ ਤੋਂ। ਤੇ ਦਾਨੀਏਲ ਸ਼ੇਰਾਂ ਦੇ ਵਿਚਕਾਰ ਸੁੱਤਾ ਰਿਹਾ। ਕਿੱਥੇ ਸੁੱਤਾ ਰਿਹਾ ਦਾਨੀਏਲ? ਸ਼ੇਰਾਂ ਦੇ ਵਿਚਕਾਰ। ਜਾਣਦਾ ਸੀਗਾ ਕਿ ਮੇਰਾ ਪਰਮੇਸ਼ਵਰ ਕੀ ਹੈ, ਉਹ ਮੈਨੂੰ ਬਚਾਉਣ ਦੀ ਸਮਰੱਥਾ ਰੱਖਦਾਗਾ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਇਹ ਸਾਰੇ ਲੋਕਾਂ ਨੇ ਚਾਹੇ ਵਿਸ਼ਵਾਸ ਕੀਤਾ, ਹਾਂ, ਇਹਨਾਂ ਸਾਰੇ ਲੋਕਾਂ ਨੇ ਕੀ ਕੀਤਾ? ਵਿਸ਼ਵਾਸ ਕੀਤਾ। ਕਿਹਦੇ ਉੱਪਰ? ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦੇ ਉੱਪਰ। ਹੁਣ ਦੇਖੋ, ਦਾਨੀਏਲ, ਸਦਰਕ, ਮੇਸ਼ਕ, ਅਬਦਨਗੋ, ਪਤਰਸ ਦੇ ਜਿੰਨੇ ਵੀ ਲੋਕ ਨੇ, ਅਗਲੇ ਵਿਸ਼ਵਾਸ ਕਰਦੇ ਨੇ ਤਾਂ ਕਿਹਦੇ ਬੱਚੇ ਬਣਦੇ ਨੇ? ਅਬਰਾਹਮ ਦੇ ਬੱਚੇ ਬਣ ਗਏ। ਅਬਰਾਹਮ ਦੇ ਬੱਚੇ ਬਣ ਗਏ। ਅਬਰਾਹਮ ਨੇ ਕੀ ਕੀਤਾ? ਸ਼ੁਰੂਆਤ ਦੇ ਵਿੱਚ ਆਨੰਦ ਕੀਤਾ। ਕਿਉਂ? ਕਿਉਂਕਿ ਮੈਂ ਆਪਣੇ ਬੇਟੇ ਨੂੰ ਕੀ ਕਰਨ ਜਾ ਰਿਹਾਗਾ? ਬਲੀ ਕਰਨ ਦੇ ਲਈ ਜਾ ਰਿਹਾਗਾ। ਅਬਰਾਹਮ ਕੀ ਹੋਇਆ? ਸਵੇਰੇ ਜਲਦੀ ਉੱਠਿਆ, ਆਨੰਦ ਨਾਲ ਉੱਠਿਆ ਕਿ ਮੈਂ ਕੀ ਆਪਣੇ ਬੇਟੇ ਨੂੰ ਬਲੀ ਕਰਨਾਗਾ। ਜਦ ਕਿ ਅਬਰਾਹਮ ਦਾ ਪੂਰਾ ਵਿਸ਼ਵਾਸ ਸੀਗਾ ਕਿ ਮੇਰਾ ਪਰਮੇਸ਼ਵਰ ਮੇਰੇ ਬੇਟੇ ਨੂੰ ਮਰਨ ਨਹੀਂ ਦੇਵੇਗਾ। ਅਗਰ ਮੇਰਾ ਬੇਟਾ ਮਰ ਵੀ ਗਿਆ ਤਾਂ ਮੇਰਾ ਪਰਮੇਸ਼ਵਰ ਕੀ ਇਸ ਨੂੰ ਜ਼ਿੰਦਾ ਕਰ ਦੇਵੇਗਾ। ਮੇਰਾ ਪਰਮੇਸ਼ਵਰ ਇਸ ਨੂੰ ਕੀ ਕਰ ਦੇਵੇਗਾ? ਜ਼ਿੰਦਾ ਕਰ ਦੇਵੇਗਾ। ਲੇਕਿਨ ਅੱਜ ਕੀ ਹੈ ਕਿ ਜਦ ਵੀ ਇਨਸਾਨ ਦੇ ਜੀਵਨ ਦੇ ਵਿੱਚ ਕੋਈ ਵਿਪਤਾ ਆਉਂਦੀ ਹੈ, ਅੱਜ ਇਨਸਾਨ ਦੇ ਜੀਵਨ ਦੇ ਵਿੱਚ ਕੋਈ ਵੀ ਸਮੱਸਿਆ ਆਉਂਦੀ ਹੈ, ਤਾਂ ਕੀ ਕਰਨਾ ਚਾਹੀਦਾ ਇਨਸਾਨ ਨੂੰ? ਆਨੰਦ ਕਰਨਾ ਚਾਹੀਦਾ। ਆਨੰਦ ਕੌਣ ਕਰੇਗਾ? ਜੋ ਆਪਣੇ ਪਰਮੇਸ਼ਵਰ ਨੂੰ ਜਾਣਦਾ ਹੈਗਾ ਕਿ ਮੇਰਾ ਪਰਮੇਸ਼ਵਰ ਕੀ ਹੈ? ਉਹ ਤਾਂ ਸਰਵ ਸ਼ਕਤੀਮਾਨ ਹੈ। ਉਹ ਕੀ ਹੈ? ਸਰਵ ਸ਼ਕਤੀਮਾਨ ਹੈ। ਰਾਤ ਨੂੰ ਕਿਸੇ ਨੂੰ ਪਰੇਸ਼ਾਨੀ ਆ ਜਾਏ, ਤਾਂ ਫਿਰ ਅੱਧੀ ਰਾਤ ਨੂੰ ਡਾਕਟਰ ਲਵੇ ਜਾਣਾ ਸੌਖਾ ਹੈ ਇਨਸਾਨ ਨੂੰ, ਲੇਕਿਨ ਪ੍ਰਾਰਥਨਾ ਵਿੱਚ ਬੈਠਣਾ ਕੀ ਲੱਗਦਾ ਇਨਸਾਨ ਨੂੰ? ਔਖਾ ਲੱਗਦਾ। ਕਿਉਂ? ਪਰੇਸ਼ਾਨੀ ਵੱਧ ਗਈ। ਡਾਕਟਰ ਨੇ ਇਹ ਬੋਲਤਾ ਇਨਫੈਕਸ਼ਨ ਹੋ ਗਈ, ਸੈੱਲ ਘਟ ਗਏ, ਸੈੱਲ ਵੱਧ ਗਏ, ਨਾ ਜਾਣੇ ਕੀ ਇਨਸਾਨ ਕੀ ਹੈ? ਡਰ ਜਾਂਦਾ ਗਾ। ਜਦ ਕਿ ਉਹੀ ਸਮਾਂ ਗਾ ਕਿ ਵਿਸ਼ਵਾਸ ਦਿਖਾਓ, ਬਣੇ ਰਹੋ ਵਿਸ਼ਵਾਸ ਦੇ ਵਿੱਚ। ਉਹੀ ਸਮਾਂ ਗਾ ਬਣੇ ਰਹੋ ਵਿਸ਼ਵਾਸ ਦੇ ਵਿੱਚ। ਲੇਕਿਨ ਜਦ ਇਨਸਾਨ ਵਿਸ਼ਵਾਸ ਦੇ ਵਿੱਚ ਨਹੀਂ ਬਣਿਆ ਰਹਿੰਦਾ ਤਾਂ ਫਿਰ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਅਸੀਂ ਅਬਰਾਹਮ ਦੇ ਬੇਟੇ ਹਾਂ? ਅਬਰਾਹਮ ਦੇ ਬੇਟੇ ਇਸ ਤਰ੍ਹਾਂ ਨਹੀਂ ਬਣ ਸਕਦੇ। ਅਬਰਾਹਮ ਨੇ ਆਨੰਦ ਕੀਤਾਗਾ। ਔਰ ਸਾਡੇ ਪਰਮੇਸ਼ਵਰ ਸਾਨੂੰ ਕਹਿੰਦੇ ਨੇ ਕਿ ਤੁਸੀਂ ਕੀ ਕਰੋ? ਜਦ ਵੀ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਓ, ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਓ ਤਾਂ ਕਿਸ ਤਰ੍ਹਾਂ ਆਓ? ਪੂਰੇ ਆਨੰਦ ਨਾਲ ਆਓ। ਅੱਜ ਆਪਾਂ ਜੋ ਵਚਨ ਪੜਿਆਗਾ ਜ਼ਬੂਰ ਉਹਦਾ 100 ਅਧਿਆਇ, ਉਹਦਾ ਪੜੋ 2 ਵਚਨ, 4 ਪੜੋ, ਪਹਿਲਾਂ 4 ਪੜੋ। ਧੰਨਵਾਦ ਕਰਦੇ ਹੋਏ ਇੱਕ ਮਿੰਟ ਸਾਰਿਆਂ ਨੂੰ ਖੋਲ ਲੈਣ ਦਿਓ ਵਚਨ, ਉੱਚੀ ਆਵਾਜ਼ ਵਿੱਚ ਪੜਨਾ। ਹੈਪੀ। ਧੰਨਵਾਦ ਕਰਦੇ ਹੋਏ ਉਹਦੇ ਫਾਟਕਾਂ ਦੇ ਅੰਦਰ ਅਤੇ ਉਸਤਤ ਕਰਦੇ ਹੋਏ ਉਹਦੇ ਦਰਬਾਰ ਵਿੱਚ ਆਓ। ਹਾਂ, ਉਹਦਾ ਧੰਨਵਾਦ ਕਰੋ ਅਤੇ ਉਹਦੇ ਨਾਮ ਨੂੰ ਮੁਬਾਰਕ ਆਖੋ। ਹਾਂ, ਧੰਨਵਾਦ ਕਰਦੇ ਹੋਏ ਉਹਦੇ ਫਾਟਕਾਂ ਦੇ ਅੰਦਰ ਆਓ, ਫਿਰ ਉਸਤਤ ਕਰਦੇ ਹੋਏ ਉਹਦੇ ਦਰਬਾਰ ਵਿੱਚ ਆਓ। ਫਿਰ 2 ਪੜੋ ਇਹਦਾ। ਆਨੰਦ ਹੋ ਕੇ ਯਹੋਵਾ ਦੀ ਉਪਾਸਨਾ ਕਰੋ, ਹਾਂ, ਜੈ ਜੈਕਾਰ ਕਰਦੇ ਹੋਏ ਉਹਦੀ ਹਜ਼ੂਰੀ ਵਿੱਚ ਆਓ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਪਰਮੇਸ਼ਵਰ ਦੀ ਹਜ਼ੂਰੀ ਵਿੱਚ ਕਿਵੇਂ ਆਉਣਾਗਾ? ਆਨੰਦ ਨਾਲ। ਹਾਂ, ਜੈ ਜੈਕਾਰ ਕਰਦੇ ਹੋਏ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਇੱਕ ਵਾਰ ਫਿਰ ਵਚਨ ਪੜੋ 2:100 ਦੀ। ਆਨੰਦ ਹੋ ਕੇ ਯਹੋਵਾ ਦੀ ਉਪਾਸਨਾ ਕਰੋ, ਜੈ ਜੈਕਾਰ ਕਰਦੇ ਹੋਏ ਉਹਦੀ ਹਜ਼ੂਰੀ ਵਿੱਚ ਆਓ। ਕਿਵੇਂ ਆਓ? ਜੈ ਜੈਕਾਰ ਕਰਦੇ ਹੋਏ, ਜੈਕਾਰਾ ਬੋਲਦੇ ਹੋਏ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਓ। ਤੁਹਾਡੀ ਸਮੱਸਿਆ ਕੀ, ਤੁਹਾਡੀ ਵਿਪਤਾ ਕੀ, ਤੁਹਾਡੀ ਪਰੇਸ਼ਾਨੀਆਂ ਕੁਛ ਵੀ ਹੈ, ਲੇਕਿਨ ਅਗਰ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਉਣਾਗਾ ਤਾਂ ਕਿਸ ਤਰ੍ਹਾਂ ਆਓ? ਜੈ ਜੈਕਾਰ ਕਰਦੇ ਹੋਏ। ਬੇਸ਼ੱਕ ਤੁਹਾਡੇ ਉੱਪਰ ਕਰਜ਼ਾ ਗਾ, ਬੇਸ਼ੱਕ ਤੁਹਾਡੀ ਬਿਮਾਰੀ ਲਾ ਇਲਾਜ ਹੈ, ਬੇਸ਼ੱਕ ਤੁਸੀਂ ਕੈਸੀ ਵੀ ਵਿਪਤਾ ਵਿੱਚ ਫਸੇ ਹੋਏ ਹੋ, ਅਗਰ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆ ਰਹੇ ਹੋ, ਅਗਰ ਜੈ ਜੈਕਾਰ ਕਰ ਰਹੇ ਹੋ ਤਾਂ ਪਰਮੇਸ਼ਵਰ ਫਿਰ ਤੁਹਾਡੀ ਮਦਦ ਕਰੇਗਾ। ਅਗਰ ਆਪਣਾ ਦੁੱਖ ਰੋਂਦੇ ਹੋਏ ਆ ਰਹੇ ਹੋ, ਹਾਏ ਪੇਟ ਦਰਦ, ਹਾਏ ਸਿਰ ਦਰਦ, ਹਾਏ ਸਮੱਸਿਆ, ਇਹ ਪਰੇਸ਼ਾਨੀ, ਉਹ ਪਰੇਸ਼ਾਨੀ, ਅਗਰ ਆਨੰਦ ਕਰਕੇ ਨਹੀਂ ਆ ਰਹੇ ਤਾਂ ਪਰਮੇਸ਼ਵਰ ਦੁਖੀ ਹੁੰਦਾਗਾ। ਮੇਰੀ ਹਜ਼ੂਰੀ ਵਿੱਚ ਆ ਰਹੇ ਹੋ, ਰੋਂਦੇ ਹੋਏ ਆ ਰਹੇ ਹੋ, ਦੁਖੀ ਹੋ ਕੇ ਆ ਰਹੇ ਹੋ, ਲੇਕਿਨ ਮੈਂ ਕੀ ਕਹਿਣਾ ਤੁਹਾਨੂੰ
ਆਨੰਦ ਕਰਦੇ ਆਓ, ਕਿਉਂਕਿ ਜਿਨ੍ਹਾਂ ਲੋਕਾਂ ਨੇ ਉਹ ਪਰਮੇਸ਼ਵਰ ਦੇ ਨਾਲ ਆਨੰਦ ਕੀਤਾ ਤੇ ਪਰਮੇਸ਼ਵਰ ਨੇ ਉਹਨਾਂ ਲੋਕਾਂ ਨੂੰ ਬਚਾਇਆ ਵੀ, ਪਰਮੇਸ਼ਵਰ ਨੇ ਉਹਨਾਂ ਲੋਕਾਂ ਨੂੰ ਛੁਡਾਇਆ ਵੀ। ਅਗਰ ਪਤਰਸ ਉੱਥੇ ਰੋਂਦਾ ਹੈ, ਪਰਮੇਸ਼ਵਰ ਮੈਂ ਤਾਂ ਪ੍ਰਾਰਥਨਾ ਕਰਦਾ ਸੀਗਾ, ਮੈਂ ਤਾਂ ਲੋਕਾਂ ਵਿੱਚ ਜਾ ਕੇ ਤੁਹਾਡਾ ਪ੍ਰਚਾਰ ਕਰਦਾ ਸੀਗਾ, ਅਗਰ ਪਰਮੇਸ਼ਵਰ ਦਾ ਦਾਸ ਪਤਰਸ ਉੱਥੇ ਰੋਂਦਾ ਜੇਲ੍ਹ ਦੇ ਵਿੱਚ, ਤਾਂ ਕੀ ਉਸ ਨੂੰ ਪਰਮੇਸ਼ਵਰ ਬਚਾ ਲੈਂਦਾ? ਸੰਤ ਪੌਲਸ ਤੇ ਸੰਤ ਸਿਲਾਸ ਕਾਠ ਵਿੱਚ ਬੰਦੇ ਹੋਏ ਨੇ, ਉਹ ਅੱਧੀ ਰਾਤ ਨੂੰ ਉੱਠ ਕੇ ਆਰਾਧਨਾ ਕਰ ਰਹੇ ਨੇ, ਐਸੇ ਹਾਲਾਤ ਦੇ ਵਿੱਚ ਆਰਾਧਨਾ ਕਰ ਰਹੇ ਨੇ, ਕੀ ਪਰਮੇਸ਼ਵਰ ਨੂੰ ਬਚਾ ਲੈਂਦਾ? ਅੱਗੇ ਜਾ ਕੇ ਪੜ੍ਹ ਕੇ ਦੇਖਿਓ ਕਿ ਪਰਮੇਸ਼ਵਰ ਨੇ ਕੈਸਾ ਇਸਤੇਮਾਲ ਕੀਤਾ ਉਹਨਾਂ ਦਾ, ਕੈਸਾ ਇਸਤੇਮਾਲ ਕੀਤਾ। ਫਿਰ ਸਦਰਕ ਮੇਸ਼ਕ ਅਬਦਨਗੋ ਉਹਨਾਂ ਨੇ ਵੱਡਾ ਆਨੰਦ ਕੀਤਾ। ਕਿਹੜੀ ਚੀਜ਼ ਨੂੰ ਦੇਖ ਕੇ? ਬਲਦੀ ਹੋਈ ਅੱਗ ਦੀ ਭੱਠੀ ਨੂੰ ਵੱਡਾ ਆਨੰਦ ਕੀਤਾ। ਤਾਂ ਪਰਮੇਸ਼ਵਰ ਨੇ ਕੀ ਖੁਦ ਉੱਥੇ ਅੱਗ ਵਿੱਚ ਚਲੇ ਗਏ ਆਨੰਦ ਕਰਦੇ ਹੋਏ। ਉਹ ਲੋਕ ਆਨੰਦ ਕਰ ਰਹੇ ਸੀ ਉਸ ਅੱਗ ਦੇ ਵਿੱਚ ਵੀ, ਉਸ ਬਿਪਤਾ ਦੇ ਵਿੱਚ ਵੀ ਉਹ ਲੋਕ ਕੀ ਕਰ ਰਹੇ ਸੀਗੇ? ਆਨੰਦ ਕਰ ਰਹੇ ਸੀਗੇ। ਔਰ ਪਰਮੇਸ਼ਵਰ ਖੁਦ ਉਹਨਾਂ ਦੇ ਨਾਲ ਉਸ ਅੱਗ ਦੇ ਵਿੱਚ ਆ ਗਿਆ। ਖੁਦ ਉਹ ਰਾਜਾ ਦੇਖ ਰਿਹਾਗਾ, ਤੁਸੀਂ ਤਾਂ 3 ਸਿੱਟੇ ਸੀਗੇ, ਮੈਂ ਤਾਂ 4 ਨੂੰ ਦੇਖ ਰਿਹਾਗਾ। ਪਰਮੇਸ਼ਵਰ ਦਾ ਦਾਸ ਦਾਨੀਅਲ ਸਿਰਾਂ ਦੇ ਘੁਣੇ ਵਿੱਚ ਚਲਾ ਗਿਆ, ਉੱਥੇ ਵੀ ਆਨੰਦ ਕਰ ਰਿਹਾਗਾ। ਤੇ ਪਰਮੇਸ਼ਵਰ ਨੇ ਸਿਰਾਂ ਦੇ ਮੂੰਹ ਵੀ ਬੰਦ ਕੀਤੇ, ਸਿਰਾਂ ਦੇ ਹੱਥ ਪੈਰ ਵੀ ਬੰਦ ਦਿੱਤੇ। ਪਰਮੇਸ਼ਵਰ ਨੇ ਕਿੱਡਾ ਆਨੰਦ ਕਰ ਰਿਹਾ ਹੋ। ਹੁਣ ਜਦ ਸਮੱਸਿਆ ਪਈ ਉਹਨਾਂ ਦੇ ਉੱਪਰ, ਪਤਰਸ ਦੇ ਉੱਪਰ, ਪ੍ਰਭੂ ਯਿਸੂ ਮਸੀਹ ਦੇ 12 ਚੇਲਿਆਂ ਦੇ ਉੱਪਰ, ਜਦ ਪ੍ਰਭੂ ਯਿਸੂ ਮਸੀਹ ਨਾਲ ਸੀ ਉਹਨਾਂ ਦੇ ਕਿਸ਼ਤੀ ਵਿੱਚ, ਤਾਂ ਉਹਨਾਂ ਨੇ ਆਨੰਦ ਨਹੀਂ ਕੀਤਾ। ਉਹ ਲੋਕ ਕਹਿੰਦੇ ਅਸੀਂ ਮਰ ਗਏ, ਅਸੀਂ ਤਾਂ ਨਾਸ ਹੋ ਗਏ, ਅਸੀਂ ਤਾਂ ਤਬਾਹ ਹੋ ਗਏ। ਤਾਂ ਪਰਮੇਸ਼ਵਰ ਨੇ ਕੀ ਕਿਹਾ ਉਹਨਾਂ ਨੂੰ? ਤੁਹਾਡਾ ਵਿਸ਼ਵਾਸ ਇੱਕ ਵਾਰ ਵਚਨ ਪੜ੍ਹੋ ਮੇਰੇ ਨਾਲ ਫਿਰ, ਮਰਕੁਸ ਉਹਦਾ 4 ਅਧਿਆਇ 39 ਵਚਨ। ਹਾਂ ਹਾਂਜੀ। ਤਦ ਉਹਨੇ ਉੱਠ ਕੇ ਪੌਣ ਨੂੰ ਦਬਕਾ ਦਿੱਤਾ ਅਤੇ ਝੀਲ ਨੂੰ ਕਿਹਾ, ਚੁੱਪ ਕਰ, ਥੰਮ ਜਾ। ਤਾਂ ਪੌਣ ਥੰਮ ਗਈ ਅਤੇ ਵੱਡਾ ਚੈਨ ਹੋ ਗਿਆ। ਉਸਨੇ ਉਹਨਾਂ ਨੂੰ ਕਿਹਾ, ਤੁਸੀਂ ਕਿਉਂ ਡਰਦੇ ਹੋ? ਅਜੇ ਤੁਹਾਨੂੰ ਨੇਚਰ ਨਹੀਂ ਆਈ? ਹੁਣ ਦੇਖੋ ਵੀ ਤੁਸੀਂ ਹੁਣ ਵੀ ਡਰ ਰਹੇ ਹੋ। ਤੁਹਾਡੇ ਜੀਵਨ ਦੇ ਵਿੱਚ ਇੰਨੇ ਸਾਰੇ ਚਮਤਕਾਰ ਹੋ ਚੁੱਕੇ ਨੇ, ਤੁਸੀਂ ਜਾਣ ਚੁੱਕੇ ਹੋ ਮੈਨੂੰ ਕਿ ਮੈਂ ਪਰਮੇਸ਼ਵਰ ਦਾ ਪੁੱਤਰ ਹਾਂ, ਮੈਂ ਜਗਤ ਵਿੱਚ ਕਿਸ ਲਈ ਆਇਆਗਾ। ਤੁਸੀਂ ਮੇਰੇ ਨਾਲ ਰਹਿੰਦੇ ਹੋ, ਇੰਨਾ ਕੁਝ ਦੇਖ ਚੁੱਕੇ ਹੋ, ਤੁਹਾਨੂੰ ਹੁਣ ਤੱਕ ਵਿਸ਼ਵਾਸ ਨਹੀਂ ਆਇਆ। ਅੱਜ ਵੀ ਦੇਖੋ ਸਾਡੇ ਸਾਰਿਆਂ ਦੇ ਜੀਵਨਾਂ ਦੇ ਵਿੱਚ ਉਸ ਪਰਮੇਸ਼ਵਰ ਨੇ ਕੋਈ ਨਾ ਕੋਈ ਚਮਤਕਾਰ ਕੀਤਾਗਾ, ਉਸ ਸਮੱਸਿਆ ਵਿੱਚੋਂ ਬਾਹਰ ਕੱਢਿਆਗਾ, ਉਸ ਪਰੇਸ਼ਾਨੀ ਦੇ ਵਿੱਚੋਂ ਬਾਹਰ ਕੱਢਿਆਗਾ ਕਿ ਜਿਸ ਦੇ ਵਿੱਚੋਂ ਸਾਨੂੰ ਡਾਕਟਰ ਨਹੀਂ ਕੱਢ ਸਕਦੇ ਸੀਗੇ, ਜਿਸ ਦੇ ਵਿੱਚੋਂ ਡਾਕਟਰ ਨੇ ਹੱਥ ਆਪਣਾ ਪਿੱਛੇ ਕਰ ਲਿਆ ਸੀਗਾ ਕਿ ਤੁਹਾਡਾ ਕੋਈ ਹੱਲ ਨਹੀਂ ਹੈ। ਇਸ ਸਮੱਸਿਆ ਦੇ ਵਿੱਚੋਂ ਪਰਮੇਸ਼ਵਰ ਨੇ ਸਾਨੂੰ ਬਾਹਰ ਕੱਢਿਆ। ਅੱਜ ਅਸੀਂ ਬਿਲਕੁਲ ਤੰਦਰੁਸਤ ਹਾਂ, ਅਸੀਂ ਸਹੀ ਖਾ ਸਕਦੇ ਹਾਂ, ਸਹੀ ਪੀ ਸਕਦੇ ਹਾਂ, ਸਹੀ ਤਰ੍ਹਾਂ ਪਹਿਨ ਸਕਦੇ ਹਾਂ, ਚੱਲ ਫਿਰ ਸਕਦੇ ਹਾਂ। ਲੇਕਿਨ ਜਦੋਂ ਅੱਜ ਇਨਸਾਨ ਵਿਸ਼ਵਾਸ ਨਹੀਂ ਕਰਦਾ ਤਾਂ ਪ੍ਰਭੂ ਕੀ ਕਹਿੰਦਾ ਹੈਗਾ ਕਿ ਤੁਹਾਨੂੰ ਅਜੇ ਤੱਕ ਵਿਸ਼ਵਾਸ ਨਹੀਂ ਆ ਰਿਹਾ। ਲੇਕਿਨ ਜਦ ਵੀ ਕੋਈ ਸਮੱਸਿਆ ਹੁੰਦੀ ਹੈ, ਜਦ ਵੀ ਕੋਈ ਪਰੇਸ਼ਾਨੀ ਆਉਂਦੀ ਹੈ, ਤਾਂ ਕੀ ਕਰਦੇ ਹੋ? ਆਓ ਪ੍ਰਭੂ ਦੇ ਕੋਲ ਜੈ ਜੈਕਾਰ ਕਰਦੇ ਆਓ। ਕੋਈ ਬਾਤ ਨਹੀਂ, ਇਹ ਸਮੱਸਿਆ, ਇਹ ਪਰੇਸ਼ਾਨੀ ਕੋਈ ਵੱਡੀ ਨਹੀਂ ਹੈ। ਲੇਕਿਨ ਜਦੋਂ ਤੁਸੀਂ ਜੈ ਜੈਕਾਰ ਕਰੋਗੇ, ਜਦੋਂ ਤੁਸੀਂ ਪ੍ਰਭੂ ਵਿੱਚ ਆਨੰਦ ਕਰਦੇ ਹੋਏ ਪ੍ਰਭੂ ਦੀ ਹਜ਼ੂਰੀ ਵਿੱਚ ਆਓਗੇ, ਤਾਂ ਸਮੱਸਿਆ ਆਪਣੇ ਆਪ ਭੱਜ ਜਾਏਗੀ। ਫਿਰ ਪ੍ਰਾਰਥਨਾ ਕਰਾਉਣ ਦੀ ਲੋੜ ਵੀ ਨਹੀਂ। ਜਦੋਂ ਤੁਸੀਂ ਰੋਂਦੇ ਹੋਏ ਆਓਗੇ, ਹਾਏ ਪ੍ਰਭੂ ਕਰਜ਼ਾ ਆ ਗਿਆ, ਹਾਏ ਪ੍ਰਭੂ ਬਿਫਤਾ ਆ ਗਈ, ਹਾਏ ਪ੍ਰਭੂ ਬਿਮਾਰੀ ਆ ਗਈ, ਪ੍ਰਭੂ ਹੁਣ ਕੀ ਕਰਾਂ, ਪ੍ਰਭੂ ਆ ਕੀ ਕਰਾਂ, ਤਾਂ ਫਿਰ ਪ੍ਰਭੂ ਕਹਿੰਦਾ ਕੋਈ ਗੱਲ ਨਹੀਂ, ਕਰੀ ਚੱਲ ਤੂੰ ਹੁਣ। ਲੇਕਿਨ ਪ੍ਰਭੂ ਕੀ ਕਹਿੰਦੇ ਨੇ ਕਿ ਜਦ ਵੀ ਮੇਰੀ ਹਜ਼ੂਰੀ ਦੇ ਵਿੱਚ ਆਓ। ਪੜੋ 102 ਨਾ 100 ਦੀ 2। ਆਨੰਦ ਹੋ ਕੇ ਯਹੋਵਾ ਦੀ ਉਪਾਸਨਾ ਕਰੋ। ਆਨੰਦ ਹੋ ਕੇ, खुश होकर की करो यहोवा। अगर खुश नहीं हो फिर उपासना ना करो, फिर फायदा भी कोई नहीं। अगर खुश होकर उपासना नहीं करनी, खुश होकर आराधना नहीं करनी, खुश होकर ताली नहीं बजानी, खुश होकर बंदगी में नहीं आना, तो फिर बैठो करे कोई बात नहीं। जो आराधना आनंद नाल नहीं करनी, एक बार फिर पढ़ो आनंद होके यहोवा दी उपासना करो। हाँ पूरे आनंद नाल। आनंद विच कौन है? आनंद विच कौन है? सारे आनंद विच। जिस आनंद विच कौन है? हाँ आनंद हो के यहोवा दी उपासना करो। फिर जय जयकार करते हुए ओदी हजूरी विच आओ। जय जयकार करते हुए की करो? ओदी हजूरी विच आओ। जय जयकार करते हुए, जयकारा बोलते हुए, बोलो सारे जयकारा हालेलुया बोलते परमेश्वर दी हजूरी विच आओ। हालेलुया असीं चंगे हैं इस करके नहीं, अगर समस्या भी आ गई, अगर परेशानी भी आ गई, फिर की करो? फिर भी
जयकारा बोलो। अगर कुछ भी है फिर भी किया अपने विश्वास ਨੂੰ परमेश्वर ਦੇ ਉੱਪਰ ਬਣਾ ਕੇ ਰੱਖੋ। अगर इस तरह परमेश्वर ਦੀ ਹਜ਼ੂਰੀ ਵਿੱਚ ਆਓਗੇ ਤਾਂ परमेश्वर ਤੁਹਾਡੀ ਸਹਾਇਤਾ ਵੀ ਕਰੇਗਾ। परमेश्वर ਤੁਹਾਡੀ ਸਹਾਇਤਾ ਵੀ ਕਰੇਗਾ। अगर दुखी मन ਦੇ ਨਾਲ ਆਪਣੀ ਪਰੇਸ਼ਾਨੀ ਨੂੰ ਜ਼ਿਆਦਾ ਰੱਖਦੇ ਹੋਏ परमेश्वर ਦੇ ਕੋਲ ਆਓਗੇ ਤਾਂ परमेश्वर ਤੁਹਾਡੇ ਜੀਵਨ ਦੇ ਵਿੱਚ ਕੰਮ ਨਹੀਂ ਕਰੇਗਾ। ਜਿਹੀਓ ਦੇ ਲੋਕਾਂ ਨੇ ਕੀ ਕੀਤਾ, ਇੰਨਾ ਭੱਜਣ ਤੋਂ ਬਾਅਦ 7 ਚੱਕਰ ਕੱਟਣ ਤੋਂ ਬਾਅਦ ਜ਼ੋਰ ਦੀ ਜੈਕਾਰਾ ਬੋਲਿਆ ਔਰ ਜੋ ਸਮੱਸਿਆ ਸੀ, ਜੋ ਪਰੇਸ਼ਾਨੀ ਸੀ ਉਹਨਾਂ ਦੀ, ਉਹ ਸਾਰੀ ਜ਼ਮੀਨ ਦੇ ਅੰਦਰ ਚਲੀ ਗਈ। ਉਹ ਸਾਰੇ ਲੋਕ ਨਾਸ ਹੋ ਗਏ। ਕਿਉਂ? ਕਿਉਂਕਿ ਜੈਕਾਰੇ ਦੇ ਵਿੱਚ ਇੰਨੀ ਤਾਕਤ ਹੈ, ਆਨੰਦ ਦੇ ਵਿੱਚ ਇੰਨੀ ਤਾਕਤ ਹੈ, ਆਨੰਦ ਦੇ ਵਿੱਚ ਇੰਨੀ ਸਮਰਥ ਆ ਗਈ। ਜਦੋਂ ਅਸੀਂ ਪਰਮੇਸ਼ਵਰ 'ਚ ਆਨੰਦ ਕਰਦੇ ਹਾਂ, ਜਦੋਂ ਅਸੀਂ ਜੈਕਾਰਾ ਬੋਲਦੇ ਹਾਂ ਤਾਂ ਸ਼ੈਤਾਨ ਦੀ ਜੋ ਵੀ ਯੋਜਨਾ ਹੁੰਦੀ ਹੈ ਉਹ ਕੀ ਹੁੰਦੀ ਹੈ, ਉਹ ਨਾਸ ਹੋ ਜਾਂਦੀ ਹੈ। ਤੇ ਜਦੋਂ ਅਸੀਂ ਸਮੱਸਿਆ ਦੇਖ ਕੇ परमेश्वर ने कहने परमेश्वर समस्या आ चुकी है, परमेश्वर परेशानी आ चुकी है, तो फिर वो समस्या की है वो वड्डी लगन लग जाती है। जो समस्या वड्डी लगन लग जाती है तो फिर साडा वो विश्वास नहीं बनता, फिर वो इंसान का विश्वास नहीं बनता। जब इंसान का विश्वास नहीं बनता तो फिर परमेश्वर कहते हैं भी तुहानूं हुण तक विश्वास नहीं आया। ਇਹਦਾ मतलब कि कोई समस्या वड्डी नहीं है। लेकिन एक गल याद रखो कि विश्वास के नाल धीरज जरूर रखो। अगर किसी काम के लिए प्रार्थना करा रहे हो तो अपने विश्वास के नाल धीरज नूं बना के रखो। थोड़ा समा दो परमेश्वर नूं काम करन दे लई। हाँ परमेश्वर तुसीं काम करो। असीं लोकां विच गवाही दिंदे कि साडा परमेश्वर सामर्थी परमेश्वर है, साडा परमेश्वर सर्वशक्तिमान परमेश्वर है। लेकिन परमेश्वर नूं समा दो। कोई नहीं परमेश्वर काम करो, तुसीं काम करो। ते जब असीं प्रार्थना करा के फिर देखते हैं किसी दी सहारा तकदे हां तां फिर वो विश्वास नहीं है। लेकिन जब भी परमेश्वर की हजूरी में आना गा, कोई भी समस्या हो, कोई भी परेशानी हो, तो जयकारा करते हुए प्रभु यीशु मसीह की हजूरी में आओ, आनंद नाल परमेश्वर की हजूरी में आओ। तो फिर देखो जो भी समस्या तुहाडी, कोई भी परेशानी तुहाडी, वो समस्या वो परेशानी की है तुहाडे जीवन दे विचों हमेशा लिए जाती रहेगी। सारे बोलो हालेलुया। आओ सारे अपनी अखां बंद करिए, अपने सिरों को झुकाइए। और कोई भी जन अपनी अखा नहीं खोलेगा, कोई भी जन अपनी अखा नहीं खोलेगा, सिर्फ और सिर्फ अपने आप को सवाल करो। सिर्फ अखा बंद कर ली क्या, कोई खड़का ना करे, कोई कुछ ना करे, लिखना बंद, अपनी अखा बंद, और एक अपने आप को सवाल करो कि मैं परमेश्वर की हजूरी में किस तरह आ रहा गा, या मैं परमेश्वर की हजूरी में किस तरह आना, कि आनंद नाल आवागा या दुखी होकर आवागा। अगर आनंद नहीं आ रहा जीवन दे विच, अगर जयकारा नहीं हो रहा जीवन दे विच, तो यकीनन तुहाडी वो समस्या वो प्रभु यीशु मसीह तो वड्डी लगन लग गई। तुहानूं हो सकता किसी के जीवन दे विच, हो सकता किसी के जीवन दे विच कोई कर्जा होवे, हो सकता किसी के जीवन दे विच कोई ऐसी बीमारी होवे, हो सकता किसी के जीवन दे विच कोई ऐसी समस्या होवे कि जो देखण नूं वड्डी लगदी है। लेकिन जदों तुसीं प्रभु दे विच आनंद करदे हो, प्रभु की हजूरी दे विच जय जयकारा करते हुए आउने हो, जय जयकार करते हुए आउने हो, तो सचमुच वो समस्या, वो बीमारी, वो हर परेशानी उसे घड़ी हार जाती है। लेकिन जब इंसान उस समस्या में फस जाता है और फिर इंसान दुखी होता है, फिर इंसान जय जयकार नहीं कर सकता, तो फिर उस समस्या इंसान के उपर हावी हो जाती है, वो समस्या इंसान के उपर भारी पै जाती है। फिर इंसान समस्या में फस के, इंसान वो परेशानी में फस के फिर अपने विश्वास को छड्ड बैठदा गा। लेकिन जब भी है परमेश्वर के उपर विश्वास करते हो तो परमेश्वर को समा भी दो। अब्राहम एवं विश्वासियों का बाप नहीं बनया, उसने उस ਪ੍ਰੀਖਿਆ ਦੇ ਵਿੱਚ जय जयकार की, आनंद किया। अगर आप अब्राहम के बेटे बनना गा
ਤਾਂ ਅਸੀਂ ਵੀ ਜੈ ਜੈਕਾਰ ਕਰੀਏ, ਆਨੰਦ ਕਰੀਏ, ਇਹ ਵਚਨ ਨੂੰ ਸਮਝ ਸਕੀਏ, ਇਸ ਦੇ ਅਨੁਸਾਰ ਜੀਵਨ ਜੀ ਸਕੀਏ। ਪਰਮੇਸ਼ਵਰ ਆਪਾਂ ਨੂੰ ਸਾਰਿਆਂ ਨੂੰ ਇਸ ਵਚਨ ਦੀ ਆਸ਼ੀਸ਼ ਨਾਲ ਭਰ ਦੇਣਾ।